ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਾਸਸ ਦੀ ਸਾਈਕੀ ਕਈ ਵਾਰ ਬਹੁਤ ਸ਼ਾਰਟ ਟਰਮ ਹੁੰਦੀ ਹੈ। ਜਾਨੀ ਜਦੋਂ ਹੋਇਆ ਉਦੋਂ ਸੋਚਿਆ, ਬਾਅਦ ਚੋਂ ਨਹੀਂ ਸੋਚਣਾ। ਤੇ ਇਹਦਾ ਫਾਇਦਾ ਸਿਆਸਤ ਵੀ ਉਠਾਉਂਦੀ ਰਹੀ ਹੈ, ਇਹਦਾ ਫਾਇਦਾ ਸ਼ੋਸ਼ਣ ਕਰਨ ਵਾਲੇ ਲੋਕ ਵੀ ਉਠਾਉਂਦੇ ਰਹੇ ਨੇ, ਸਿਸਟਮ ਵੀ ਉਠਾਉਂਦਾ ਰਿਹਾ। ਜਦੋਂ ਕੋਈ ਗੱਲ ਹੁੰਦੀ ਹੈ ਉਦੋਂ ਅਸੀਂ ਸਰਕਾਰਾਂ ਨੂੰ ਵੀ ਗਾਲਾਂ ਕੱਢਦੇ ਹਾਂ, ਸਿਸਟਮ ਨੂੰ ਵੀ ਕੱਢਦੇ ਹਾਂ, ਗੁੱਸਾ ਨਿਕਲ ਜਾਂਦਾ ਹੈ, ਬਾਅਦ ਚੋਂ ਤੇ ਕੋਈ ਚਰਚਾ ਨਹੀਂ। ਹੜ੍ਹ ਆਏ, ਹੜ੍ਹਾਂ ਦੇ ਬਾਰੇ ਚਰਚਾ, ਰੀਲਾਂ, ਸਮੱਸਿਆਵਾਂ ਸਭ ਆ ਗਈਆਂ। ਹੜ੍ਹ ਅੱਗੇ ਨਾ ਆਉਣ, ਹੜ੍ਹਾਂ ਦੇ ਬਾਰੇ ਸਾਡੀ ਇੱਕ ਹੋਲਿਸਟਿਕ ਅੰਡਰਸਟੈਂਡਿੰਗ ਬਣੇ। ਹੜ੍ਹਾਂ ਦੀ ਕਹਾਣੀ ਕੌਮਾਂਤਰੀ ਪੱਧਰ ਦੇ ਉੱਤੇ ਕੀ ਹੈ, ਜਾਂ ਕੁਦਰਤ ਕੌਮਾਂਤਰੀ ਪੱਧਰ ਦੇ ਉੱਤੇ ਕਿੰਨਾ ਪ੍ਰਭਾਵਿਤ ਹੋ ਰਹੀ ਹੈ, ਜਾਂ ਜੀਓ ਪੋਲੀਟਿਕਸ ਦੇ ਅੰਦਰ ਕੀ ਡਿਸਕਸ ਹੋ ਰਿਹਾ ਨੇਚਰ ਨੂੰ ਲੈ ਕੇ। ਔਰ ख़ास ਤੌਰ ਦੇ ਉੱਤੇ ਜਿਸ ਦੌਰ 'ਚ ਗਲੋਬਲ ਵਾਰਮਿੰਗ ਦੀ ਗੱਲ ਹੁੰਦੀ ਹੋਵੇ, ਕਿਉਂਕਿ ਜੀਓ ਪੋਲੀਟਿਕਸ 'ਚੋਂ ਪੁਆਇੰਟ ਹੁੰਦੇ ਨੇ ਜਿੱਥੋਂ ਖੜੇ ਹੋ ਕੇ ਤੁਸੀਂ ਆਪਦੀਆਂ ਅਗਲੀਆਂ ਜਿੱਤਾਂ ਨੂੰ ਤੈਅ ਕਰ ਦਿਓਗੇ। ਉਹਦੇ ਬਾਵਜੂਦ ਇਹ ਸਾਰੀ ਡਿਸਕਸ਼ਨ ਦੇ ਅੰਦਰੋਂ ਉਹ ਚੀਜ਼ਾਂ ਗਾਇਬ ਨੇ। ਤਾਂ ਸਾਡੇ ਨਾਲ ਅੱਜ ਉਹ ਸ਼ਖਸ ਨੇ ਜਿਹੜੇ ਇਹ ਗੱਲਾਂ ਨੂੰ, ਜਾਂ ख़ास ਤੌਰ ਦੇ ਉੱਤੇ ਪਿਛਲਾ ਇੱਕ ਲੰਮਾ ਸਮਾਂ ਉਹਨਾਂ ਨੇ ਨੇਚਰ ਦੇ ਨਾਲ, ਖੇਤੀ ਦੇ ਨਾਲ, ਕੁਦਰਤ ਦੇ ਨਾਲ, ਔਰ ਭਾਰਤ ਦਾ ਮੈਂ ਕਹਾਂ ਕੌਮਾਂਤਰੀ ਚਿਹਰਾ, ਭਾਰਤ ਦਾ ਦੁਨੀਆ 'ਚ ਇੱਕ ਚਿਹਰਾ ਜਿਹੜਾ ਨੇਚਰ ਦੇ ਉੱਤੇ ਗੱਲ ਕਰਦਾ ਰਿਹਾ, ਦਵਿੰਦਰ ਸ਼ਰਮਾ ਜੀ। ਤੁਸੀਂ ਕਿਸਾਨ ਅੰਦੋਲਨ ਵੇਲੇ ਸਭ ਨੇ ਸੁਣਿਆ ਉਹਨਾਂ ਨੂੰ, ਔਰ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਇਹ ਕਹਾਣੀ ਕਿਵੇਂ ਅੱਗੇ ਤੁਰੇ। ਜਿਵੇਂ ਮੈਂ ਕਹਿ ਰਿਹਾ ਹੈਗਾ ਕਿ ਸਾਨੂੰ ਸ਼ਾਰਟ ਮੈਮਰੀਜ਼ ਨਹੀਂ ਰੱਖਣੀ ਚਾਹੀਦੀ ਕਿ ਠੀਕ ਹੈ ਹੁਣ ਹੋ ਗਿਆ, ਫਿਰ ਜਦੋਂ ਹੋਣਗੇ ਫਿਰ ਅਸੀਂ ਤਰਾ ਕਰਾਂਗੇ। ਹੁਣੇ ਅਸੀਂ ਕਿਉਂ ਇਹ ਡਿਸਕਸ ਨਹੀਂ ਕਰਦੇ ਕਿ ਸਾਡੀਆਂ ਸਰਕਾਰਾਂ ਕੋਲ ਕੋਈ ਮਾਡਲ ਹੋਵੇ, ਸਾਡੇ ਸਿਸਟਮ 'ਤੇ ਪ੍ਰੈਸ਼ਰ ਹੋਵੇ, ਸਾਡੀ ਡਿਸਕਸ਼ਨ ਦਾ, ਸਾਡੀਆਂ ਚਰਚਾਵਾਂ ਦਾ, ਸਾਡੀ ਸੰਗਤ ਦਾ ਹਿੱਸਾ ਹੋਵੇ ਬਹਿਸ ਮੁਹਾਵਸਾ, ਤਾਂ ਹੀ ਚੀਜ਼ਾਂ ਅੱਗੇ ਠੀਕ ਹੋਣਗੀਆਂ। ਸਵਾਗਤ ਕਰਦੇ ਹਾਂ ਸ਼ਰਮਾ ਜੀ ਦਾ। ਸਵਾਗਤ ਹੈ ਸਰ, ਬਹੁਤ ਬਹੁਤ ਧੰਨਵਾਦ ਸਰ। ਅਸੀਂ ਲਗਾਤਾਰ ਆਈਡੀਆ ਆਫ ਪੰਜਾਬ ਇੱਕ ਸੀਰੀਜ਼ ਜਿਹੜੀ ਹੈਗੀ ਨੇਚਰ ਨੂੰ ਲੈ ਕੇ ਅਸੀਂ ਉਹ 'ਚ ਡਿਸਕਸ ਕਰ ਰਹੇ ਹਾਂਗੇ ਕਿ ਕਹਾਣੀ ਹੈ ਕੀ ਹੈਗੀ। ਅਸੀਂ ਕਈ ਵਾਰ ਜ਼ਿਆਦਾ ਸਾਡਾ ਸੁਭਾਅ ਦਾ ਹਿੱਸਾ ਘਟਨਾਵਾਂ ਨੂੰ ਤਾਂ ਡਿਸਕਸ ਕਰਦੇ ਹਾਂ, ਜਿਹੜਾ ਇੱਕ ਹੋਲਿਸਟਿਕ ਐਂਗਲ ਆਉਂਦਾ ਗਾ ਉਹ ਸਾਡੇ ਤੋਂ ਮਿਸ ਹੋ ਜਾਂਦਾ ਗਾ। ਅਤੇ ਉਹ ਮਿਸ ਹੋਣ ਕਰਕੇ ਅਸੀਂ ਪੂਰੀ ਸਮੱਸਿਆ ਨੂੰ ਜੜ ਤੋਂ ਸਮਝਣ ਦੀ, ਜਾਂ ਉਹਨੂੰ ਇੱਕ ਦੀ ਤਾਰ ਦੂਜੀ ਨਾਲ ਕਿਵੇਂ ਜੁੜਦੀ ਹੈ, ਦੂਜੀ ਦੀ ਤਾਰ ਤੀਜੇ ਨਾਲ ਜਿਵੇਂ ਜੁੜਦੀ ਹੈ, ਹੜ੍ਹਾਂ ਦੀ ਤਾਰ ਕਾਰਪੋਰੇਟ ਨਾਲ ਕਿਵੇਂ ਜੁੜਦੀ ਹੈ, ਕਾਰਪੋਰੇਟ ਦੀ ਤਾਰ ਅੱਗੇ ਨੇਚਰ ਨੂੰ ਸ਼ੋਸ਼ਿਤ ਕਰਨਾ ਕਿਵੇਂ ਜੁੜਦੀ ਹੈ, ਉਹ ਅਸੀਂ ਨਹੀਂ ਜੋੜ ਪਾਉਂਦੇ, ਜੋ ਫਿਰ ਸਾਰੀਆਂ ਸਮੱਸਿਆਵਾਂ ਅੱਗੇ ਉਵੇਂ ਹੀ ਪਈਆਂ ਰਹਿੰਦੀਆਂ ਨੇ। ਤਾਂ ਮੈਂ ਸਭ ਤੋਂ ਪਹਿਲਾਂ ਪੁੱਛੂੰਗਾ, ਤੁਸੀਂ ਇਹ ਦੇਖਿਆ ਪਿਛਲੇ ਦਿਨਾਂ ਦਾ ਮਾਹੌਲ, ਇਹ ਮਾਹੌਲ ਦੇਖ ਕੇ ਤੁਹਾਨੂੰ ਲੱਗਿਆ ਕੀ? ਮਤਲਬ ਜੋ ਤੁਸੀਂ ਸਾਰਾ ਦੇਖ ਰਹੇ ਹੋਵੋਗੇ ਟੀਵੀ, ਤੁਸੀਂ ਬਾਹਰ ਵੀ ਰਹੇ ਹੋਵੋਗੇ, ਇੱਥੇ ਵੀ ਸੀਗੇ, ਕੀ ਲੱਗਿਆ ਤੁਹਾਨੂੰ ਪੰਜਾਬ ਨਾਲ ਕੀ ਹੋ ਰਿਹਾ ਹੈ, ਜਾਂ ਸਾਡੇ ਇਸ ਖਿੱਤੇ ਨਾਲ ਕੀ ਹੋ ਰਿਹਾ ਹੈ, ਜਿਸ 'ਚ ਹਿਮਾਚਲ ਆ, ਹਰਿਆਣਾ, ਪੰਜਾਬ ਆ, ਰਾਜਸਥਾਨ ਆ, ਪੱਛਮੀ ਉੱਤਰ ਪ੍ਰਦੇਸ਼ ਹੈ? ਯਾਦਵਿੰਦਰ ਜੀ, ਤੁਸੀਂ ਇੱਕ ਸ਼ੁਰੂਆਤ 'ਚ ਇੱਕ ਬਹੁਤ ਮਹੱਤਵਪੂਰਨ ਗੱਲ ਬੋਲੀ ਸੀਗੀ। ਤੁਸੀਂ ਇਹ ਕਿਹਾ ਸੀਗਾ ਕਿ ਬਈ 4, 5, 6, 7 ਦਿਨ ਸਾਡੀ ਉਹਦਾ ਫੋਕਸ ਰਹਿੰਦਾ ਹੈਗਾ, ਉਹਦੇ ਬਾਅਦ ਅਸੀਂ ਭੁੱਲ ਜਾਂਦੇ ਹੈਗੇ ਹਾਂ। ਪਬਲਿਕ ਮੈਮਰੀ ਇਜ਼ ਵੈਰੀ ਸ਼ਾਰਟ, ਤਾਂ ਅਸੀਂ ਜਾਣਦੇ ਹਾਂ। ਪਰ ਜੋ ਤੁਸੀਂ ਕਿਹਾ ਨਾ ਕਿ ਹੁਣ ਜਿਹੜਾ ਮਾਹੌਲ ਸੀਗਾ ਇਸ ਸਮੇਂ, ਔਰ ਉਹਨੂੰ ਕਿਸ ਤਰ੍ਹਾਂ ਅਸੀਂ ਪਰਸੀਵ ਕਰਦੇ ਹਾਂ ਜਾਂ ਦੇਖਦੇ ਹਾਂ, ਜਾਂ ਅੱਗੇ ਦੇਖਣਾ ਚਾਹੁੰਦੇ ਹਾਂ ਕਿ ਵੀ ਇਹ ਜਾਂ ਗੱਲ ਨਾ ਹੋਏ ਕਦੀ। ਮੈਨੂੰ ਲੱਗਦਾ ਕੋਈ ਪਹਿਲੀ ਵਾਰ ਤਾਂ ਨਹੀਂ ਹੋਇਆ ਨਾ ਆਪਣੇ ਕੋਲ। ਜਦ ਕੇਦਾਰਨਾਥ ਦੇ ਫਲੱਡਸ ਆਏਗੇ ਤਾਂ ਵੀ ਅਸੀਂ ਗੱਲਾਂ ਕੀਤੀਆਂ, ਔਰ ਇਹੀ ਕਿਹਾ ਕਿ ਬਈ ਇਹ ਨਹੀਂ ਹੋਣਾ ਚਾਹੀਦਾ ਹੈਗਾ, ਇਹਦੇ ਵਾਸਤੇ ਇਹ ਸਾਨੂੰ ਕੌਸ਼ੀਅਸ ਔਰ ਕੇਅਰਫੁਲ ਆਪਣੇ ਆਪ ਨੂੰ ਰੱਖਣਾ ਹੈਗਾ, ਜਾਂ ਪ੍ਰੀਕਾਸ਼ਨਰੀ ਅਪਰੋਚ ਜੋ ਵੀ ਹੈਗੀ ਹੈ ਨਾ ਜੀ। ਫਿਰ ਤੁਹਾਨੂੰ ਯਾਦ ਹੋਏਗਾ ਕਿ ਸ਼੍ਰੀਨਗਰ ਦੇ ਫਲੱਡਸ ਆਏ ਸੀਗੇ, ਉਹਦੇ ਬਾਰੇ ਵੀ ਅਸੀਂ ਇਹੀ ਗੱਲਾਂ ਕੀਤੀਆਂ ਸੀਗੀਆਂ। ਹੁਣ ਹਿਮਾਚਲ ਦੇ ਫਲੱਡਸ ਪੰਜਾਬ ਹਰਿਆਣਾ 'ਚ, ਲੇਕਿਨ ਜਿਹੜਾ ਹਿਮਾਚਲ 'ਚ ਤਬਾਹੀ ਹੋਈ ਹੈ ਸਭ ਨੇ ਦੇਖੀ ਹੈ। ਔਰ ਦੇਖੋ ਇਤਫਾਕ ਦੀ ਗੱਲ ਹੈ, ਮੈਂ ਉਸ ਆਪਣੇ ਇੱਕ ਲੇਖ 'ਚ ਲਿਖਿਆ ਸੀਗਾ, ਉਹੀ ਜਦ ਤੁਸੀਂ ਗੱਲ ਕਰ ਰਹੇ ਹੋ, ਮੈਂ ਇੱਕ ਲੇਖ ਲਿਖਿਆ ਸੀਗਾ ਕਿ 4-5 ਦਿਨ ਦੀ ਗੱਲ ਹੈ, ਜਿਸ ਦਿਨ ਪਾਣੀ ਥੱਲੇ ਉਤਰ ਜਾਏਗਾ ਸਭ ਨੇ ਭੁੱਲ ਜਾਣਾ, ਇਟ ਵਿਲ ਬੀ ਬਿਜ਼ਨਸ ਐਜ਼ ਯੂਜੂਅਲ। ਹੁਣ ਤੁਸੀਂ ਦੇਖੋ ਕਿ 2 ਦਿਨ ਪਹਿਲੇ ਹੀ ਜਾਂ 2 ਦਿਨ ਦੇ ਵਿੱਚ ਹੀ ਲੋਕ ਸਭਾ ਨੇ ਇੱਕ ਬਿੱਲ ਪਾਰਿਤ ਕਰਤਾ ਹੈਗਾ, ਆਪਾਂ ਜਾਣਦੇ ਹੈਗੇ, ਜਿਹੜਾ ਫੋਰੈਸਟ ਕੰਜ਼ਰਵੇਸ਼ਨ ਐਕਟ ਦਾ ਅਮੈਂਡਮੈਂਟ ਹੈ। ਮੈਨੂੰ ਲੱਗਦਾ ਸੀਗਾ ਕਿ ਇਹ ਜਿਹੜੀ ਤਰਾਸਦੀ ਹੋਈ ਹੈ ਹੁਣ, ਇਹ ਤੋਂ ਇੱਕ ਸਭ ਤੋਂ ਬੜਾ ਸਬਕ ਪਾਲਿਸੀ ਮੇਕਰਸ ਨੂੰ ਮਿਲੇਗਾ ਕਿ ਬਈ ਜਿਹੜਾ ਗਲਤੀ ਕਰਨ ਜਾ ਰਹੇ ਸੀਗੇ, ਜਾਂ ਜਿਹਦੇ ਉੱਪਰ ਸਵਾਲ ਇੰਨੇ ਉੱਠ ਰਹੇ ਸੀਗੇ, ਉਹਦੇ ਉੱਪਰ ਇੱਕ ਰੀਥਿੰਕਿੰਗ ਹੁੰਦੀ। ਲੇਕਿਨ ਤੁਸੀਂ ਦੇਖੋ ਵਿਦਾਊਟ ਐਨੀ ਕੀ ਕਹਿੰਦੇ ਉਹਦੇ ਵਿੱਚ ਕੋਈ ਨੁਕਤਾਚੀਨੀ ਕੱਢ ਕੇ ਉਹ ਲੋਕ ਸਭਾ ਨੇ ਇੱਕ ਵੌਇਸ ਵੋਟ 'ਚ ਪਾਸ ਕਰਤਾ ਔਰ ਉਹ ਚਲਾ ਗਿਆ ਨਾ, ਰਾਜ ਸਭਾ ਵਿੱਚ ਜਾਏਗਾ। ਲੇਕਿਨ ਇੰਟਰਸਟਿੰਗ ਗੱਲ ਕੀ ਹੈ ਸਰ, ਕਿ ਫੋਰੈਸਟ ਸਰਵੇ ਆਫ ਇੰਡੀਆ ਕਹਿੰਦਾ ਕਿ ਜੇ ਇਹ ਬਿੱਲ ਆ ਗਿਆ ਤਾਂ 28% ਜਿਹੜਾ ਫੋਰੈਸਟ ਦਾ ਰਕਬਾ ਹੈਗਾ ਹਿੰਦੁਸਤਾਨ ਦਾ, ਉਹ ਇਫੈਕਟ ਹੋ ਜਾਏਗਾ।
ਪਹਿਲੇ ਹੀ ਆਲਰੇਡੀ 5 ਸਾਲ ਵਿੱਚ ਅਸੀਂ ਤਕਰੀਬਨ 86,000 ਹੈਕਟੇਅਰ ਜਿਹੜੀ ਫੋਰੈਸਟ ਦਾ ਏਰੀਆ ਉਹ ਅਸੀਂ ਖਤਮ ਕਰ ਚੁੱਕੇ ਹਾਂ ਕਰ ਚੁੱਕੇ ਹਾਂ। ਹੁਣ ਤੁਹਾਡੇ ਸਾਹਮਣੇ ਇੱਕ ਇਹ ਪੋਜੀਸ਼ਨ ਆ ਰਹੀ ਹੈ, ਉਹਦੇ ਵਿੱਚ ਇੱਕ ਇਹ ਵੀ ਆਰਗੂਮੈਂਟ ਹੈਗਾ ਜਾਂ ਇੱਕ ਉਹ 'ਚ ਇਹ ਵੀ ਪ੍ਰੋਵੀਜ਼ਨ ਹੈਗਾ ਕਿ 100 ਸਾਲ ਦੇ ਬਾਰਡਰ ਜਿੱਥੇ ਵੀ ਤੁਹਾਡੇ ਹੈਗੇ ਹਿੰਦੁਸਤਾਨ ਦੇ, ਉਹਦੇ ਪਿੱਛੇ ਤੁਹਾਨੂੰ 100 ਕਿਲੋਮੀਟਰ, 100 ਸਾਲ ਨਹੀਂ 100 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਤੁਹਾਡਾ, ਉਹਦੇ ਉੱਪਰ ਕੁਝ ਵੀ ਹੋ ਸਕਦਾ ਹੈ। ਦੇयर इज़ नो नीड टू टेक ए परमिशन एंड सो ऑन एंड सो फोर्थ। ਉਹ ਜਿਹੜੇ ਇਨਵਾਇਰਮੈਂਟਲ ਜਿਹੜੇ ਸਟੈਪਸ ਲੈਣੇ ਚਾਹੀਦੇ ਹੈਗੇ, ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ। ਐਂਡ ਦੀਜ਼ ਆਰ ਦੀ ਫਰਜਾਈਲ ਏਰੀਆਜ਼। ਦੇਖੋ ਨਾ, ਹੁਣ ਚਾਹੇ ਹਿਮਾਚਲ ਪ੍ਰਦੇਸ਼ ਹੋਏ, ਉੱਤਰਾਖੰਡ ਹੋਏ, ਜਾਂ ਸਾਰਾ ਹਿਮਾਲਿਆਜ਼ ਦਾ ਰੀਜਨ ਹੋਏ, ਪਲੱਸ ਆਪਣੇ ਈਵਨ ਜਿਹੜੇ ਪਾਕਿਸਤਾਨ ਦੇ ਏਰੀਆਜ਼ ਹੈਗੇ, ਦੇਰ ਆਲ ਫਰਜਾਈਲ ਏਰੀਆਜ਼ ਹੈ ਨਾ ਜੀ। ਉਹਨਾਂ ਦੇ ਉੱਪਰ ਤੁਸੀਂ ਤਿਆਰ ਬੈਠੇ ਹੋ ਦੁਬਾਰਾ ਉਹੀ ਗਲਤੀ ਕਰਨ ਨੂੰ ਜਿਹਦੇ ਪਿੱਛੇ ਅਸੀਂ ਅੱਜ ਸਾਰੇ ਅਲਰਟ ਹੈਗੇ ਹਾਂ। ਜਾਂ ਤੁਸੀਂ ਆਪਣੇ ਆਮ ਸ਼ੋਰ ਸੀਰੀਜ਼ ਵਿੱਚ ਲੈ ਕੇ ਆਏ ਹੋਗੇ, ਤੁਹਾਡੇ ਸਪੀਕਰਸ ਨੇ ਦੱਸਿਆ ਹੋਏਗਾ ਕਿ ਵੀ ਸਾਨੂੰ ਇਹ ਜਿਹੜੇ ਪ੍ਰਾਵਧਾਨ ਕਰਨੇ ਹੈਗੇ, ਉਹਨਾਂ ਵਿੱਚ ਫੋਰੈਸਟ ਨੂੰ ਕਿਸ ਤਰ੍ਹਾਂ ਬਚਾਉਣਾ ਹੈਗਾ, ਇਕੋਸਿਸਟਮ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ, ਬਾਇਓਡਾਇਵਰਸਿਟੀ, ਇਹ ਸਾਰੀ ਗੱਲਾਂ ਹੋਈਆਂ ਹੈ ਨਾ ਜੀ। ਲੇਕਿਨ ਫਿਰ ਵੀ ਅਸੀਂ ਉਹੀ ਗਲਤੀ ਕਰ ਰਹੇ ਹੈਗੇ। ਤਾਂ ਕਦ ਅਸੀਂ ਸਿੱਖਾਂਗੇ? ਦੈਟ ਇਜ਼ ਵਨ ਸਟਰੋਂਗ ਕਲੀਅਰ ਮੈਸੇਜ। ਇਹਦਾ ਮਤਲਬ ਹੈ ਕਿ ਇਹ ਜਿਹੜੀ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ। ਨੋਬਡੀ ਇਜ਼ ਇੰਟਰਸਟਿਡ, ਇਟ ਇਜ਼ ਅਗੇਨ ਬਿਜ਼ਨਸ ਐਜ਼ ਯੂਜੁਅਲ। ਹਿਮਾਚਲ ਪ੍ਰਦੇਸ਼ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਬਈ ਬਹੁਤ ਜ਼ਬਰਦਸਤ ਇਸ ਵਾਰੀ ਤਬਾਹੀ ਹੋਈ ਹੈਗੀ ਹੈ, ਔਰ ਇੱਕ ਸਬਕ ਲੈਣਾ ਚਾਹੀਦਾ ਸੀਗਾ। ਤੁਸੀਂ ਦੇਖੋ ਕਿ ਇੱਕ ਸ਼ਿਮਲਾ ਡਿਵੈਲਪਮੈਂਟ ਪਲਾਨ ਚੱਲ ਰਿਹਾ ਹੈਗਾ। ਮੈਂ ਆਪਣੇ ਆਰਟੀਕਲ ਲਿਖਿਆ ਸੀਗਾ ਕਿ 2 ਤੁਹਾਡੇ ਸਟੈਪਸ ਹੋਣੇ ਚਾਹੀਦੇ, ਚੈੱਕ ਜਿਹਨੂੰ ਕਹਿੰਦੇ ਦੇਖਣ ਵਾਸਤੇ, ਅਸੈਸਮੈਂਟ ਕਰਨ ਵਾਸਤੇ ਕਿ ਬਈ ਆਪਾਂ ਕੁਝ ਸਮਝੇ ਵੀ ਹੈਗੇ ਕਿ ਨਹੀਂ ਸਮਝੇ ਹੈਗੇ। ਪਹਿਲਾ ਤਾਂ ਸੀਗਾ ਫੋਰੈਸਟ ਐਕਟ ਜੀ, ਦੂਜਾ ਲੁੱਕ ਐਟ ਸ਼ਿਮਲਾ ਡਿਵੈਲਪਮੈਂਟ ਪਲਾਨ। ਇਹ ਤਾਂ ਸ਼ਿਮਲਾ ਦੀ ਗੱਲ ਹੈ, ਹਿਮਾਚਲ ਪ੍ਰਦੇਸ਼ ਦੀ ਗੱਲ ਹੈ। ਸ਼ਿਮਲਾ ਡਿਵੈਲਪਮੈਂਟ ਪਲਾਨ ਅਗੇਨ ਹੈਜ਼ ਏ ਕੰਟੈਂਸ਼ੀਅਸ ਕਲੌਜ਼, ਜਿਹਦੇ ਵਿੱਚ ਬਹੁਤ ਸਾਰੀ ਓਬਜੈਕਸ਼ਨ ਹੋਈਆਂ ਹੈਗੀਆਂ ਕਿ 17 ਗ੍ਰੀਨ ਜ਼ੋਨਸ ਨੂੰ, ਹੁਣ ਸ਼ਿਮਲਾ ਨੂੰ ਐਕਸਪੈਂਡ ਕਰਨਾ, 17 ਗ੍ਰੀਨ ਜ਼ੋਨ ਜਿਹੜੇ ਗ੍ਰੀਨ ਬੈਲਟ ਹੈਗੇ ਆ, ਉਹਨੂੰ ਔਖਾ ਜਾਏਗਾ। ਪਰ ਤੁਸੀਂ ਦੇਖੋਗੇ ਕਿਤੇ ਚਰਚਾ ਨਹੀਂ ਹੋਏਗੀ, ਕਿਤੇ ਚਰਚਾ ਨਹੀਂ ਹੋਏਗੀ ਕਿ ਬਈ ਇਹ ਸਾਨੂੰ ਨਹੀਂ ਕਰਨਾ ਚਾਹੀਦਾ, ਜਾਂ ਲੈਟ ਅਸ ਹੈਵ ਅ ਰੀਥਿੰਕਿੰਗ ਔਨ ਦਿਸ ਕਿ ਬਈ ਕਿਸ ਫਾਰਮ 'ਚ ਕਰੀਏ ਜਾਂ ਨੁਕਸਾਨ ਜ਼ਿਆਦਾ ਨਾ ਹੋਏ, ਆਲ ਦੋਜ਼ ਕਾਈਂਡ ਆਫ ਥਿੰਗਸ। ਆਈ ਐਮ ਸ਼ੋਰ ਯੂ ਵਿਲ ਐਗਰੀ। ਲੇਕਿਨ ਇਹ ਨਹੀਂ ਹੋਇਆ। ਇਹਦਾ ਮਤਲਬ ਸਾਡੀ ਸਮਾਜ ਨੇ, ਮੈਂ ਸਮਾਜ ਦੀ ਗੱਲ ਕਰ ਰਿਹਾ, ਆਈ ਐਮ ਇਨਕਲੂਡਿੰਗ ਪੋਲੀਟੀਸ਼ੀਅਨਸ ਐਂਡ ਪੋਲਿਸੀ ਮੇਕਰਸ ਆਲਸੋ ਇਨ दैट, ਕਿਤੇ ਸਬਕ ਲਿਆ ਹੀ ਨਹੀਂ ਹੈ, ਨਾ ਹੀ ਕੋਈ ਇੰਟਰਸਟਿਡ ਹੈ। ਸੋ ਇਹ ਬੜੇ ਅਫਸੋਸ ਹੈ ਕਿ ਸੋਸਾਇਟੀ ਵਿੱਚ ਕੀ ਹੋ ਗਿਆ ਕਿ ਵੀ ਥਿੰਕ ਕਿ ਇਹ ਜਿਹੜੇ ਜੋ ਵੀ ਹੋ ਰਿਹਾ ਹੈਗਾ, ਇਹ ਕਿਤੇ ਥੋੜ੍ਹਾ ਜਿਹਾ ਕਿਤੇ ਇਹ ਜਾਂ ਕੋਈ ਇੰਟਰਵੈਂਸ਼ਨ ਹੋ ਗਈ ਹੈ। ਲੈਟ ਅਸ ਓਵਰਕਮ ਇਟ ਐਂਡ ਅੱਗੇ ਜਿਹੜੀ ਲਾਈਫ ਹੈ ਉਸ ਤਰ੍ਹਾਂ ਚੱਲੇ, ਜਿਹਨੂੰ ਮੈਂ ਕਹਿ ਰਿਹਾ ਸੀਗਾ ਕਿ ਬਿਜ਼ਨਸ ਐਜ਼ ਯੂਜੁਅਲ। ਸੋ ਵੀ ਹੈਵਨਟ ਡਰਾਨ ਐਨੀ ਲੈਸਨ ਫਰੋਮ ਆਲ ਦੀ ਕ੍ਰਾਈਸਿਸ ਦੈਟ ਵੀ ਆਰ ਟਾਕਿੰਗ, ਇਨਕਲੂਡਿੰਗ ਜਿਹੜਾ ਹੁਣ ਦਾ ਕ੍ਰਾਈਸਿਸ। ਜਦੋਂ ਸਰ ਇਹ ਗੱਲ ਹੋ ਰਹੀ ਹੋਵੇ ਕਿ ਅਸੀਂ ਪੂਰੀ ਦੁਨੀਆ 'ਚ ਅਰਥ ਸਮਿਟਸ ਕਰ ਰਹੇ ਹਾਂਗੇ, ਅਸੀਂ ਪੂਰੀ ਦੁਨੀਆ ਦੇ ਅੰਦਰ ਇਹ ਕਹਿ ਰਹੇ ਹਾਂ ਕਿ ਇਹ ਗ੍ਰਹਿ ਰਹਿਣ ਲਾਇਕ ਨਹੀਂ ਬਚਿਆ ਹੈਗਾ, ਇਹ ਗ੍ਰਹਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਧਰਤੀ ਹੈਗਾ, ਉਹ ਤੋਂ ਅਸੀਂ ਮੰਗਲ ਦੀਆਂ ਗੱਲਾਂ ਕਰ ਰਹੇ ਹਾਂ, ਮੂਨ ਦੀਆਂ ਗੱਲਾਂ ਚੱਲ ਰਹੀਆਂ ਨੇ। ਉਦੋਂ ਫਿਰ ਐਂ ਕਿਉਂ ਨਹੀਂ ਹੈਗਾ ਸਰ, ਤੁਸੀਂ ਤਾਂ ਇੰਟਰਨੈਸ਼ਨਲੀ ਘੁੰਮਦੇ ਹੋ, ਕਿ ਇਸ ਤਰ੍ਹਾਂ ਦਾ ਕੋਈ ਮਾਪਦੰਡ ਬਣਨ ਜਿਹੜੀਆਂ ਲੋਕਲ ਸਰਕਾਰਾਂ ਤੋਂ ਲੈ ਕੇ ਦੇਸ਼ਾਂ ਦੀਆਂ ਸਰਕਾਰਾਂ ਤੋਂ ਲੈ ਕੇ, ਉਹ ਅੰਡਰਸਟੈਂਡਿੰਗ ਕਿਉਂ ਨਹੀਂ ਬਿਲਡ ਹੁੰਦੀ ਆ? ਹੁਣ ਅਮਰੀਕਾ ਵੀ ਉਹਦੀ ਤਬਾਹੀ, ਮਤਲਬ ਅਸੀਂ ਦੇਖਦੇ ਹਾਂ ਕਿ ਹਾਂ ਅਮਰੀਕਾ 'ਚ ਬਹੁਤ ਤਬਾਹੀ ਹੋ ਰਹੀ ਹੈ। ਨਹੀਂ, ਅਮਰੀਕਾ ਪਰਵਾਹ ਹੀ ਨਹੀਂ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਪਰਵਾਹ ਨਹੀਂ ਕੀਤੀ ਉਹਨਾਂ ਸਮਿਟਸ। ਠੀਕ ਹੈ ਸਰ। ਦੇਖੋ ਇਹੀ ਗੱਲ ਬੜੀ ਜੇ ਤੁਸੀਂ ਇੰਟਰਸਟਿੰਗ ਗੱਲ ਪੁੱਛੀ ਕਿ ਚਾਹੇ ਇੰਟਰਨੈਸ਼ਨਲ ਹੋਏ, ਚਾਹੇ ਨੈਸ਼ਨਲ ਹੋਏ, ਚਾਹੇ ਲੋਕਲ ਹੋਏ, ਅਗਰ ਤੁਸੀਂ ਉਹਨਾਂ ਨੂੰ ਜੋੜੋ ਤਾਂ ਇੱਕੋ ਹੀ ਚੀਜ਼ ਜਿਹੜੀ ਚੱਲ ਰਹੀ ਹੈ ਕਿ ਬਈ ਸਾਨੂੰ ਇਕਨੋਮਿਕ ਗਰੋਥ ਚਾਹੀਦੀ ਹੈਗੀ ਹੈ। everyone is sold on to this idea ਕਿ ਇਕਨੋਮਿਕ ਗਰੋਥ ਨਹੀਂ ਹੋਏਗੀ ਤਾਂ ਵਿਕਾਸ ਨਹੀਂ ਹੋਏਗਾ। ਹਾਂਜੀ, ਜਦ ਇਹ ਇੱਕ ਤਾਂ ਤੁਹਾਡਾ ਪ੍ਰੀਐਂਬਲ ਬਣ ਚੁੱਕਿਆ ਸਾਡੇ ਸਭ ਦੇ ਮਾਈਂਡ ਵਿੱਚ, ਜਾਣੇ ਅਣਜਾਣੇ ਵਿੱਚ ਜੋ ਵੀ ਕਹੀਏ ਆਪਾਂ। ਲੇਕਿਨ ਤੁਸੀਂ 2-3 ਦਿਨ ਦੀ ਸਟੇਟਮੈਂਟ ਦੇਖੋ, ਯੂਨਾਈਟਿਡ ਨੇਸ਼ਨ ਦੇ ਜਿਹੜੇ ਚੀਫ ਹੈਗੇ ਉਹਨਾਂ ਦੀ ਸਟੇਟਮੈਂਟ ਦੇਖੀ ਵੀ ਗਲੋਬਲ ਵਾਰਮਿੰਗ ਦਾ ਐਰਾ ਖਤਮ ਹੋ ਗਿਆ, ਹੁਣ ਗਲੋਬਲ ਬੋਇਲਿੰਗ ਦਾ ਐਰਾ ਸ਼ੁਰੂ ਹੋਇਆ। ਕਿਤੇ ਗੱਲ ਹੋ ਰਹੀ ਹੈ? ਦੇਖੋ ਨਾ, ਯੂਨਾਈਟਿਡ ਨੇਸ਼ਨ ਦੇ ਚੀਫ ਨੇ ਗੱਲ ਕਹੀ ਹੈਗੀ ਕਿ ਗਲੋਬਲ ਵਾਰਮਿੰਗ, ਆਪਾਂ ਵੀ ਦੁਨੀਆ 'ਚ ਗਲੋਬਲ ਵਾਰਮਿੰਗ ਦੀ ਗੱਲ ਚੱਲਦੀ, ਜਦ ਵੀ ਆਪਾਂ ਕਹਿੰਦੇ ਹਾਂ ਮੌਸਮ ਖਰਾਬ ਹੋ ਗਿਆ ਗਲੋਬਲ ਵਾਰਮਿੰਗ ਕਰਕੇ ਸੀਗਾ ਜੀ, ਹੈ ਨਾ ਜੀ। ਲੇਕਿਨ ਉਹ ਕਹਿ ਰਿਹਾ ਕਿ ਗਲੋਬਲ ਵਾਰਮਿੰਗ ਤਾਂ ਖਤਮ ਹੋ ਗਈ ਹੈ, ਨਾਓ ਵੀ ਹੈਵ ਮੂਵਡ ਔਨ ਟੂ ਦੀ ਨੈਕਸਟ ਸਟੇਜ ਗਲੋਬਲ ਬੋਇਲਿੰਗ। ਹੁਣ ਤਾਂ ਦੇਖੋ ਜੂਨ ਦਾ ਜਿਹੜਾ ਮਹੀਨਾ ਗਿਆ ਹੈਗਾ, ਇਹ ਸ਼ਤਾਬਦੀ ਵਿੱਚ ਜਾਂ ਸੈਂਚੁਰੀ ਵਿੱਚ ਜਾਂ ਤੁਸੀਂ ਜਦ ਤੋਂ ਸ਼ੁਰੂਆਤ ਹੋਈ ਸਭ ਤੋਂ ਗਰਮ ਸੀਗਾ। ਇਹ ਐਕਸਪੈਕਟਡ ਹੈ ਕਿ ਜੁਲਾਈ ਜਿਹੜਾ ਮਹੀਨਾ ਹੈਗਾ ਇਹ ਉਹ ਤੋਂ ਵੀ ਗਰਮ ਹੋਏਗਾ, ਜਦੋਂ ਕਿ ਹੜ੍ਹ ਆ ਰਹੇ ਨੇ, ਜਦੋਂ ਕਿ ਇੱਥੇ ਹੜ੍ਹ ਆ ਰਹੇ ਹੈਗੇ। ਦੈਟ ਇਜ਼ ਵਾਟ ਗਲੋਬਲ ਵਾਰਮਿੰਗ ਦੇ ਸਿਸਟਮ ਵਿੱਚ ਹੈ ਨਾ, ਕਿ ਕਿਤੇ ਕਿਤੇ ਸਾਈਕਲੋਨ बढ़ਣਗੇ, ਕਿਤੇ ਕਿਤੇ ਮੌਨਸੂਨ ਦੀ ਜਿਹੜੀ ਐਬਰੇਸ਼ਨ ਉਹ ਇਸ ਤਰ੍ਹਾਂ ਹੋਣਗੀਆਂ, ਇਹ ਸਾਰੀ ਗੱਲਾਂ ਉਹ 'ਚ ਹੈਗੀਆਂ। ਹਾਂਜੀ, ਪਲੱਸ ਸਨੋ ਮੈਲਟਿੰਗ ਹੋ ਰਹੀ ਆ, ਆਈਸ ਦੀ ਮੈਲਟਿੰਗ ਹੋ ਰਹੀ ਆ, ਟੈਂਪਰੇਚਰ ਵੱਧ ਰਿਹਾ ਹੈਗਾ, ਪਲੱਸ ਤੁਹਾਡਾ ਸੀ ਦੀ ਰਾਈਜ਼ ਵੱਧ ਰਹੀ ਹੈਗੀ ਹੈ, ਸੀ ਦਾ ਟੈਂਪਰੇਚਰ ਵੱਧ ਰਿਹਾ, ਆਲ ਦੋਜ਼ ਕਾਈਂਡ ਆਫ ਥਿੰਗਸ ਆਪਾਂ ਸਭ ਜਾਣਦੇ ਹੀ ਹੈਗੇ ਹਾਂ। ਲੇਕਿਨ ਕਿਆ ਗੱਲ ਹੈਗੀ ਹੈ ਕਿ ਜਦ G7 ਕੰਟਰੀਜ਼ ਬੈਠਦੀ ਹੈਗੀਆਂ ਜਾਂ G20 ਕੰਟਰੀਜ਼ ਬੈਠਦੀਆਂ, ਹੁਣ ਸਾਡੇ ਦੇਸ਼ ਵਿੱਚ G20 ਕੰਟਰੀ ਦਾ ਸੈਪਟੈਂਬਰ ਵਿੱਚ ਇੱਕ ਕਨਕਲੇਵ ਹੈਗਾ ਜੀ। ਹੁਣ G20 ਕੰਟਰੀ ਵਿੱਚ ਤੁਸੀਂ G20 ਕੰਟਰੀ ਜਦ ਤੁਸੀਂ ਹੈਡ ਆਫ ਦੀ ਸਟੇਟ ਬੈਠਣਗੇ ਇੱਥੇ G20 ਦੇ, ਡੂ ਯੂ ਥਿੰਕ ਦੇ ਆਰ ਗੋਇੰਗ ਟੂ ਡਿਸਕਸ ਜੋ ਆਪਾਂ ਅੱਜ ਗੱਲ ਕਰ ਰਹੇ ਹੈਗੇ?
नो, दे आर ऑल गोइंग टू डिस्कस कि भाई इकोनॉमिक ग्रोथ किस तरह होएगी। दे आर ऑल इन ए रेस कि इकोनॉमिक ग्रोथ किस तरह होएगी। ये जानते हो या नहीं जानते हो कि इकोनॉमिक ग्रोथ इज़ प्राइमरली ਰਿਸਪੌਂਸੀਬਲ ਜਿਹੜੀ ਅੱਜ ਤਬਾਹੀ ਹੋਈ ਹੈ ਜਾਂ ਹੋ ਰਹੀ ਹੈ ਦੁਨੀਆ ਵਿੱਚ। ਹੁਣ ਦੇਖੋ ਨਾ ਤੁਸੀਂ ਕੈਨੇਡਾ ਦੀ ਗੱਲ ਆਪਾਂ ਕਰਦੇ ਹੈਗੇ ਆ, ਕੈਨੇਡਾ ਵਿੱਚ ਵਿਨਾਸ਼ ਆਓ, ਵਿਨਾਸ਼ ਹੈ। ਕੈਨੇਡਾ ਦੀ ਗੱਲ ਆਪਾਂ ਕਰਦੇ ਹਾਂ, ਕੈਨੇਡਾ ਵਿੱਚ ਹੁਣ ਜੰਗਲਾਂ ਨੂੰ ਅੱਗ ਲੱਗੀ ਹੈ ਔਰ ਇੰਨੇ ਜੰਗਲ ਜਲ ਗਏ ਹੈ ਕਿ ਦੇ ਆਰ ਇਕੁਇਵਲੈਂਟ ਟੂ ਡੈਨਮਾਰਕ ਦਾ ਜਿੰਨਾ ਸਾਈਜ਼ ਹੈਗਾ, ਉਹ ਜਲ ਗਏ ਉੱਥੇ। ਹੁਣ ਤੁਸੀਂ ਦੇਖੋ ਅੱਜ ਕੱਲ੍ਹ ਵਿੱਚ ਗ੍ਰੀਸ ਵਿੱਚ ਹੋਇਆ 660 ਫਾਇਰਸ ਹੋ ਗਈਆਂ ਉੱਥੇ ਗ੍ਰੀਸ ਵਿੱਚ। ਲੋਕੀ ਸ਼ਹਿਰ ਛੱਡ ਕੇ ਪਲਾਨ ਕਰਕੇ ਬਾਹਰ ਆ ਰਹੇ ਹੈਗੇ ਆ। ਹਾਂਜੀ, ਇਮੈਜਿਨ ਕਰੋ, ਸਾਡੇ ਤਾਂ ਦੱਸਿਆ ਨਹੀਂ ਜਾਂਦਾ ਸਪੇਨ ਦਾ ਕੀ ਹਾਲ ਹੈ, ਪਾਣੀ ਉੱਥੇ ਹੈ ਨਹੀਂ, ਡਰਾਊਟ ਪਿਆ ਹੋਇਆ। 500 ਸਾਲ ਤੋਂ ਜਿੰਨਾ ਮਤਲਬ ਸੁੱਕਾ ਪਿਆ ਹੋਏਗਾ ਤਾਂ ਉਹ ਯੂਰਪ ਵਿੱਚ ਪਿਆ ਹੈਗਾ ਇਸ ਸਾਲ, ਜਿਹੜਾ ਪਿਛਲੇ ਸਾਲ ਹੁਣ ਗਿਆ ਹੈਗਾ। ਟੈਂਪਰੇਚਰ ਰਾਈਜ਼ ਇੰਨੀ ਹੋਈ ਕਿ ਰਿਕਾਰਡ ਬ੍ਰੇਕ ਹੋਇਆ, ਚਾਹੇ ਲੰਡਨ ਹੋਏ, ਚਾਹੇ ਪੈਰਿਸ ਹੋਏ, ਜਾਂ ਕੋਈ ਵੀ ਆਪਣੇ ਸ਼ਹਿਰ ਜਿੰਨੇ ਵੀ ਹੈਗੇ ਆ, ਟੈਂਪਰੇਚਰ ਉਹ ਰਿਕਾਰਡ ਬ੍ਰੇਕ ਕਰਦੇ ਜਾ ਰਹੇ ਹੈ। ਫਿਰ ਵੀ ਸਾਨੂੰ ਕੋਈ ਸਬਕ ਨਹੀਂ ਆ ਰਿਹਾ। ਵੀ ਆਲ ਥਿੰਕ ਕਿ ਬਈ ਜੋ ਇੱਕ ਵਾਰੀ ਕਿਸੇ ਉਹਨੇ ਮਲਟੀ ਬਿਲੀਅਨਰ ਨੇ ਕਿਹਾ ਸੀਗਾ, ਬਿਲੀਅਨਰ ਨੇ, ਕਿ ਬਈ ਡੋਂਟ ਵਰੀ, ਆਪਾਂ ਵਿਲ ਟਰਾਈ ਟੂ ਫਾਈਂਡ ਏ ਪਲੇਸ ਇਨ ਮੂਨ ਔਰ ਮਾਰਸ। ਅਗਰ ਇਸੀ ਦੌਰ 'ਚ ਲੱਗਿਆ ਕਿ ਬਈ ਇਹ ਸਾਰੀ ਤਬਾਹੀ ਕਰਕੇ ਆਪਾਂ ਉੱਥੇ ਜਾਣਾ ਹੈਗਾ ਤਾਂ ਉਹਨੂੰ ਅਸੀਂ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ। ਸਰ ਇਹਦਾ ਯਾਦਵਿੰਦਰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ ਜੇ ਇਕਨੋਮਿਕ ਗਰੋਥ ਦਾ ਮਾਡਲ ਹੈ ਕੀ ਹੈ। ਇਕਨੋਮਿਕ ਗਰੋਥ ਆਪਾਂ ਜਾਣਦੇ ਹੈਗੇ ਕਿ ਵੀ ਥਿੰਕ ਕਿ ਬਈ ਜਿੰਨੀ GDP बढ़ेगी ਦੈਟਸ ਐਨ ਇੰਡੀਕੇਟਰ। ਹੁਣ ਦੇਖੋ ਬੜਾ ਇੰਟਰਸਟਿੰਗ ਹੈ ਸਰ, ਜਦ ਇੱਕ ਪੇੜ ਖੜਾ ਹੈ GDP ਨਹੀਂ बढ़ਦੀ, ਤੁਸੀਂ ਪੇੜ ਨੂੰ ਕੱਟ ਦਿਓ GDP बढ़ਦੀ ਹੈ। ਆਈ ਥਿੰਕ ਇਹ ਆਮ ਲੋਕਾਂ ਨੂੰ ਸੋਚਣਾ ਹੈ ਕਿ ਤੁਹਾਡੇ ਵਾਸਤੇ ਪੇੜ ਇੰਪੋਰਟੈਂਟ ਹੈ ਕਿ GDP ਇੰਪੋਰਟੈਂਟ ਹੈ। ਹੁਣ ਫਿਰ ਇਹ ਕਿਹਾ ਜਾਂਦਾ ਕਿ ਸਾਹਿਬ ਨਦੀਆਂ ਜਿਹੜੀਆਂ ਹੈਗੀਆਂ ਬੜੀ ਗੰਦੀਆਂ, ਸਾਡੇ ਹਿੰਦੁਸਤਾਨ 'ਚ ਵੀ ਕਿਹਾ ਜਾਂਦਾ ਤਕਰੀਬਨ 60% ਨਦੀਆਂ ਜਿਹੜੀ ਹੈਗੀਆਂ ਪੋਲਿਊਟਡ ਹੈਗੀਆਂ ਜੀ। ਔਰ ਇਹ ਵੀ ਕਿਹਾ ਜਾਂਦਾ ਕਿ ਬਈ ਇੱਕ ਤਰਫ ਤਾਂ ਵਿਕਾਸ ਦਾ ਇੰਡੀਕੇਟਰ ਜਿਹੜਾ ਹੈਗਾ ਕਿ ਵੀ ਸਾਫ਼ ਨਦੀ ਹੋਏ, ਇਹ ਵੀ ਕਈ ਲੋਕੀ ਮੰਨਦੇ ਹੈਗੇ। ਲੇਕਿਨ ਰੀਜ਼ਨ ਕਿਉਂ ਹੈ ਨਦੀਆਂ ਗੰਦੀਆਂ ਸਰ? ਕਿ ਜਿੰਨੀ ਨਦੀ ਆਪਾਂ ਗੰਦੀ ਕਰਾਂਗੇ ਉਨੀ GDP बढ़ਦੀ ਹੈ। ਦੈਟ ਇਜ਼ ਵਾਈ ਦੀ ਗਵਰਨਮੈਂਟਸ ਆਰ ਵੈਰੀ ਹੈਪੀ। ਦੇਖੋ ਨਾ, ਪਹਿਲਾਂ ਤੁਸੀਂ ਆਪਣਾ ਉਹਨੂੰ ਪੋਲਿਊਟ ਕੀਤਾ, ਉਹਦਾ ਮਤਲਬ ਹੈ ਕਿ ਤੁਸੀਂ ਪੋਲਿਊਸ਼ਨ ਦੇ ਜਿਹੜੀ ਡਰਟੀ ਇੰਡਸਟਰੀ ਉਹਦੇ ਆਸ-ਪਾਸ ਲਗਾਈ ਹੈ ਬੈਂਕ 'ਚ, ਹੈ ਨਾ ਜੀ। ਉਹਨਾਂ ਨੇ ਆਪਣਾ ਪੋਲਿਊਸ਼ਨ ਉਹਦੇ ਵਿੱਚ ਪਾਇਆ ਹੈਗਾ, ਉਹਦੇ ਕਰਕੇ GDP बढ़ ਗਈ ਕਿਉਂਕਿ ਇੰਡਸਟਰੀ ਕਰਕੇ। ਜਦ ਉਹਨੂੰ ਪਾਣੀ ਨੂੰ ਸਾਫ਼ ਕਰਨ ਵਾਸਤੇ ਤੁਸੀਂ 10,000 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਏ, ਉਹ ਫਿਰ GDP बढ़ ਗਈ, ਉਹ 'ਚ ਐਡ ਹੋ ਗਿਆ, ਹੈ ਨਾ ਜੀ। ਫਿਰ ਤੁਸੀਂ ਔਰ ਮੈਂ ਉਹ ਪਾਣੀ ਪੀਤਾ, ਦੈਨ ਵੀ ਗੋ ਟੂ ਅ ਡਾਕਟਰ, ਤੁਸੀਂ ਡਾਕਟਰ ਨੂੰ ਫੀਸ ਦਿੱਤੀ ਹੈਗੀ ਆ, ਉਹ ਫਿਰ GDP बढ़ ਗਈ। ਬਿਕੋਜ਼ GDP ਇਜ਼ ਦੀ ਅਮਾਊਂਟ ਆਫ ਮਨੀ ਦੈਟ ਲੀਗਲੀ ਐਕਸਚੇਂਜਸ ਹੈਂਡਸ। ਸੋ ਉਹ ਤਾਂ GDP बढ़ ਰਹੀ ਹੈਗੀ ਹੈ। ਐਂਡ ਸੋ ਜਦ ਨਦੀ ਸਾਫ਼ ਚਲੇਗੀ ਤਾਂ GDP ਨਹੀਂ ਤੁਹਾਡੀ बढ़ेगी। ਸੋ ਦੀ ਪੁਆਇੰਟ ਇਜ਼ ਕਿ ਸਾਡੀ ਸੋਚ ਵਿੱਚ ਕਿਤੇ ਇਹ ਸਾਨੂੰ ਬਦਲਣਾ ਪਏਗਾ, ਲੋਕਾਂ ਨੂੰ ਸਮਝਣਾ ਪਏਗਾ। ਐਂਡ ਆਈ ਥਿੰਕ ਦੀ ਬੈਸਟ ਇਜ਼ ਕਿ ਜਦ ਤੁਸੀਂ ਇਹ ਫੋਰੈਸਟ ਐਕਟ ਆਇਆ ਹੈ, ਤੁਸੀਂ ਸਮਝੋ ਹਰ ਤੁਸੀਂ ਬਾਰਿਸ਼ ਦੇ ਬਾਅਦ ਥੋੜ੍ਹੀ ਜਿਹੀ ਧੁੱਪ ਹੁੰਦੀ, ਅਸੀਂ ਕਹਿੰਦੇ ਜੀ ਗਰਮੀ ਬਹੁਤ ਹੋ ਗਈ ਹੈ, ਪਸੀਨੇ ਆ ਰਹੇ ਆ ਜੀ ਹੈਗੀ। ਪਰ ਲੇਕਿਨ ਸਰ ਜਦ ਅਸੀਂ ਪੇੜ ਕੱਟਦੇ ਹੈਗੇ ਆ ਫॉर ਵਾਟ ਐਵਰ ਰੀਜ਼ਨਸ ਹੈ ਨਾ ਜੀ, ਚਾਹੇ ਸੜਕ ਨੂੰ ਬੜਾ ਕਰਨਾ ਹੋਏ, ਚੌੜਾ ਕਰਨਾ ਹੋਏ, ਫਿਰ ਅਸੀਂ ਕਹਿੰਦੇ ਨਿੱਜੀ ਵਿਕਾਸ ਬਹੁਤ ਜ਼ਰੂਰੀ ਹੈਗੀ ਹੈ, ਸੋ ਇਹ ਸਾਨੂੰ ਸੈਕਰੀਫਾਈਸ ਕਰਨਾ ਪਏਗਾ। ਫਿਰ ਆਪਾਂ ਕੰਪਲੇਂਟ ਕਿਉਂ ਕਰਦੇ ਆ? ਜਦ ਤੁਹਾਨੂੰ ਇੰਨਾ ਇਹ ਵਿਕਾਸ ਜ਼ਰੂਰੀ ਹੈ ਐਂਡ ਯੂ ਆਰ ਹੈਪੀ ਵਿਦ ਦੈਟ ਵਿਕਾਸ, ਫਿਰ ਆਪਾਂ ਕਿਉਂ ਕੰਪਲੇਂਟ ਕਰਦੇ ਹਾਂ? ਹੁਣ ਦੇਖੋ ਨਾ, ਹਿਮਾਚਲ 'ਚ ਤੁਸੀਂ ਦੇਖਿਆ ਕਿ ਜਿੱਥੇ ਜਿੱਥੇ 4 ਲੇਨਸ ਹੋਈਆਂ ਹੈਗੀਆਂ, ਬਣੀਆਂ ਹੈਗੀਆਂ, ਉੱਥੇ ਇੰਨੀ ਜ਼ਬਰਦਸਤ ਨੁਕਸਾਨ ਹੋਇਆ ਹੈਗਾ, ਡਿਸਟਰਕਸ਼ਨ ਹੋਈ ਹੈਗੀ ਹੈ। ਲੇਕਿਨ ਨੋਬਡੀ ਇਜ਼ ਟਰਾਈਂਗ ਟੂ ਪੁਆਇੰਟ ਅ ਫਿੰਗਰ ਐਟ ਦੈਟ ਪਾਰਟੀਕੂਲਰ ਐਕਟੀਵਿਟੀ ਕਿ ਜ਼ਰੂਰਤ ਸੀਗੀ ਕਿ ਨਹੀਂ ਸੀਗੀ, ਜਾਂ ਅਸੀਂ ਉਹਨੂੰ ਜ਼ਿਆਦਾ ਬੜਾਵਾ ਦੇ ਰਹੇ ਹਾਂ, ਜ਼ਰੂਰਤ ਤੋਂ ਜ਼ਿਆਦਾ ਬੜਾਵਾ ਦੇ ਰਹੇ ਹਾਂ। ਆਫਟਰ ਆਲ ਜਦ ਅਸੀਂ ਕਹਿੰਦੇ ਹਾਂ ਕਿ ਰੋਡ ਦਾ ਐਕਸੀਡੈਂਟ ਹੁੰਦਾ ਹੈ ਤਾਂ ਵੀ ਵਾਂਟ ਟੂ ਹੋਲਡ ਦੀ ਮਿਨਿਸਟਰੀ ਅਕਾਊਂਟੇਬਲ। ਇਸ ਤਰ੍ਹਾਂ ਜਦ ਇਹ ਐਕਸੀਡੈਂਟ ਹੁੰਦੇ, ਇੱਥੇ ਵੀ ਤਾਂ ਕੋਈ ਅਕਾਊਂਟੇਬਲ ਹੋਣਾ ਚਾਹੀਦਾ। ਬਟ ਦੀ ਆਂਸਰ ਇਜ਼ ਨੋ, ਕਿਉਂਕਿ ਸਾਡੇ ਮਾਈਂਡ 'ਚ ਆ ਚੁੱਕਿਆ ਹੈਗਾ ਕਿ ਇਹ ਤਾਂ ਜੀ ਇੱਕ ਤਰ੍ਹਾਂ ਦਾ ਜਿਹੜਾ ਇਨਐਵਿਟੇਬਲ ਹੈਗਾ, ਬਿਕੋਜ਼ ਅਸੀਂ ਵਿਕਾਸ ਦੇ ਰਸਤੇ 'ਚ ਹੈਗੇ ਹਾਂ। ਸੋ ਉਹ ਵਿਕਾਸ ਦੀ ਪਰਿਭਾਸ਼ਾ ਨੂੰ ਵੀ ਅਸੀਂ ਦੁਬਾਰਾ ਦੇਖਣਾ ਪਏਗਾ। ਸਰਕਾਰਾਂ ਨੂੰ ਪੂਰੀ ਦੁਨੀਆ ਦੇ ਅੰਦਰ ਇਸ ਮਸਲੇ ਤੇ ਸੀਰੀਅਸ ਹੋਣ, ਕਾਰਪੋਰੇਟ ਨਹੀਂ ਹੋਣ ਦਊਗਾ। ਸਰ ਮੈਂ ਹਰ ਜਗ੍ਹਾ ਕਹਿਣਾ ਯਾਦਵਿੰਦਰ ਜੀ ਕਿ ਰਾਈਟ ਵਿੰਗ ਇਕਨੋਮਿਕਸ ਨੋ ਰਾਈਟ ਵਿੰਗ ਪੋਲਿਟਿਕਸ ਚਾਹੀਦੀ ਹੈ। ਕਾਰਨ ਸਰ ਇੱਕ ਬੜਾ ਹੈ, ਰਾਈਟ ਵਿੰਗ ਇਕਨੋਮਿਕ ਗਰੋਥ ਵਾਲੀ ਜਿਹੜੀ ਪੋਲਿਟਿਕਸ ਇਕਨੋਮਿਕਸ ਹੈਗੀ ਹੈ, ਉਹਨੂੰ ਪੋਲਿਟਿਕਸ ਕਿਉਂ ਚਾਹੀਦੀ ਹੈਗੀ ਹੈ? ਦੇਖੋ ਰਾਈਟ ਵਿੰਗ ਇਕਨੋਮਿਕਸ ਦੇ ਉੱਪਰ ਅੱਜ ਦੁਨੀਆ ਸਾਰੀ ਸਮਝ ਰਹੀ ਹੈ ਕਿ ਬਈ ਇਨਇਕੁਐਲਿਟੀ ਹੈਜ਼ ਗਰੋਨ ਅਪ। ਆਪਾਂ ਸਭ ਜਾਣਦੇ ਹੈਗੇ, 3 ਬੰਦੇ ਹੈਗੇ ਜਿਨ੍ਹਾਂ ਉਹਨਾਂ ਦੀ ਵੈਲਥ ਹੈਗੀ ਦੈਟ ਇਜ਼ ਇਕੁਇਲੈਂਟ ਟੂ 50% ਆਫ ਦੀ ਅਮਰੀਕਨ ਪਾਪੂਲੇਸ਼ਨ। ਇਹ ਸਾਰੀ ਗੱਲਾਂ ਆਪਾਂ ਡਾਟਾ ਸਾਡੇ ਕੋਲ ਹੈ, ਇੰਡੀਆ 'ਚ ਕਿੰਨਾ ਹੈਗਾ ਇਹ ਸਾਰਾ ਡਾਟਾ ਸਾਨੂੰ ਸਭ ਨੂੰ ਪਤਾ ਹੈ। ਲੇਕਿਨ ਉਹ ਇਨਇਕੁਐਲਿਟੀ ਮੀਨਸ ਜਿਹੜਾ ਇੱਕ ਤਬਕਾ ਹੈਗਾ 0.1% ਜਿਹੜਾ ਟੌਪ ਦਾ ਹੈਗਾ, ਉਹ ਆਪਣੀ ਵੈਲਥ ਇਕੱਠੀ ਕਰੀ ਜਾਂਦਾ, ਹੋਰ ਇਕੱਠੀ ਕਰੀ ਜਾਂਦਾ ਹੈਗਾ। ਦੈਟ ਇਜ਼ ਰਾਈਟ ਵਿੰਗ ਇਕਨੋਮਿਕਸ। ਉਹ ਫਿਰ ਆਪਣਾ ਪੈਸਾ ਪੋਲਿਟਿਕਸ ਵਿੱਚ ਲਗਾਉਂਦਾ ਪਿਆ ਤਾਂ ਕਿ ਉਹਨੂੰ ਪਤਾ ਹੈ ਕਿ ਜਦ ਤੱਕ ਇਹ ਨੈਸ਼ਨਲਿਜ਼ਮ ਦੇ ਇਸ਼ੂ ਵਿੱਚ ਲੋਕੀ ਜਨਤਾ ਉਲਝੀ ਰਹੇਗੀ ਤਦ ਤੱਕ ਅਸੀਂ ਵੀ ਕੈਨ ਕੰਟੀਨਿਊ। ਔਰ ਕੰਟੀਨਿਊ ਕਿਸ ਚੀਜ਼ ਨੂੰ ਕਰ ਰਹੇ? ਇੱਕ ਡਾਟਾ ਬੜਾ ਸੋਹਣਾ ਆਇਆ ਜੀ, ਉਹ ਕਹਿੰਦਾ ਹੈ ਕਿ ਹਰ ਸਾਲ ਜਿਹੜਾ ਇਹ ਨੈਚੁਰਲ ਰਿਸੋਰਸਿਸ ਨੂੰ ਡਿਸਟਰੋਏ ਕੀਤਾ ਜਾਂਦਾ ਫॉर ਦੀ ਸੇਕ ਆਫ ਇਕਨੋਮਿਕ ਗਰੋਥ, ਉਹ $7.3 ਟ੍ਰਿਲੀਅਨ ਹੈ ਸਰ।
ਕਦੀ ਸਾਨੂੰ ਅਸੈਸਮੈਂਟ ਵੀ ਹੋਈ ਹੈ? ਅਸੀਂ ਇੰਡੀਆ ਨੂੰ ਸਿਰਫ $3 ਟ੍ਰਿਲੀਅਨ ਦੀ ਇਕਨੋਮੀ ਤੇ ਹਲੇ ਹੈਗੇ ਆ, ਅਸੀਂ ਕਹਿੰਦੇ ਹਾਂ $5 ਟ੍ਰਿਲੀਅਨ ਦੀ ਇਕਨੋਮੀ ਬਣ ਜਾਏਗੀ। ਉੱਥੇ $7.3 ਟ੍ਰਿਲੀਅਨ ਦੀ ਜਿਹੜੀ ਨੈਚੁਰਲ ਰਿਸੋਰਸਿਸ ਹਰ ਸਾਲ ਖਾਏ ਜਾ ਰਹੇ ਆ ਜਾਂ ਮਤਲਬ ਗਜ਼ਲ ਅਪ ਹੋ ਰਿਹਾ ਹੈਗਾ ਉਹਨਾਂ ਦਾ। ਹਾਂਜੀ, ਵੀ ਆਰ ਨਾਟ ਕੰਸਰਨ, ਵੀ ਆਰ ਨਾਟ ਕੰਸਰਨ। ਅਸੀਂ ਸੋਚਦੇ ਹਾਂ ਕਿ ਇਕਨੋਮਿਕ ਦਾ ਗਰੋਥ ਦਾ ਉਹ ਰਸਤਾ ਉਹੀ ਹੈਗਾ ਜਿਹਦਾ ਇੱਕ ਮੈਟ੍ਰਿਕਸ ਹੈਗਾ GDP ਜਿਹਨਾਂ ਨੂੰ ਆਪਾਂ ਆਖਦੇ ਹੈਗੇ ਹਾਂ। ਆਈ ਥਿੰਕ G20 ਕੰਟਰੀਜ਼ ਹੋਣ ਜਾਂ G7 ਕੰਟਰੀਜ਼ ਹੋਣ, ਕਿਆ ਕਾਰਨ ਹੈ ਕਿ ਜੋ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਦੁਨੀਆ ਦੇ ਜਿਹੜੇ ਸੋਚ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਨਹੀਂ ਕਰਦੇ? ਦੇਰ ਇਜ਼ ਅ ਕੰਟਰਡਿਕਸ਼ਨ ਸਰ। ਹੁਣ ਦੇਖੋ, ਦੇਰ ਵਾਜ਼ ਏ ਮੀਟਿੰਗ ਗਲੋਬਲ ਬਾਇਓਡਾਇਵਰਸਿਟੀ 'ਤੇ ਇੱਕ ਫਰੇਮਵਰਕ ਹੋਇਆ ਹੈਗਾ, ਇਟ ਵਾਜ਼ ਕਾਲਡ COP15 ਔਰ ਸਾਰੇ ਕੰਟਰੀਜ਼ ਉਹ 'ਚ 15 ਜਿਹੜੀ ਕਾਨਫਰੰਸ ਵਾਲੀ ਕਾਨਫਰੰਸ ਸੀਗੀ 15ਵੀਂ, ਉਹਦੇ ਵਿੱਚ ਆਏ ਸੀਗੇ ਕੈਨੇਡਾ ਵਿੱਚ। ਉਹਦੇ ਵਿੱਚ ਉਹਨਾਂ ਨੇ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ ਬਣਾਇਆ ਹੈਗਾ ਗਲੋਬਲ। ਉਹਦੇ ਵਿੱਚ 190 ਕੰਟਰੀਜ਼ ਉਹਨਾਂ ਦੇ ਸਿਗਨੇਟਰੀ ਹੈਗੇ, ਇੰਡੀਆ ਵੀ ਉਹਦੇ ਵਿੱਚ ਹੈਗਾ। ਉਹਨਾਂ ਵਿੱਚ ਬੜਾ ਕਲੀਅਰ ਹੈ ਕਿ 2030 ਤੱਕ ਅਸੀਂ ਆਪਣੀ 30% ਬਾਇਓਡਾਇਵਰਸਿਟੀ ਬਚਾਉਣੀ ਹੈਗੀ ਹੈ। ਹਾਂਜੀ, ਸਭ ਸਾਈਨ ਕਰਕੇ ਆਏ ਹੈ। ਤੁਸੀਂ ਬਾਇਓਡਾਇਵਰਸਿਟੀ ਬਚਾਉਣੀ ਹੈ, ਤੁਸੀਂ ਇੱਧਰ ਤਾਂ ਫੋਰੈਸਟ ਐਕਟ ਲੈ ਕੇ ਆ ਰਹੇ ਹੋ ਜਿਹੜਾ 28% ਤੁਹਾਡੇ ਫੋਰੈਸਟ ਨੂੰ ਹੋਰ ਖਾ ਜਾਏਗਾ। ਹਾਂਜੀ, ਸੋ ਵੇਅਰ ਇਜ਼ ਦੈਟ ਜੋ ਤੁਸੀਂ ਕਹਿ ਰਹੇ ਸੀ ਨਾ ਕਿ ਕਿਉਂ ਨਹੀਂ ਅਸੀਂ ਰਸਤੇ 'ਤੇ ਮੂਵ ਕਰਦੇ? ਬਿਕੋਜ਼ ਇੱਕ ਥਿੰਕਿੰਗ ਹੈ ਕਿ ਸਾਡੀ ਇਕਨੋਮਿਕ ਗਰੋਥ ਨਹੀਂ ਹੋਏਗੀ, ਇੰਡਸਟਰੀ ਨੂੰ ਜਿਹੜਾ ਵਿਕਾਸ ਦਾ ਰਸਤਾ ਚਾਹੀਦਾ ਹੈਗਾ ਉਹਦੇ ਵਾਸਤੇ ਅਸੀਂ ਜੋ ਵੀ ਉਹਨਾਂ ਨੂੰ ਸਹੂਲਤ ਦੇਣੀ ਹੈ ਜਾਂ ਐਪਰੋਪ੍ਰੀਏਟ ਕਰਨੇ ਰਿਸੋਰਸਿਸ ਉਹ ਅਸੀਂ ਨਹੀਂ ਦੇਵਾਂਗੇ ਮੌਕਾ, ਤਾਂ ਕੰਟਰੀ ਦੀ ਗਰੋਥ ਨਹੀਂ ਹੋਏਗੀ। ਵਾਟ ਕੈਨ ਯੂ ਡੂ? ਇਹ ਸੋਚ ਆਮ ਆਦਮੀ ਵਿੱਚ ਹੈਗੀ। ਜਦ ਤੱਕ ਆਮ ਆਦਮੀ ਇਸ ਗੱਲ 'ਤੇ ਸਵਾਲ ਨਹੀਂ ਉਠਾਏਗਾ, ਮੈਨੂੰ ਨਹੀਂ ਲੱਗਦਾ ਕਿ ਯੂ ਕੈਨ ਐਕਸਪੈਕਟ ਅ ਚੇਂਜ ਐਟ ਦੀ ਨੈਸ਼ਨਲ ਲੈਵਲ। ਤੁਸੀਂ ਕਿਹਾ ਰਾਈਟ ਵਿੰਗ ਇਕਨੋਮਿਕਸ ਨੂੰ ਰਾਈਟ ਵਿੰਗ ਪੋਲੀਟਿਕਸ, ਤੁਹਾਨੂੰ ਲੱਗਦਾ ਇਸ ਪੋਲੀਟਿਕਸ 'ਤੇ ਅੱਜ ਦੇ ਟਾਈਮ ਇਸ ਮਾਡਲ 'ਤੇ ਰੀਥਿੰਕ ਹੋਣ ਦੀ ਲੋੜ ਹੈਗੀ? ਯਾਨੀ ਫਿਰ ਉਹ ਕਿਹੜੀ ਪੋਲੀਟਿਕਸ ਹੋ? ਕਿ ਉਹ ਲੈਫਟ ਵਿੰਗ ਹੋਊਗੀ, ਕਿ ਉਹ ਸੈਂਟਰ ਵਿੰਗ ਹੋਊਗੀ? ਪਹਿਲੀ ਗੱਲ ਤਾਂ ਮੈਂ ਲੈਟ ਮੀ ਕਲੀਅਰ ਅਪ ਕਿ ਬਈ ਮੈਂ ਕਿਹਾ ਸੀ ਰਾਈਟ ਵਿੰਗ ਇਕਨੋਮਿਕਸ ਨੂੰ ਰਾਈਟ ਵਿੰਗ ਪੋਲੀਟਿਕਸ ਚਾਹੀਦੀ ਹੈਗੀ। ਉਹਦਾ ਮਤਲਬ ਇਹ ਸੀਗਾ ਕਿ ਬਈ ਜੋ ਇਕਨੋਮਿਕ ਅਬਿਊਜ਼ ਜਿਹੜਾ ਹੋ ਰਿਹਾ ਹੈਗਾ ਅੱਜ ਦੁਨੀਆ ਵਿੱਚ, ਉਹ ਕੰਟੀਨਿਊ ਕਰਨ ਵਾਸਤੇ ਉਹਨਾਂ ਨੂੰ ਪਤਾ ਹੈ ਕਿ ਬਈ ਦੇਰ ਇਜ਼ ਅ ਸਟਰੋਂਗ ਆਪੋਜੀਸ਼ਨ ਗਲੋਬਲੀ ਔਨ ਦੈਟ ਕਾਈਂਡ ਆਫ ਏ ਮਾਡਲ ਜਿਹੜਾ ਚੱਲ ਰਿਹਾ ਸੀਗਾ। ਸੋ ਉਹ ਤੋਂ ਡਾਇਵਰਟ ਕਰਨ ਵਾਸਤੇ ਦ ਬੈਸਟ ਇਜ਼ ਕਿ ਯੂ ਸਪੋਰਟ ਦੋਜ਼ ਗਵਰਨਮੈਂਟਸ ਐਂਡ ਸੋ ਔਨ, ਜਿਹੜਾ ਤੁਹਾਨੂੰ ਬਿਜ਼ੀ ਰੱਖਣ, ਨੌਨ ਇਸ਼ੂਜ਼ ਨੂੰ ਇਸ਼ੂ ਬਣਾ ਕੇ ਰੱਖਣ। ਚਲੋ ਤੁਸੀਂ ਦੇਖ ਹੋ ਦੁਨੀਆ ਵਿੱਚ ਸਭ ਜਗ੍ਹਾ ਹੋ ਰਿਹਾ, ਆਈ ਡੋਂਟ ਹੈਵ ਟੂ ਸਪੈਲ ਇਟ ਆਊਟ, ਹੈ ਨਾ ਜੀ। ਅੱਛਾ, ਉਹ ਜਦ ਕਰਨਾ ਹੁੰਦਾ ਹੈ ਰਾਈਟ ਵਿੰਗ ਇਕਨੋਮਿਕਸ ਨੇ ਰਾਈਟ ਵਿੰਗ ਪੋਲੀਟਿਕਸ ਵਾਸਤੇ, ਤਾਂ ਉਹਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਈ ਇਹ ਕਿਆ ਕਾਰਨ ਹੈਗਾ, ਆਪਾਂ ਇਸ ਨੂੰ ਅਗਰ ਦੇਖ ਕੇ ਚੱਲੀਏ ਕਿ ਬਈ ਉਹ ਜਿਹੜੀ ਥਿੰਕਿੰਗ ਹੈਗੀ ਆ ਉਹ ਚੇਂਜ ਕਰ ਰਹੀ ਹੈ। ਕਰਨ ਦੀ ਲੋੜ, ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਹ ਮਾਡਲ, ਹਾਂ ਮੈਂ ਉਹ ਕਹਿਣਾ ਕਿ ਅੱਜ ਦੁਨੀਆ ਵਿੱਚ ਸਰ ਸਵਾਲ ਉੱਠ ਰਹੇ ਹੈਗੇ, ਦੇਰ ਇਜ਼ ਅ ਰੀਥਿੰਕਿੰਗ ਗੋਇੰਗ ਔਨ। ਜਿਵੇਂ ਸਰ ਦੇਰ ਆਰ ਲੋਟ ਆਫ ਕੀ ਕਹਿੰਦੇ ਈਵਨ ਨੋਬਲ ਲੌਰੀਏਟਸ ਹੁਣ ਉਹ ਸਵਾਲ ਕਰ ਰਹੇ ਹੈਗੇ। ਤੁਸੀਂ ਅਗਰ ਆਪਣੇ ਜੋਸਫ ਸਟਿਗਲਿਸ਼ ਦਾ ਕੰਮ ਦੇਖੋ, ਉਹਨਾਂ ਨੇ ਤਾਂ ਕਈ ਸਾਲ ਪਹਿਲੇ ਹੀ ਕਹਿਤਾ ਸੀ ਕਿ ਨਿਊ ਲਿਬਰਲਿਜ਼ਮ ਇਜ਼ ਡੈਡ ਐਂਡ ਬਰੀਡ। ਹਾਂਜੀ, ਤੁਸੀਂ ਦੇਖੋ ਇੱਕ ਨੋਬਲ ਲੌਰੀਏਟ ਕਹਿ ਰਿਹਾ ਕਿ ਨਿਊ ਲਿਬਰਲਿਜ਼ਮ ਇਜ਼ ਡੈਡ ਐਂਡ ਬਰੀਡ। ਸੋ ਉਹਦਾ ਕਹਿਣਾ ਇਹ ਸੀਗਾ ਕਿ ਦੁਨੀਆ ਵਿੱਚ ਜਿਹੜਾ ਚੇਂਜ ਹੋ ਰਿਹਾ, ਬਦਲਾਵ ਆ ਰਿਹਾ ਹੈਗਾ, ਨਿਊ ਲਿਬਰਲਿਜ਼ਮ ਨੂੰ ਜਾਂ ਜੋ ਇਕਨੋਮਿਕ ਗਰੋਥ ਦਾ ਮਾਡਲ ਆਪਾਂ ਕਹਿੰਦੇ ਹਾਂ ਉਹਨੂੰ ਪਿੱਛੇ ਕਰਕੇ ਜਾ ਰਿਹਾ ਅੱਗੇ। ਠੀਕ ਹੈ ਨਾ ਜੀ, ਇੱਕ ਗੱਲ ਤਾਂ ਇਹ ਹੋ ਗਈ। ਮੈਂ ਜਸਟ ਗਿਵਿੰਗ ਯੂ ਵਨ ਐਗਜ਼ਾਮਪਲ। ਤੁਸੀਂ ਦੁਨੀਆ ਦੇ ਹੋਰ ਇਕੋਨਮਿਸਟ ਦੇਖੋ, ਉਹ ਵੀ ਅੱਜ ਉਸ ਤਰਫ ਹੀ ਉਹਨਾਂ ਦੀ ਸੋਚ ਵੱਧ ਰਹੀ ਹੈਗੀ। ਈਵਨ ਇਕੋਨਮਿਸਟ ਲਾਈਕ ਪੌਲ ਕ੍ਰੂਗਮੈਨ, ਜਿਹੜਾ ਕਿ ਇੱਕ ਟਾਈਮ ਤੇ ਬਹੁਤ ਮਾਰਕੀਟ ਇਕਨੋਮਿਕਸ 'ਤੇ ਗੱਲ ਕਰਦੇ ਸੀਗੇ, ਪਰ ਅੱਜ ਆਈ ਥਿੰਕ ਹੀ ਇਜ਼ ਅੰਡਰਗੋਨ ਅ ਚੇਂਜ। ਆਈ ਸੀ ਉਹਨਾਂ ਦੇ ਰਾਈਟਿੰਗਸ ਵਿੱਚ ਬਹੁਤ ਫਰਕ ਪੈ ਗਿਆ। ਹੁਣ ਉਹ ਸਮਝਦੇ ਆ ਕਿ ਬਈ ਦੁਨੀਆ ਵਿੱਚ ਕੀ ਹੋ ਰਿਹਾ। ਫੋਰ ਇੰਸਟੈਂਸ ਮੈਨੂੰ ਯਾਦ ਹੈ ਕਿ ਸਰ ਆਪਣਾ 2019 ਵਿੱਚ ਬਿਫੋਰ ਦੀ ਪੈਂਡੈਮਿਕ, ਤੁਹਾਨੂੰ ਯਾਦ ਹੋਏਗਾ ਨਿਰਮਲਾ ਸੀਤਾਰਮਨ ਜੀ ਨੇ ਕਾਰਪੋਰੇਟ ਨੂੰ ਟੈਕਸ ਕੰਸੈਸ਼ਨ ਮਾਫ ਕੀਤੇ ਸੀਗੇ, ਤਕਰੀਬਨ 1.5 ਲੱਖ ਕਰੋੜ ਰੁਪਏ ਦੇ ਟੈਕਸ ਕੰਸੈਸ਼ਨ ਮਾਫ ਕੀਤੇ ਸੀਗੇ, 1.45 ਲੱਖ ਕਰੋੜ ਟੂ ਬੀ ਐਗਜ਼ੈਕਟ, ਬਿਫੋਰ ਦੀ ਪੈਂਡੈਮਿਕ। ਮੈਨੂੰ ਯਾਦ ਹੈ ਉਸ ਟਾਈਮ ਮੈਂ ਇੱਕ ਲੇਖ ਵੀ ਲਿਖਿਆ ਸੀਗਾ, ਬਿਕੋਜ਼ ਮੈਂ ਪੌਲ ਕ੍ਰੂਗਮੈਨ ਨੂੰ ਪੜ੍ਹ ਰਿਹਾ ਸੀਗਾ। ਪੌਲ ਕ੍ਰੂਗਮੈਨ ਨੇ ਕਿਹਾ ਕਿ ਜਿੰਨੇ ਟੈਕਸ ਕੱਟ ਦਿੱਤੇ ਗਏ ਅਮਰੀਕਾ ਵਿੱਚ, ਉਹਦੇ ਵਿੱਚ ਨਾ ਤਾਂ ਇੰਡਸਟਰੀਅਲ ਗਰੋਥ ਹੋਈ, ਨਾ ਉਹਦੇ ਵਿੱਚ ਇਨਵੈਸਟਮੈਂਟ ਆਈ, ਨਾ ਉਹਦੇ ਵਿੱਚ ਜੌਬ ਕ੍ਰੀਏਸ਼ਨ ਹੋਈ। ਇਹ ਉਹਨਾਂ ਨੇ ਪਹਿਲੇ ਆਪਣਾ ਅਸੈਸਮੈਂਟ ਕੀਤਾ ਸੀ। ਮੈਂ ਵੀ ਇੱਥੇ ਕਿਹਾ ਸੀਗਾ ਕਿ ਬਈ ਇਟ ਸ਼ੁੱਡ ਬੀ ਕਲੀਅਰ ਟੂ ਇੰਡੀਆ ਕਿ ਇਹ ਜੋ ਅਮਰੀਕਾ ਵਿੱਚ ਜਿਹਨੂੰ ਆਪਾਂ ਕੱਟ ਐਂਡ ਪੇਸਟ ਕਰਦੇ ਹਾਂ ਹਿੰਦੁਸਤਾਨ ਵਿੱਚ, ਉਹ ਜਿਹੜੀ ਪੋਲਿਸੀ ਸੀਗੀ, ਇਕਨੋਮਿਕ ਪੋਲਿਸੀ ਸੀਗੀ, ਉਹਦੇ ਨਾਲ ਜਿਹੜਾ ਉਹਦਾ ਆਊਟਪੁੱਟ ਆਉਣਾ ਚਾਹੀਦਾ ਸੀ, ਨਹੀਂ ਆਇਆ ਹੈਗਾ। ਸੋ ਇੱਥੇ ਵੀ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ। ਪਰ ਲੇਕਿਨ ਤੁਸੀਂ ਦੇਖ ਰਹੇ ਹੋ ਨਾ, ਦੁਨੀਆ ਦੇ ਸਭ ਜਗ੍ਹਾ ਉਹ ਜੋ ਮੈਂ ਕਿਹਾ ਰਾਈਟ ਵਿੰਗ ਇਕਨੋਮਿਕਸ ਜਿਹੜੀ ਡੋਮੀਨੇਟ ਕਰ ਰਹੀ ਹੈ, ਪ੍ਰੀਵੇਲ ਕਰ ਰਹੀ ਹੈ। ਸੋ ਆਪਣਾ ਇੱਕ ਆਪਣੇ ਫੋਰਸ ਦੇ ਨਾਲ ਉਹ ਆਪਰੇਟ ਕਰਦੇ ਹੈ, ਉਹ ਚੱਲ ਰਹੇ ਹੈਗੇ। ਬਟ ਐਟ ਦੀ ਸੇਮ ਟਾਈਮ ਸੋਸ਼ਲ ਜਿਹੜਾ ਰਿਸਪੌਂਸ ਹੈਗਾ ਉਹਨੂੰ ਕਾਊਂਟਰ ਕਰਨ ਵਾਸਤੇ ਉਹ ਵੀ ਵੱਧ ਰਿਹਾ ਹੈਗਾ। ਰਾਈਟ ਫਰਮ ਦੈਟ ਡੇ ਆਫ
ਤੁਹਾਨੂੰ ਯਾਦ ਹੋਏਗਾ ਵਨ ਮੂਵਮੈਂਟ ਚੱਲੀ ਸੀ ਅਗੇਂਸਟ 1% ਗਲੋਬਲੀ, ਤੁਹਾਨੂੰ ਯਾਦ ਹੋਏਗਾ ਉਸ ਟਾਈਮ ਤੋਂ। ਦੇਖੋ ਤੁਸੀਂ ਅੱਜ ਵੀ ਜਿੰਨੇ ਲੋਕੀ ਸੜਕਾਂ ਤੇ ਆਉਂਦੇ ਹੈਗੇ ਫॉर these issues is commendable, ਇਹ ਵੀ ਮੰਨਣਾ ਪਏਗਾ। ਲੇਕਿਨ ਉਹ ਸੋਚ ਕਿਉਂ ਨਹੀਂ ਆ ਰਹੀ ਹੈ? ਬਿਕੋਜ਼ ਐਜ਼ ਵੀ ਆਲ ਨੋ ਕਿ ਰਾਈਟ ਵਿੰਗ ਇਕਨੋਮਿਕਸ ਆਲਸੋ ਕੰਟਰੋਲਸ the dominant voice ਜਾਂ dominant narrative through the media। ਤਾਂ ਉਹ ਜਦੋਂ ਨੈਰੇਟਿਵ ਕੰਟਰੋਲ ਕਰਦੇ ਆ ਥਰੂ ਦੀ ਐਕੈਡਮੀਆ ਆਲਸੋ ਦੇ ਕੰਟਰੋਲ। ਲੇਕਿਨ ਉਹਦੇ ਬਾਵਜੂਦ ਵੀ ਅੱਜ ਦੇਖੋ ਬੜਾ ਇੰਟਰਸਟਿੰਗ ਹੈ ਕਿ ਡੀ ਗਰੋਥ ਇਜ਼ ਨਾਓ ਬਿਕਮਿੰਗ ਅ ਵੈਰੀ ਬਿਗ ਇਸ਼ੂ। ਡੀ ਗਰੋਥ ਤੇ ਅੱਜ ਯੂਨੀਵਰਸਿਟੀਜ਼ ਸੈਟਅਪ ਹੋ ਗਈਆਂ, ਸਭ ਇੰਸਟੀਚਿਊਟ ਸੈਟਅਪ ਹੋ ਗਏ, ਪੀਪਲ ਆਰ ਟਾਕਿੰਗ ਆਫ ਡੀ ਗਰੋਥ। ਤੁਸੀਂ ਕਹਿ ਰਹੇ ਸੀ ਨਾ ਕਿੱਥੇ ਹੋ ਰਿਹਾ ਹੈਗਾ, ਦੈਟ ਥਿੰਕਿੰਗ ਇਜ਼ ਐਮਿਨੇਟਿੰਗ। ਜਦ ਤੁਸੀਂ ਦੇਖੋ ਨਾ ਯੂਨੀਵਰਸਿਟੀਜ਼ ਵੀ ਜਾਂ ਬੜੀ ਇੰਸਟੀਚਿਊਟ ਜਿਹੜੇ ਹੈਗੇ ਉਹਨਾਂ ਦੇ ਇੱਕ ਅਲੱਗ ਸੈਂਟਰ ਬਣ ਜਾਣ ਡੀ ਗਰੋਥ ਦੇ ਉੱਪਰ, ਇਹ ਮਤਲਬ ਕਿ ਦੁਨੀਆ 'ਚ ਰੀਥਿੰਕਿੰਗ ਤਾਂ ਹੋ ਰਹੀ ਹੈ ਨਾ ਜੀ। ਲੇਕਿਨ ਉਹ ਕਿੰਨਾ ਕੁ ਹੁਣ ਅੱਗੇ ਸਫਲ ਹੋ ਪਾਉਂਦੀ ਹੈ, ਆਈ ਥਿੰਕ ਲੋਟ ਵੁੱਡ ਡਿਪੈਂਡ ਅਪਨ ਦੀ G7 ਐਂਡ G20 ਲੀਡਰਸ਼ਿਪ। ਇਹ ਵੀ ਬਦਲੇ ਹਾਲ ਤੱਕ ਕਿ ਨਹੀਂ ਬਦਲਿਆ, ਦੈਟ ਇਜ਼ ਦ ਕੁਐਸਚਨ। ਕਿਉਂਕਿ ਜਦ ਤੱਕ ਇਹ G20 ਵਿੱਚ ਜਾਂ G7 ਵਿੱਚ ਇਹ ਗੱਲ ਨਹੀਂ ਹੁੰਦੀ ਕਿ ਵੀ ਹਾਊ ਡੂ ਵੀ ਹੈਵ ਟੂ ਪ੍ਰੋਟੈਕਟ ਆਵਰ ਪਲੈਨਟ ਐਂਡ ਹਾਊ ਵੀ ਟਰਾਈ ਟੂ ਇਨਸ਼ੋਰ ਕਿ ਬਈ ਜਿਹੜਾ ਕਲਾਈਮੇਟ ਚੇਂਜ ਹੈ, ਜਿਹਨੂੰ ਮੈਂ ਕਲਾਈਮੇਟ ਬੋਇਲਿੰਗ ਕਹਿ ਰਿਹਾ ਹੁਣ, ਉਹਨੂੰ ਅਸੀਂ ਨਹੀਂ ਕੰਟਰੋਲ ਕਰ ਸਕਦੇ ਜਾਂ ਨਹੀਂ ਸਟੈਪਸ ਲੈਂਦੇ, ਉਹ ਚੀਜ਼ਾਂ ਪਰਕੂਲੇਟ ਤਾਂ ਨਹੀਂ ਹੋਣਗੀਆਂ ਨਾ। ਸਾਨੂੰ ਲੱਗਦਾ ਜਿਹੜਾ ਮੈਂ ਕਹਿੰਦਾ ਮਾਡਲ ਰੀਥਿੰਕ ਉਹਦੀ ਹੋਊਗਾ ਜਦੋਂ ਤੁਸੀਂ ਪੋਲਿਟਿਕਸ ਦੀ ਗੱਲ ਕਰੋਗੇ। ਪੋਲਿਟਿਕਸ ਨੂੰ ਰੀਥਿੰਕ ਨਹੀਂ ਹੋਣ ਦੇਣੀ, ਪੋਲਿਟਿਕਸ ਉਹਨੂੰ ਡਿਵਰਟ ਕਰਕੇ ਇਸ਼ੂ ਹੋਰ ਲੈ ਆਉਂਦੀ ਆ, ਉਹ ਨਾਨ ਇਸ਼ੂ ਬਣਾ ਦਿੱਤਾ ਜਾਂਦਾ। ਜਿਹੜਾ ਇਸ਼ੂ ਆ ਨਾਨ ਇਸ਼ੂ ਹੋ ਜਾਂਦਾ, ਜਿਹੜਾ ਨਾਨ ਇਸ਼ੂ ਆ ਉਹ ਇਸ਼ੂ ਹੋ ਜਾਂਦਾ। ਬਿਲਕੁਲ ਠੀਕ ਹੈ। ਤਾਂ ਤੁਹਾਨੂੰ ਕੀ ਲੱਗਦਾ ਕੋਈ, ਜੇ ਮੈਂ ਕਹਾਂ ਕਿ ਮਾਡਲ ਨੇ ਨਾ ਦੁਨੀਆ 'ਚ, ਇੱਕ ਲੈਫਟ ਵਿੰਗ ਦਾ ਮਾਡਲ ਸੀਗਾ, ਰਾਈਟ ਵਿੰਗ ਦੀ ਪੋਲਿਟਿਕਸ ਆ, ਥੋੜ੍ਹੇ ਜਿਹੇ ਸੈਂਟਰਲ ਮਾਡਲ ਵੀ ਹੈਗੇ ਨੇ ਦੁਨੀਆ 'ਚ, ਹੈ ਨਾ? ਦੇਖੋ ਜੇ ਇੱਕ ਬੜਾ ਕਿਹੜੇ ਮਾਡਲ ਦੀ ਲੋੜ ਆ, ਕਿ ਲੈਫਟ ਵਿੰਗ ਪੋਲਿਟਿਕਸ ਦੀ ਲੋੜ ਆ ਦੁਨੀਆ ਨੂੰ? ਮੈਂ ਇਹੀ ਇਸ ਗੱਲ 'ਤੇ ਲੈਟਸ ਮੀ ਟੇਕ ਯੂ ਇਨ ਅ ਡਿਫਰੈਂਟ ਫਰੇਮਵਰਕ। ਸਰ ਇਹ 1947 ਦੇ ਆਸ-ਪਾਸ ਅਬਾਊਟ 7-8-10 ਇਕੋਨਮਿਸਟ ਸਵਿਟਜ਼ਰਲੈਂਡ ਵਿੱਚ, ਜਿੱਥੇ ਆਪਣਾ ਵਰਲਡ ਇਕਨੋਮਿਕ ਫੋਰਮ ਹੁੰਦਾ ਹੈਗਾ, ਉਸ ਟਾਈਮ ਤਾਂ ਨਹੀਂ ਸੀਗਾ ਉਹ, ਉੱਥੇ ਉਹਨਾਂ ਨੇ ਆਪਣਾ ਮਿਲੇ, ਬੈਠੇ 10-15 ਦਿਨ ਲਗਾਏ। ਦੇ ਕੇਮ ਅਪ ਵਿਦ ਇਕਨੋਮਿਕ ਡਿਜ਼ਾਈਨ। ਉਹ ਇਕਨੋਮਿਕ ਡਿਜ਼ਾਈਨ 1980 ਤੱਕ ਉਹਨਾਂ ਨੇ ਸਾਰੀ ਦੁਨੀਆ 'ਚ ਫੈਲਾਤਾ ਸੀਗਾ, ਜਿਹਨੂੰ ਆਪਾਂ ਨਿਊ ਲਿਬਰਲਿਜ਼ਮ ਵੀ ਕਹਿੰਦੇ ਹੈਗੇ। ਮੇਰਾ ਮਤਲਬ ਸਰ ਕਹਿੰਦਾ ਹੈਗਾ ਕਿ ਆਪਾਂ ਕਿਉਂ ਉਹਨੂੰ ਸਿਰਫ ਕੈਪੀਟਲਿਜ਼ਮ ਜਾਂ ਸੋਸ਼ਲਿਜ਼ਮ ਦੇ ਵਿੱਚ ਡਿਵਾਈਡ ਕਰਕੇ ਰੱਖੀਏ, ਜਾਂ ਆਪਾਂ ਰਾਈਟ ਵਿੰਗ ਜਾਂ ਲੈਫਟ ਵਿੰਗ ਦੇ ਵਿੱਚ ਰੱਖੀਏ। ਵਾਈ ਕਾਂਟ ਵੀ ਸਿਟ ਡਾਊਨ ਐਂਡ ਰੀਥਿੰਕ ਅ ਕਾਈਂਡ ਆਫ ਅ ਪਲਾਨ ਜਿਹੜਾ ਕਿ ਦੁਨੀਆ ਦੇ ਉੱਪਰ ਚੱਲਣਾ। ਆਈ ਡੋਂਟ ਥਿੰਕ ਕਿਸੇ ਕੋਲ ਵੀ ਇੱਕ ਬੰਦੇ ਕੋਲ ਕਿਸੇ ਕੋਲ ਵੀ ਬੜਾ ਡਿਜ਼ਾਈਨ ਹੋਏਗਾ। ਪਹਿਲਾਂ ਹੋਈ ਸੀਗੀ, ਤਾਂ ਕਰਕੇ ਜੋ LPG ਆਇਆ, ਜਦੋਂ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਉਹ ਤੋਂ ਪਹਿਲਾਂ ਜਿਹੜੀ ਪੋਲਿਟਿਕਸ ਚੱਲ ਰਹੀ ਸੀਗੀ, ਜਿਹੜੇ ਵੀ ਦੇਸ਼ਾਂ 'ਚ ਉਹਦੇ ਐਕਸਪੈਰੀਮੈਂਟ ਹੋਏ, ਜਦ ਹਾਲਾਂਕਿ ਉਹ ਵੀ ਬਾਅਦ 'ਚ ਉਹ 'ਤੇ ਨਹੀਂ ਖੜ੍ਹੇ ਰਹੇ, ਨਾ ਸੋਵੀਅਤ ਸੰਘ ਖੜ੍ਹਾ ਰਿਹਾ, ਨਾ ਚਾਈਨਾ ਖੜ੍ਹਾ ਰਿਹਾ, ਨਾ ਕੰਬੋਡੀਆ, ਹੋਰ ਜਿੰਨੇ ਵੀ ਦੇਸ਼ਾਂ 'ਚ ਐਕਸਪੈਰੀਮੈਂਟ, ਉੱਥੇ ਵੀ ਉਹਨਾਂ ਨੂੰ ਚੇਂਜਸ ਕਰਨੀਆਂ ਪਈਆਂ। ਹਾਲਾਂਕਿ ਹੈਲਥ 'ਚ ਕਿਊਬਾ ਨੇ ਬਹੁਤ ਅੱਛਾ ਕੀਤਾ। ਤਾਂ ਮੈਂ ਇਹ ਪੁੱਛ ਰਿਹਾ ਗਾ ਕਿ ਤੁਹਾਡੇ ਕੋਲ ਇੱਕ ਐਕਸਪੀਰੀਅੰਸ ਨੇ ਨਾ, ਮਤਲਬ ਤੁਹਾਡੇ ਕੋਲ ਹਿਸਟਰੀ ਦੇ ਐਕਸਪੀਰੀਅੰਸ ਪਏ ਨੇ, ਜਾਂ ਇੱਕ ਮਾਡਰਨ ਹਿਸਟਰੀ ਦੇ ਕਹਿ ਦਿੰਦੇ ਐਕਸਪੀਰੀਅੰਸ ਪਏ ਨੇ, ਉਹਦੇ 'ਚ ਤੁਸੀਂ ਤੁਲਨਾ ਕਰਦੇ। ਮੈਂ ਤਾਂ ਕਹਿ ਰਿਹਾ ਸੀ ਮੈਂ ਤੁਹਾਨੂੰ ਲੱਗਦਾ ਕੁਝ ਨਵਾਂ ਇਵੋਲਵ ਹੋਊਗਾ, ਉਹ ਵੀ ਫੇਲ ਹੋ ਗਏ, ਇਹ ਵੀ ਫੇਲ ਹੋਣਗੇ। ਮੇਰਾ ਸਬਮਿਸ਼ਨ ਇਹੀ ਹੈਗਾ ਕਿ ਸਰ ਜਦ ਵੀ ਮੈਂ ਕਿਸੇ ਐਸੀ ਉੱਚ ਡਿਸਕਸ ਕਰ ਰਹੇ ਹੁੰਦੇ ਆਪਾਂ ਇਹ ਗੱਲ ਜਿਹੜੀ ਹੈਗੀ, ਮੈਂ ਹਰ ਵਾਰੀ ਇਹ ਚੀਜ਼ ਕਹਿਣਾ ਕਿ ਬਈ ਤੁਸੀਂ ਅਗਰ ਕਿਸੇ ਚੀਜ਼ ਨੂੰ ਤੁਸੀਂ ਸੋਚੋਗੇ ਕਿ ਬਈ ਨਹੀਂ ਇਹ ਤਾਂ ਹੁਣ ਖਰਾਬ ਹੈ, ਜਿਸ ਤਰ੍ਹਾਂ ਆਪਾਂ ਰਾਈਟ ਵਿੰਗ ਦੀ ਗੱਲ ਕਰ ਰਹੇ ਹੈਗੇ, ਤਾਂ ਲੈਟਸ ਸੇ ਲੈਫਟ ਵਿੰਗ ਜਿਹੜਾ ਹੈਗਾ ਉਹ ਆਏਗਾ, ਔਰ ਲੋਕੀ ਇੱਕ ਆਲਰੇਡੀ ਇੱਕ ਇੰਪ੍ਰੈਸ਼ਨ ਹੈ ਕਿ ਲੈਫਟ ਵਿੰਗ ਹੈਜ਼ ਫੇਲਡ, ਔਰ ਕਮਿਊਨਿਜ਼ਮ, ਸੋਸ਼ਲਿਜ਼ਮ, ਇਹ ਲੋਕਾਂ ਦੇ ਇੰਪ੍ਰੈਸ਼ਨ ਹੈ। ਮੈਂ ਕਹਿੰਦਾ ਕਿ ਦੇਰ ਆਰ ਗੁੱਡ ਥਿੰਗਸ ਇਨ ਸੋਸ਼ਲਿਜ਼ਮ, ਦੇਰ ਆਰ ਗੁੱਡ ਥਿੰਗਸ ਇਨ ਕੈਪੀਟਲਿਜ਼ਮ also। ਅਸੀਂ ਕਿਉਂ ਨਹੀਂ ਇੱਕ ਮਿਕਸਚਰ ਕਰ ਸਕਦੇ? ਵਾਈ ਡੂ ਵੀ ਹੈਵ ਟੂ ਗੋ ਫॉर ਆਈਦਰ ਔਰ? ਇਹ ਨਹੀਂ ਹੈ ਸਰ, ਆਈਦਰ ਔਰ ਦਾ ਟਾਈਮ ਨਹੀਂ ਹੈ। ਅੱਜ ਦਾ ਜ਼ਮਾਨਾ ਜਾਂ ਸੋਸਾਇਟੀ ਇੱਕ ਐਸੇ ਲੈਵਲ 'ਤੇ ਜਾ ਚੁੱਕੀ ਹੈਗੀ ਹੈ ਕਿ ਵੀ ਕੈਨ ਸਟਾਰਟ ਰੀਥਿੰਕਿੰਗ। ਅਸੀਂ ਕੁਛ ਲੋਕ ਹੀ 8-10 ਲੋਕ ਵੀ ਅਗਰ ਬੈਠ ਕੇ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ 47 ਦੇ ਆਸ-ਪਾਸ ਜਿਹੜਾ ਇੱਕ ਉਹਨਾਂ ਨੇ ਇੱਕ ਤਰ੍ਹਾਂ ਦਾ ਮਾਡਲ ਜਾਂ ਡਿਜ਼ਾਈਨ ਤਿਆਰ ਕੀਤਾ ਸੀਗਾ, ਤਾਂ ਉਹ ਅਸੀਂ ਹੁਣ ਵੀ ਦੁਬਾਰਾ ਕਰ ਸਕਦੇ ਹੈਗੇ। ਦੀ ਓਨਲੀ ਥਿੰਗ ਇਜ਼ ਵੀ ਨੀਡ ਟੂ ਰੀਥਿੰਕ, ਸੋਚ ਕੇ ਕਿ ਹਾਂ ਵੀ ਹੁਣ ਅਸੀਂ ਕਰਨਾ ਹੈਗਾ। ਅੱਛਾ ਦੂਸਰੀ ਇੱਕ ਮਿੰਟ ਸਰ, ਤੁਸੀਂ ਜੋ ਕਹਿ ਰਹੇ ਹੋ ਕਿ ਵੀ ਉਹ ਪਹਿਲਾ ਜਿਹੜਾ ਸਿਸਟਮ ਸੀ ਉਹਨੇ ਅਡੋਪਟ ਕੀਤਾ, ਦੇਖੋ ਜਿਹੜਾ 47 ਦੇ ਵਿੱਚ ਹੋਇਆ ਸੀਗਾ ਨਾ ਜੀ, ਉਹ ਵੀ ਇਹ ਨਹੀਂ ਕਿ ਉਹਨਾਂ ਨੇ ਇਮੀਡੀਏਟਲੀ ਅਡੋਪਟ ਕਰ ਲਿਆ। 1980 ਦੇ ਦਸ਼ਕ ਤੱਕ ਆਂਦੇ ਫੈਲਿਆ ਹੈਗਾ ਜੀ ਉਹ। ਸੋ ਇਟ ਹੈਜ਼ ਟੇਕਨ ਟਾਈਮ। ਤਾਂ ਆਪਾਂ ਇਹ ਨਾ ਚੱਲੀ ਕਿ ਅੱਜ ਹੀ ਕੱਲ੍ਹ ਕੁਛ ਉਹਦਾ ਇਮੀਡੀਏਟਲੀ ਉਹਦਾ ਰਿਸਪੌਂਸ ਹੋਏਗਾ ਜਾਂ ਉਹ ਟਰਾਂਸਫਾਰਮੇਸ਼ਨ ਹੋ ਜਾਏਗੀ। ਬਟ ਆਈ ਥਿੰਕ ਦੀ ਪੁਆਇੰਟ ਇਜ਼ ਜਦ ਅਸੀਂ ਟਰਾਂਸਫਾਰਮੇਸ਼ਨ ਦੀ ਗੱਲ ਸ਼ੁਰੂ ਕਰਦੇ ਹੈਗੇ ਨਾ, ਤਾਂ ਉਹਨੂੰ ਟਾਈਮ ਤਾਂ ਲੱਗਣਾ ਹੈਗਾ। ਬਟ ਆਈ ਥਿੰਕ ਦੀ ਓਨਲੀ ਪੁਆਇੰਟ ਵੀ ਮਸਟ ਇਨਸ਼ੋਰ ਇਜ਼ ਕਿ ਵੀ ਆਰ ਔਨ ਦੀ ਰਾਈਟ ਟਰੈਕ ਆਫ ਟਰਾਂਸਫਾਰਮੇਸ਼ਨ। ਉਹ ਟਰਾਂਸਫਾਰਮੇਸ਼ਨ ਅਗਰ ਟਰੈਕ 'ਤੇ ਨਹੀਂ ਹੈਗੀ ਹੈ, ਔਰ ਜਾਂ ਤੁਸੀਂ ਕੋਮਾ ਫੁੱਲ ਸਟਾਪ ਸੋਚੋ ਬਦਲ ਕੇ ਕਿ ਵੀ ਤੁਸੀਂ ਸਾਰਾ ਕੁਝ ਬਦਲ ਲਿਆ, ਉਹ ਤਾਂ ਨਹੀਂ ਹੋ ਸਕਦਾ। ਆਈ ਥਿੰਕ ਇੱਥੇ ਤਾਂ ਪੂਰਾ ਪੈਰਾਗ੍ਰਾਫ ਹੀ ਬਦਲਣਾ ਪਏਗਾ। ਐਂਡ ਆਈ ਥਿੰਕ ਦੈਟ ਕੈਪੈਸਿਟੀ ਦੁਨੀਆ ਕੋਲ ਹੈਗੀ ਅੱਜ। ਮੈਂ ਇਹ ਕਹਿ ਰਿਹਾ ਕਿ ਇੰਟੈਲੈਕਚੁਅਲ ਬ੍ਰੇਨ ਵੀ ਹੈ, ਇੰਟੈਲੈਕਚੁਅਲ ਬੈਕਅਪ ਵੀ ਹੈਗਾ, ਇਕਨੋਮਿਕ ਦੇ ਜਿਹੜੇ ਉਹਦੇ ਆਸਪੈਕਟਸ ਹੈਗੇ ਉਹ ਵੀ ਸਾਰੇ ਨਜ਼ਰ ਆਉਂਦੇ ਪਏ, ਜਾਂ ਉਹ ਇਕੱਠੇ ਹੋ ਸਕਦੇ ਸਾਰੇ ਮਿਲਾ ਜੁਲਾ ਕੇ। ਐਂਡ ਦੈਨ ਵੀ ਕੈਨ ਕਮ ਅਪ ਵਿਦ ਅ ਨਿਊ ਕਾਈਂਡ ਆਫ ਇਕਨੋਮਿਕ ਡਿਜ਼ਾਈਨ ਦੀ ਵਰਲਡ ਸ਼ੁੱਡ ਫੋਲੋ। ਸਰ ਮੈਂ ਇਹਦੇ ਨਾਲ ਇਸ ਕਰਕੇ ਰਿਲੇਟ ਕਰ ਰਿਹਾ ਇਹ ਗੱਲ ਨੂੰ, ਜੋ ਤੁਸੀਂ ਕਹਿ ਰਹੇ ਸੀਗੇ ਕਿ ਜਦ ਕਿਸਾਨ ਅੰਦੋਲਨ ਹੋਇਆ
ਆਇਆ ਸੀਗਾ, ਤੁਹਾਨੂੰ ਯਾਦ ਹੋਏਗਾ ਉਸ ਟਾਈਮ ਵੀ ਮੈਨੂੰ ਸਵਾਲ ਪੁੱਛਿਆ ਜਾਂਦਾ ਸੀਗਾ ਕਿ ਜੀ ਦੁਨੀਆ 'ਚ ਕਿਹੜੀ ਕੰਟਰੀ ਵਿੱਚ ਇੱਕ ਐਸਾ ਮਾਡਲ ਹੈ ਜਿਹੜਾ ਤੁਸੀਂ ਲੈ ਕੇ ਆਉਣਾ ਚਾਹੋਗੇ। ਮੈਂ ਹਰ ਵਾਰੀ ਕਹਿੰਦਾ ਸੀਗਾ ਕਿ ਸਾਡੀ ਕਿਉਂ ਇੱਕ ਸਾਡੀ ਫਿਤਰਤ ਹੈਗੀ ਕਿ ਅਸੀਂ ਉੱਥੇ ਬਾਹਰੋਂ ਕਿਤੇ ਲੈਣਾ ਹੈਗਾ, ਅਸੀਂ ਲੱਭਦੇ ਹੈਗੇ ਸਾਨੂੰ ਕੋਈ ਅੱਛਾ ਮਾਡਲ ਮਿਲ ਜਾਏ। ਵਾਈ ਕਾਂਟ ਯੂ ਕ੍ਰੀਏਟ ਯੋਰ ਓਨ ਮਾਡਲ? ਆਪਾਂ ਵੀ ਤਾਂ ਇੱਕ ਅੱਛਾ ਮਾਡਲ ਕਰ ਸਕਦੇ ਹਾਂ, ਜਿਹੜੀ ਦੁਨੀਆ ਤੁਹਾਨੂੰ ਕਹੇਗੀ ਜੇ ਅਸੀਂ ਹਿੰਦੁਸਤਾਨ ਤੋਂ ਇਹ ਮਾਡਲ ਲੈਣਾ ਹੈਗਾ, ਕਰ ਸਕਦੇ ਹਾਂ ਨਾ ਜੀ। ਜੇ ਆਪਾਂ ਉੱਥੇ ਕਰ ਸਕਦੇ ਹਾਂ ਤਾਂ ਆਪਾਂ ਬੜੇ ਇਕਨੋਮਿਕ ਪਰਿਪੇਕਸ਼ ਵੀ ਕਰ ਸਕਦੇ ਹਾਂ ਸਰ। ਵੀ ਹੈਵ ਦੈਟ ਕੈਪੈਸਿਟੀ ਐਂਡ ਆਈ ਥਿੰਕ ਤੁਸੀਂ ਮੰਨੋਗੇ ਯਾਦਵਿੰਦਰ ਜੀ, ਇਟ ਆਲ ਬਿਗਿਨਸ ਵਿਦ ਅ ਸਮਾਲ ਇਨੀਸ਼ੀਏਟਿਵ। 4 5 6 7 8 10 ਲੋਕ ਅਗਰ ਬੈਠ ਕੇ ਸ਼ੁਰੂਆਤ ਕਰਦੇ ਹੈ ਔਰ ਉਹਦੇ ਉੱਪਰ ਧਿਆਨ ਲੋਕਾਂ ਦਾ ਰਹਿੰਦਾ ਜਾਂ ਉਹ ਇੰਨਾ ਅੱਛਾ ਕੰਮ ਕਰਕੇ ਦਿੰਦੇ ਹੈਗੇ, ਪੀਪਲ ਵੁੱਡ ਟਾਕ ਅਬਾਊਟ ਇਟ ਸਰ। ਮੈਂ ਇਸ ਗੱਲ ਤੇ ਪੂਰਾ ਹੋਪਫੁਲ ਹੈ ਕਿ ਇਹ ਪੋਸੀਬਲ ਹੈ, ਬਟ ਲੈਟਸ ਨਾਟ ਡਿਵਾਈਡ ਇਟ। ਹੋਣਗੀਆਂ ਜਦੋਂ ਇਹਨੂੰ ਸਮੂਹਿਕ ਤੌਰ ਤੇ ਲੈ ਕੇ ਆਉਣਾ ਮਾਸਸ ਲੈਵਲ ਦੇ ਉੱਤੇ, ਜਦੋਂ ਅਸੀਂ ਤਾਂ ਕਿ ਨੇਚਰ ਪੂਰੀ ਇਕੋਲੋਜੀ ਨੂੰ ਲੈ ਕੇ ਮੈਂ ਗੱਲ ਕਰ ਰਿਹਾ ਹਾਂ ਨਾ, ਜਦੋਂ ਕੋਈ ਇਸ ਤਰ੍ਹਾਂ ਦੀ ਹੋਲਿਸਟਿਕ ਅੰਡਰਸਟੈਂਡਿੰਗ ਬਣਦੀ ਹੈ ਕਿ ਭਾਈ ਹੜ੍ਹ ਵੀ ਨਾ ਆਉਣ ਹੈ ਨਾ, ਬਾਕੀ ਸਮੱਸਿਆਵਾਂ ਵੀ ਨਾ, ਗਲੋਬਲ ਵਾਰਮਿੰਗ ਤੋਂ ਵੀ ਆਪਾਂ ਬਚੀਏ, ਉਦੋਂ ਫਿਰ ਜਿਹੜੇ ਵੀ ਬੰਦੇ, ਜਿਹੜੀਆਂ ਪਾਰਟੀਆਂ ਜਿਨ੍ਹਾਂ ਦੀ ਸਰਕਾਰ ਆਈ, ਮੰਨ ਲਓ ਤੁਸੀਂ ਰਾਹੁਲ ਗਾਂਧੀ ਦੇ ਨਾਲ ਵਾਕ ਕੀਤੀ, ਤੁਸੀਂ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਵਿਦਵਾਨੀ ਵਾਲੀਆਂ ਕੀਤੀਆਂ ਹੋਈਆਂ ਕਿ ਭਾਈ ਇਸ ਦੇਸ਼ ਨੂੰ ਸਸਟੇਨੇਬਲ ਡਿਵੈਲਪਮੈਂਟ ਦੇ ਮਾਡਲ ਦੀ ਲੋੜ ਆ। ਬੇਸਿਕ ਇੱਕ ਅੰਡਰਸਟੈਂਡਿੰਗ ਆਪਣੀ ਸਾਰਿਆਂ ਦੀ ਕਿ ਸਸਟੇਨੇਬਲ ਡਿਵੈਲਪਮੈਂਟ ਦਾ ਮਾਡਲ ਚਾਹੀਦਾ ਗਾ ਨਾ। ਅੱਜ ਜਦੋਂ ਸੱਤਾ 'ਚੋਂ ਬਾਹਰ ਨੇ ਉਹ ਸੁਣ ਰਹੇ ਹੋਣਗੇ, ਜਦੋਂ ਸੱਤਾ 'ਚ ਆਉਣਗੇ ਜਿਹੜੇ ਉਹਨਾਂ ਦੇ ਨੇੜੇ ਦੇ ਲੋਕ ਵੀ ਹੋਣਗੇ ਉਹਨਾਂ ਦੀ ਉਹ ਸੁਣਨਾ ਬੰਦ ਕਰ ਦਿੰਦੇ। ਕਾਂਗਰਸ 'ਚ ਵੀ ਐਂ ਹੋਇਆ, ਬੀਜੇਪੀ ਦੇ ਅੰਦਰ ਵੀ ਗੋਵਿੰਦਾਚਾਰੀਆ ਵਰਗੇ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ ਲਾਤੀ, ਜਿਨ੍ਹਾਂ ਦਾ ਬਹੁਤ ਸਤਿਕਾਰ ਆ, ਜਿਨ੍ਹਾਂ ਦਾ ਮੈਂ ਦੇਖਦਾ ਲੈਫਟ ਵਿੰਗ ਦੇ ਲੋਕ ਵੀ ਸਤਿਕਾਰ ਕਰਦੇ ਨੇ। ਠੀਕ ਹੈ, ਮੈਂ ਦਿੱਲੀ ਰਿਹਾ ਗਾ, ਮੈਂ ਗੋਵਿੰਦਾਚਾਰੀਆ ਦਾ ਬਹੁਤ ਸਤਿਕਾਰ ਰਿਹਾ ਗਾ ਜੀ, ਪਰ ਉਹਨਾਂ ਦੀ ਪਾਰਟੀ ਨਹੀਂ ਉਹਨਾਂ ਨੂੰ ਚੱਕ ਕੇ ਬਾਹਰ ਮਾਰ, ਮਤਲਬ ਉਹਨਾਂ ਦੀ ਵਿਚਾਰਿਆਂ ਦੀ ਕੋਈ ਤੁਸੀਂ ਮੈਂ ਤਾਂ ਕਹਿ ਰਿਹਾਗਾ ਕਿ ਮਤਲਬ ਕਿਉਂ ਐ ਸੰਭਵ ਨਹੀਂ ਹੈਗਾ ਕਿ ਜਿਹੜੇ ਬੰਦੇ ਅੰਦਰ ਬੈਠੇ ਹੁੰਦੇ ਨੇ ਉਸ ਡਿਸਕਸ਼ਨ ਦੇ। ਦੇਖੋ ਜਿੱਥੇ ਤੱਕ ਗੋਵਿੰਦਾਚਾਰਿਆ ਜੀ ਹੈਗਾ, ਜਾਂ ਤੁਹਾਨੂੰ ਲੱਗਦਾ ਕੋਈ ਸੋਸ਼ਲ ਪੋਲੀਟੀਕਲ ਮੂਵਮੈਂਟ ਹੋਊਗੀ ਉਹ ਚੇਂਜ ਕਰੂਗੀ, ਤਾਂ ਮੈਂ ਪੁੱਛ ਰਿਹਾ ਤੁਹਾਨੂੰ। ਗੋਵਿੰਦਾਚਾਰਿਆ ਜੀ ਨਾਲ ਹੋ ਸਕਦਾਗਾ ਕਿ ਅਸੀਂ ਇਸ ਖੇਤ 'ਚ ਬੈਠੇ ਹਾਂ, ਇੱਥੇ ਹੋ ਜੇ, ਠੀਕ ਹੈ, ਤੁਸੀਂ ਕਰ ਲਓ। ਨੋ ਆਈ ਗੈਟ ਯੂਰ ਪੁਆਇੰਟ ਸਰ, ਮੈਂ ਤੁਹਾਡੀ ਗੱਲ ਮੰਨਦਾ ਔਰ ਮੇਰੇ ਆਪਾਂ ਅਗਰ ਇੱਕ ਤੁਸੀਂ ਜਿਹੜਾ ਇੱਕ ਇਲਸਟ੍ਰੇਸ਼ਨ ਦਿੱਤੀ ਹੈ ਗੋਵਿੰਦਾਚਾਰਿਆ ਜੀ, ਉਹ ਮੇਰੇ ਵੀ ਮਿੱਤਰ ਹੈਗੇ ਔਰ ਅਸੀਂ ਬਹੁਤ ਸਾਲ ਉਹਨਾਂ ਨਾਲ ਅਸੀਂ ਇਕੱਠੇ ਉਹ ਕੰਮ ਕੀਤਾ ਹੈਗਾ ਐਂਡ ਆਈ ਐਪਰੀਸ਼ੀਏਟ ਹਿਜ਼ ਥਿੰਕਿੰਗ ਐਂਡ ਆਲ ਦੋਜ਼ ਥਿੰਗਸ। ਲੇਕਿਨ ਮੈਨੂੰ ਲੱਗਦਾ ਹੈ ਕਿ ਹੋਰ ਵੀ ਲੋਕੀ ਹੈਗੇ ਹਿੰਦੁਸਤਾਨ 'ਚ ਜਿਹੜੇ ਆਈਡੀਓਲੋਜੀਕਲ ਸੋਚ ਜਿਹੜੀ ਹੈਗੀ ਹੈ, ਜਿਹੜਾ ਵੱਖਰੇਪਨ ਤੋਂ ਆਲਟਰਨੇਟਿਵ ਤੋਂ ਜਿਹੜੇ ਸੋਚਦੇ ਹੈਗੇ ਬਿਲਕੁਲ ਹੈਗੇ ਹਿੰਦੁਸਤਾਨ 'ਚ ਔਰ ਉਹਨਾਂ ਨੂੰ ਦਰਕਿਨਾਰ ਕੀਤਾ ਜਾਂਦਾ, ਇਹ ਵੀ ਆਪਾਂ ਸਭ ਸਮਝਦੇ ਹੈਗੇ ਹਾਂ। ਲੇਕਿਨ ਸਰ ਇੱਕ ਗੱਲ ਬੜੀ ਇੰਪੋਰਟੈਂਟ ਹੈਗੀ ਹੈ ਕਿ ਇੱਕ ਸ਼ਾਇਦ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਦਾ ਇੱਕ ਟਾਈਮ ਵੀ ਆਉਂਦਾ ਸਰ। ਦੇਖੋ ਅੱਜ ਕਲਾਈਮੇਟ ਕ੍ਰਾਈਸਿਸ ਇੰਨਾ ਜ਼ਬਰਦਸਤ ਹੋ ਗਿਆ ਕਿ ਵੀ ਆਰ ਇਨ ਦੀ ਮਿਡਸ ਆਫ ਕੈਟਾਸਟ੍ਰੋਫੀ, ਸਭ ਮੰਨਦੇ ਹੈਗੇ। ਹੁਣ ਜਿਸ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਵਾਰਮਿੰਗ ਨਹੀਂ, ਹੁਣ ਤਾਂ ਬੋਇਲਿੰਗ ਦਾ ਟਾਈਮ ਆ ਗਿਆ ਹੈਗਾ, ਹੈ ਨਾ ਜੀ। ਉਹ ਕਈ ਵਾਰ ਹੁੰਦਾ ਕਿ ਯੂ ਹੈਵ ਟੂ ਗੈਟ ਦੈਟ ਹਿੱਟ ਟੂ ਅੰਡਰਸਟੈਂਡ ਕਿ ਬਈ ਹਾਊ ਹਾਰਮਫੁਲ ਦਿਸ ਸਿਸਟਮ ਵਾਸ। ਸ਼ਾਇਦ ਫਿਰ ਠੀਕ ਹੋਏਗਾ। ਮੈਨੂੰ ਲੱਗਦਾ ਕਿ ਯੂਰਪ 'ਚ ਇੰਡਸਟਰੀਲਾਈਜੇਸ਼ਨ ਹੋਇਆ, ਸਾਰੀਆਂ ਨਦੀਆਂ ਖਰਾਬ ਕਰ ਲਈਆਂ, ਫਿਰ ਸਮਝ ਆਉਂਦੀ ਹੈ ਸਰ, ਫਿਰ ਸਮਝ ਆਉਂਦੀ ਹੈ ਸਰ। ਮੈਨੂੰ ਇਹ ਲੱਗਦਾ ਕਿ ਸਰ ਇਹ ਜੇ ਇੱਕ ਟਾਈਮ ਜਿਹਨੂੰ ਮੈਂ ਕਹਿੰਦਾ ਕਿ ਹਰ ਚੀਜ਼ ਆ ਜਾਂਦਾ, ਜਦ ਅਤੀ ਹੋ ਗਈ ਹੁੰਦੀ ਹੈ ਸ਼ਾਇਦ, ਤਾਂ ਉਹ ਅਤੀ ਦੇ ਟਾਈਮ 'ਤੇ ਹੀ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਬਈ ਅਸੀਂ ਸ਼ਾਇਦ ਗਲਤ ਰਸਤੇ ਸੀਗੇ। ਅਦਰਵਾਈਜ਼ ਬਹੁਤ ਮੁਸ਼ਕਿਲ ਹੈ ਜੀ, ਅਸੀਂ ਵੀ ਜਾਣਦੇ ਹਾਂ, ਤੁਸੀਂ ਵੀ ਜਾਣਦੇ ਹੋ। ਪਰ ਅੱਜ ਜਿਹੜਾ ਟਾਈਮ ਹੈਗਾ, ਇਸੇ ਕਰਕੇ ਮੈਂ ਸੋਚਦਾ ਕਿ ਐਪਰੋਪ੍ਰੀਏਟ ਹੈਗਾ। ਅੱਜ ਟਾਈਮ ਐਪਰੋਪ੍ਰੀਏਟ ਹੈਗਾ ਕਿ ਦੁਨੀਆ ਵਿੱਚ ਅੱਜ ਤੁਸੀਂ ਦੇਖ ਲਓ, ਤੁਸੀਂ ਅਗਰ ਟਵਿੱਟਰ ਰੋਜ਼ ਫੋਲੋ ਕਰੋਗੇ ਤਾਂ ਤੁਸੀਂ ਦੇਖਦੇ ਹੋ ਕਿ ਹਰ ਜਗ੍ਹਾ ਤੋਂ ਤੁਹਾਨੂੰ ਰਿਪੋਰਟਸ ਆ ਰਹੀਆਂ, ਅੱਜ ਕਿੰਨਾ ਡੈਮੇਜ ਹੋਇਆ, ਅੱਜ ਦੁਨੀਆ ਕਿਸ ਲੈਵਲ ਤੇ ਪਹੁੰਚ ਗਈ ਹੈਗੀ ਆ, ਕਿੰਨੇ ਚੀਜ਼ਾਂ ਅਸੀਂ ਸੋਚੀਆਂ ਸੀ ਕਿ ਗਲਤ ਹੋ ਗਈਆਂ, ਆਲ ਦੋਸ ਕਨਸੈਪਟਸ, IPCC ਦੀ ਰਿਪੋਰਟਸ ਦਾ ਕੀ ਹਾਲ ਹੋਇਆ ਹੈਗਾ, ਸੋ ਔਨ ਐਂਡ ਸੋ ਫੋਰਥ। ਮੇਰਾ ਮਤਲਬ ਹੁਣ ਲੇਟੈਸਟ ਤਾਂ ਬਹੁਤ ਹੀ ਉਹਨਾਂ ਨੇ ਬਹੁਤ ਗੰਭੀਰ ਚੇਤਾਵਨੀ ਉਹਨਾਂ ਦੀ ਹੁੰਦੀ ਹੈ ਸਰ, ਬਿਲਕੁਲ ਠੀਕ ਕਹਿ ਰਹੇ ਹੋ। ਸੋ ਮਤਲਬ ਮੇਰਾ ਕਹਿੰਦਾ ਆਲ ਦੋਸ ਥਿੰਗਸ ਆਰ ਕਮਿੰਗ ਕਲੋਜ਼ਰ ਟੂ ਯੂ, ਠੀਕ ਹੈ ਨਾ। ਲੇਕਿਨ ਤੁਸੀਂ ਇਹ ਨਾ ਸੋਚੋ ਕਿ ਉਹ ਰਾਈਟ ਵਿੰਗ ਇਕਨੋਮਿਕਸ ਉਹਨੂੰ ਇੰਨੀ ਆਸਾਨੀ ਨਾਲ ਐਕਸੈਪਟ ਕਰੇਗੀ। ਤੁਸੀਂ ਅੱਜ ਵੀ ਦੇਖੋ ਇੱਕ ਰਾਈਟ ਵਿੰਗ ਜਿਹੜੀ ਇਕਨੋਮਿਕਸ ਨੇ ਇੱਕ ਰਾਈਟ ਵਿੰਗ ਪੋਲਿਟਿਕਸ ਖੜੀ ਕੀਤੀ ਹੋਈ ਹੈ, ਉਹ ਐਕੈਡਮੀਆ ਨੂੰ ਖੜਾ ਕਰਤਾ ਹੈਗਾ, ਜਿਹੜੇ ਕਹਿੰਦੇ ਕਿ ਇਹ ਤਾਂ ਬਨਾਈਨ ਹੈ ਜਿਹੜਾ ਟੈਂਪਰੇਚਰ ਅੱਜ, ਇਹ ਵੀ ਗੱਲ ਹੋ ਰਹੀ ਹੈ। ਸੋ ਉਹ ਆਪਣਾ ਆਪੋਜੀਸ਼ਨ ਜਾਂ ਆਪਣਾ ਤਰੀਕਾ ਲੈ ਕੇ ਆਉਣਗੇ, ਬਟ ਆਈ ਥਿੰਕ ਜਿੰਨਾ ਲੋਕਾਂ ਨੂੰ ਸਮਝ ਆ ਰਿਹਾ, ਕਿਉਂਕਿ ਅੱਜ ਲੋਕੀ ਸਭ ਨੂੰ ਇਫੈਕਟ ਹੁੰਦਾ ਜੀ ਕਲਾਈਮੇਟ ਦਾ, ਐਂਡ ਆਈ ਥਿੰਕ ਐਵਰੀਵਨ ਇਜ਼ ਰਿਅਲਾਈਜ਼ਿੰਗ ਕਿ ਅਸਰ ਪੈ ਰਿਹਾ, ਸਿਹਤ ਤੇ ਅਸਰ ਪੈ ਰਿਹਾ, ਸਭ ਜਗ੍ਹਾ ਪੈ ਰਿਹਾ ਨਾ ਜੀ। ਹੁਣ ਤੁਸੀਂ ਵੀ ਸੀਰੀਜ਼ ਜਿਹੜੀ ਕਰ ਰਹੇ ਹੋ, ਤੁਸੀਂ ਅਲੱਗ-ਅਲੱਗ ਐਸਪੈਕਟਸ ਤੋਂ ਦੇਖ ਰਹੇ ਹੋਗੇ, ਐਂਡ ਆਈ ਥਿੰਕ ਦੈਟ ਵਿਲ ਬੀ ਵੈਰੀ ਐਜੂਕੇਟਿਵ ਫॉर ਆਲ ਆਫ ਅਸ। ਉਹ ਜਿਹੜਾ ਐਜੂਕੇਸ਼ਨ ਹੈ ਉਹ ਲੋਕਾਂ ਦੇ ਅੰਦਰ ਜਾ ਰਹੀ ਹੈ ਸਰ। ਹੁਣ ਸਮਝ ਆ ਗਿਆ ਉਹਨਾਂ ਨੂੰ ਕਿ ਬਈ ਨੁਕਸਾਨ ਤਾਂ ਹੋਇਆ ਹੈਗਾ, ਠੀਕ ਹੈ ਨਾ ਜੀ। ਉਹ ਡੋਮੀਨੈਂਟ ਨੈਰੇਟਿਵ ਨੂੰ ਤੋੜਨਾ ਜਿਹੜਾ ਹੈਗਾ ਨਾ, ਮੈਨੂੰ ਲੱਗਦਾ ਕਿ ਇਹ ਤਾਂ ਹੀ ਉੱਠੇਗਾ ਜਦ ਥੱਲੋਂ ਜਿਹੜਾ ਆਪਾਂ ਕਹਿੰਦੇ ਹਾਂ ਕਿ ਮਾਸਿਸ ਤੋਂ ਜਾਂ ਬੇਸ ਤੋਂ ਉੱਠੇਗਾ, ਉਹ ਤਾਂ ਹੀ ਉੱਠੇਗਾ ਜਦ ਉਹਨੂੰ ਮਾਰ ਪੈਂਦੀ ਹੈ, ਜਦ ਉਹਨੂੰ ਸਮਝ ਆਉਂਦਾ ਕਿ ਇਹ ਗਲਤ ਰਸਤੇ 'ਤੇ ਹੈਗਾ। ਦੁਨੀਆ ਦੀ ਪੋਲਿਟਿਕਸ ਹੁਣ ਇੱਕ ਗੱਲ ਵੀ ਇਹ ਵੀ ਚੱਲ ਰਹੀ ਹੈ ਕਿ ਪਹਿਲਾਂ ਜਿਹੜਾ ਮਲਟੀਪੋਲਰ ਵਰਲਡ ਦੀ ਗੱਲ ਚੱਲ ਰਹੀ ਹੈ ਬੇਸਿਕਲੀ, ਹੈ ਨਾ, ਜਿਹੜੀ ਹੈਜਮਨੀ ਸੀ ਅਮਰੀਕਾ ਦੀ ਹੈਜਮਨੀ ਸੀਗੀ ਜਾਂ ਵੈਸਟ ਦੀ ਹੈਜਮਨੀ ਹੈ, ਬੇਸਿਕਲੀ ਵੈਸਟ ਦੇ ਮਾਡਲ ਹੀ ਹੈ ਨਾ ਜਿਹੜੇ ਠੀਕ ਹੈ ਆਪਣੇ ਕੋਲ ਆਏ ਸਾਰੇ, ਜਿਨ੍ਹਾਂ ਤੋਂ ਅਸੀਂ ਬਹੁਤ ਇੰਪ੍ਰੈਸ ਹਾਂ। ਸਾਡਾ ਪੰਜਾਬੀ ਵੀ ਬਹੁਤ ਇੰਪ੍ਰੈਸ ਹੁੰਦੇ ਨੇ ਵੈਸਟ ਤੋਂ ਜਾਂ ਇੰਡੀਆ ਦੇ ਅੰਦਰ ਵੀ। ਤਾਂ ਤੁਹਾਨੂੰ ਐਂ ਲੱਗਦਾ ਗਾ ਕਿ ਜੇ ਪੋਲੀਟਿਕਸ ਜਦੋਂ ਅਮਰੀਕਾ ਬੈਠਾ ਗਾ ਇੰਨੀ ਹੈਜਮਨੀ ਦੇ ਨਾਲ, ਜੇ ਉੱਥੋਂ ਕੋਈ ਪੋਲੀਟਿਕਸ ਮਲਟੀਪੋਲਰ ਵਰਲਡ ਨੂੰ ਜਾਂਦੀ ਆ, ਉਹਦੇ ਪੁਆਇੰਟ ਹਿਲਦੇ ਨੇਗੇ, ਜਿਵੇਂ ਚਾਈਨਾ ਦੀ ਗੱਲ ਹੋ ਰਹੀ ਹੈ ਜਾਂ ਰਸ਼ੀਆ ਦੀ ਹੋ ਰਹੀ ਹੈ ਜਾਂ ਕੁਛ
ਚੀਜ਼ਾਂ ਹਿੱਲ ਰਹੀਆਂ ਨੇਗੀਆਂ ਦੁਨੀਆ ਦੀ ਪੋਲਿਟਿਕਸ 'ਚ, ਸ਼ਾਇਦ ਕੋਈ ਉਹਦੇ 'ਚ ਜਿਵੇਂ ਤੁਸੀਂ ਕਹਿੰਦੇ ਹੋ ਕੋਈ ਨਾ ਕੋਈ ਕੁਦਰਤ ਰਾਹ ਕੱਢ ਦੂਗੀ। ਸਰ ਉਹ ਵੀ ਬੜਾ ਜਿਵੇਂ ਇੰਟਰਸਟਿੰਗ ਅੱਤ ਹੋ ਗਈ, ਤੁਸੀਂ ਕਹਿੰਦੇ ਹੋ ਅੱਤ ਤੋਂ ਬਾਅਦ ਤਾਂ ਹਾਂ ਦੇਖੋ ਇਹ ਜਿਹੜਾ ਹੁਣ ਤੁਸੀਂ ਅਮਰੀਕਾ ਦੀ ਗੱਲ ਕੀਤੀ, ਬਿਕੋਜ਼ ਅਮਰੀਕਾ ਪੋਲੀਟੀਕਲੀ ਹੀ ਹੋਣਾ ਨਾ। ਦੇਖੋ ਸਮੂਹਿਕ ਤੌਰ 'ਤੇ ਤਾਂ ਇੰਡੀਵਿਜੂਅਲ ਇਨੀਸ਼ੀਏਟਿਵ ਤਾਂ ਲਏ ਜਾਣਗੇ, ਪੰਜਾਬ 'ਚ ਵੀ ਲਏ ਜਾ ਰਹੇ ਨੇ। ਹੁਣ ਆਂਧਰਾ ਪ੍ਰਦੇਸ਼ ਤੁਸੀਂ ਦੱਸ ਰਹੇ ਸੀ ਬਹੁਤ ਵੱਡਾ ਕੰਮ ਹੋ ਰਿਹਾ, ਸਿੱਕਮ 'ਚ ਬਹੁਤ ਵੱਡਾ ਕੰਮ ਹੋ ਰਿਹਾ ਹੈਗਾ, ਭੂਟਾਨ 'ਚ ਉਹਨਾਂ ਨੇ ਕਿੰਨਾ ਵਧੀਆ ਕੰਮ ਕੀਤਾ ਹੈਗਾ ਸਾਰਾ ਜਿਹੜਾ ਜੰਗ ਫੋਰੈਸਟ ਦੇ ਉੱਤੇ ਸਭ ਤੋਂ ਬੈਸਟ ਮੈਨੂੰ ਲੱਗਦਾ ਕੰਮ ਭੂਟਾਨ 'ਚ ਹੋਇਆ। ਹਾਂਜੀ ਤੇ ਮਤਲਬ ਪਰ ਬਦਲਣੀਆਂ ਤਾਂ ਉਸ ਤੋਂ ਬਾਅਦ ਪੋਲੀਟੀਕਲ ਗੇਮ ਨਹੀਂ ਬਦਲਣਾ। ਸਰ ਬੇਸਿਕਲੀ ਜਿਹੜੀ ਪੋਲੀਟੀਕਲ ਗੇਮ ਹੈਗੀ ਆ ਉਹ ਇਕਨੋਮਿਕਸ ਦੇ ਨਾਲ ਤੁਸੀਂ ਉਹਨੂੰ ਅਲੱਗ ਨਹੀਂ ਕਰ ਸਕਦੇ। ਜਿਹੜੀ ਇਕਨੋਮਿਕਸ ਦੀ ਜਿਹੜੀ ਸੋਚ ਹੈਗੀ, ਡੋਮੀਨੈਂਟ ਇਕਨੋਮਿਕ ਜਿਹੜੀ ਸੋਚ ਹੈਗੀ ਆ, ਉਹ ਕਿਉਂਕਿ ਹੁਣ ਉਹਦੇ ਸਵਾਲ ਖੜੇ ਹੋ ਰਹੇ ਹੈਗੇ ਆ, ਤਾਂ ਪੋਲੀਟਿਕਸ ਵਿੱਚ ਆਸਤੇ ਆਸਤੇ ਆਪਾਂ ਨੂੰ ਨਜ਼ਰ ਨਹੀਂ ਸ਼ਾਇਦ ਆਏਗਾ। ਮੈਂ ਤੁਹਾਨੂੰ 2-3 ਐਗਜ਼ਾਮਪਲ ਦੇਵਾਂਗਾ ਜੀ। ਪ੍ਰੈਜ਼ੀਡੈਂਟ ਜੋ ਬਾਈਡਨ ਅਮਰੀਕਾ ਦੇ ਫਸਟ ਹੈਡ ਆਫ ਦੀ ਸਟੇਟ ਜਿਹਨੇ ਕਿਹਾ ਕਿ ਟ੍ਰਿਕਲ ਡਾਊਨ ਥਿਊਰੀ ਹੈਜ਼ ਫੇਲਡ। ਸਾਰੀ ਜਿਹੜੀ ਇਕਨੋਮਿਕਸ ਹੈ ਦੁਨੀਆ ਦੇ ਉੱਤੇ ਟ੍ਰਿਕਲ ਡਾਊਨ ਤੇ ਚੱਲਦੀ ਹੈ, ਹਿੰਦੁਸਤਾਨ 'ਚ ਵੀ ਟ੍ਰਿਕਲ ਡਾਊਨ 'ਚ ਹੈਗੀ। 2008-9 'ਚ ਦੀ ਹਵਾ ਨਿਕਲੀ ਹੈ, ਲੇਕਿਨ ਇੱਕ ਰਾਸ਼ਟਰਪਤੀ ਨੇ ਖੜੇ ਹੋ ਕੇ ਇਹ ਤਾਂ ਕਿਹਾ ਨਾ ਕਿ ਬਈ ਟ੍ਰਿਕਲ ਡਾਊਨ ਹੈਜ਼ ਫੇਲਡ। ਉਹਦਾ ਇੰਪੈਕਟ ਇਹ ਪਿਆ ਕਿ ਹੁਣ ਅਮਰੀਕਾ ਵਿੱਚ ਬਿਲਕੁਲ IMF ਔਰ ਵਰਲਡ ਬੈਂਕ ਦੀ ਜਿਹੜੀ ਸੋਚ ਸੀਗੀ ਟ੍ਰਿਕਲ ਡਾਊਨ, ਉਹ ਘੱਟ ਤੋਂ ਘੱਟ ਈਵਨ IMF ਐਂਡ ਵਰਲਡ ਬੈਂਕ ਉੱਥੇ ਕੁਆਇਟ ਰਹਿੰਦੇ, ਇਸ ਗੱਲ ਤੇ ਚੈਲੰਜ ਨਹੀਂ ਕਰਦੇ ਉਹਨੂੰ, ਠੀਕ ਹੈ ਨਾ ਜੀ। ਅੱਛਾ, ਕਿਉਂਕਿ ਰਾਸ਼ਟਰਪਤੀ ਸੀਗੇ, ਰਾਸ਼ਟਰਪਤੀ ਹੈਗੇ ਉਹਨਾਂ ਨੇ ਇਹ ਗੱਲ ਕਹੀ। ਹੁਣ ਦੇਖੋ ਉੱਥੇ ਕੀ ਹੋਇਆ, ਦੇ ਹੈਵ ਟੇਕਨ ਸਮ ਸਟੈਪਸ ਜਿਹੜੇ ਕਿ ਜਿਹੜਾ ਤੁਸੀਂ ਲਿਬਰਲਾਈਜੇਸ਼ਨ ਦਾ ਤੁਸੀਂ ਕਹਿ ਰਹੇ ਸੀ ਨਾ, LPG ਮਾਡਲ ਤੋਂ ਪਿੱਛੇ ਜਾ ਰਹੇ ਹੈਗੇ ਤਾਂ ਉਹਨਾਂ ਦੇ ਇੱਕ ਬਹੁਤ ਜਾਣੇ ਮਾਨੇ ਇਕੋਨੋਮਿਸਟ ਹੈਗੇ ਆ, ਉਹਨਾਂ ਨੇ, ਮੈਂ ਉਹਨੂੰ ਬਹੁਤ ਫੋਲੋ ਕਰਦਾ ਸੀਗਾ, ਟ੍ਰੇਡ ਤੇ ਬਹੁਤ ਕੰਮ ਇਹਨਾਂ ਦਾ, ਡੈਨੀ ਕਰਕੇ ਉਹਨਾਂ ਦਾ ਨਾਂ ਹੈਗਾ। ਉਹਨਾਂ ਨੇ ਇੱਕ ਆਪਣੇ ਆਰਟੀਕਲ 'ਚ ਕੀ ਲਿਖਿਆ ਹੈ, ਉਹ ਕਹਿੰਦੇ ਕਿ ਜੋ ਅਸੀਂ ਸਟੈਪਸ ਲੈ ਰਹੇ ਹੈਗੇ ਨਾ, ਡਿਵੈਲਪਿੰਗ ਕੰਟਰੀ ਸ਼ੁੱਡ ਬੀ ਵੈਰੀ ਕੇਅਰਫੁਲ। ਜੋ ਮਤਲਬ ਅਸੀਂ ਕਰ ਰਹੇ ਹਾਂ ਕਿ ਸਾਡੀ ਕੰਪਲਸ਼ਨ ਹੈਗੀ ਹੈ, ਪਰ ਤੁਸੀਂ ਉਹ ਗਲਤੀ ਨਾ ਕਰਿਓ। ਡਿਵੈਲਪਿੰਗ ਕੰਟਰੀਜ਼ ਨੂੰ ਕਹਿ ਰਿਹਾ ਜੋ ਅਸੀਂ ਕਰਨ ਜਾ ਰਹੇ ਹੈਗੇ ਹਾਂ, ਕਿਉਂਕਿ ਤੁਹਾਡੀ ਕੰਡੀਸ਼ਨਸ ਹੋਰ ਹੈਗੀਆਂ। ਮੈਂ ਉਹਦੇ ਜਵਾਬ 'ਚ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਜਦ ਤੁਸੀਂ ਸਾਡੇ 'ਤੇ ਪੁਸ਼ ਕੀਤਾ ਸੀਗਾ ਇਹ LPG ਮਾਡਲ ਹੋਏ ਜਾਂ ਵਾਸ਼ਿੰਗਟਨ ਕੰਸੈਂਸਸ ਹੋਏ ਜਾਂ ਸਾਰਾ ਕੋਈ ਗਲੋਬਲਾਈਜੇਸ਼ਨ ਦਾ ਮਾਡਲ, ਤਾਂ ਤੁਸੀਂ ਕਦੀ ਸਾਨੂੰ ਕਿਹਾ ਨਹੀਂ ਕਿ ਤੁਹਾਡਾ ਮਾਡਲ ਤੁਹਾਡਾ ਕੰਡੀਸ਼ਨਸ ਹੋਰ ਹੈਗੀਆਂ, ਤੁਸੀਂ ਬੀ ਕੇਅਰਫੁਲ। ਤੁਸੀਂ ਹੁਣ ਕਿਉਂਕਿ ਤੁਹਾਨੂੰ ਲੱਗ ਰਿਹਾ ਖਤਰਾ ਹੈ ਕਿ ਵੀ ਪਿੱਛੇ ਹਟ ਰਿਹਾ, ਵੀ ਆਰ ਟੇਕਿੰਗ 2 ਸਟੈਪਸ ਬੈਕਵਰਡ, ਸਾਨੂੰ ਤੁਸੀਂ ਕਹਿ ਰਹੇ ਹੋ ਕਿ ਬਈ ਯੂ ਬੀ ਵਾਚਫੁਲ, ਤੁਸੀਂ ਨਾ ਉਹ ਗਲਤੀ ਕਰੋ ਜੋ ਅਸੀਂ ਕਰ ਰਹੇ ਹਾਂ। ਇਹ ਮਤਲਬ ਹੈ ਕਿ ਕਿਤੇ ਕਿਤੇ ਉਹਨਾਂ ਨੂੰ ਵੀ ਡਰ ਹੈਗਾ। ਆਈ ਐਮ ਸ਼ੋਰ ਯੂ ਵਿਲ ਐਗਰੀ, ਡਰ ਹੈਗਾ ਕਿ ਬਈ ਦੁਨੀਆ ਨਾ ਕਿਤੇ ਇਸ ਮਾਡਲ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦੇ, ਜਿਹਦੀ ਆਪਾਂ ਗੱਲ ਕਰ ਰਹੇ ਹੈਗੇ ਕਿ ਇੱਕ ਉਸ ਇਕਨੋਮਿਕ ਗਰੋਥ ਜਿਹਦੇ ਨਾਲ ਟ੍ਰਿਕਲ ਡਾਊਨ ਹੋਇਆ ਹੈਗਾ, ਉਹ ਦੈਟ ਹੈਜ਼ ਫੇਲਡ। ਔਰ ਮੈਂ ਰਾਸ਼ਟਰਪਤੀ ਸਾਹਿਬ ਦੀ ਬੜੀ ਉਸ ਕਦਰ ਕਰਦਾ, ਉਹਨਾਂ ਨੇ ਇੱਕ ਗੱਲ ਕਹੀ ਹੈ ਬੜੀ ਸਾਫ਼ ਕਿ ਨਾਓ ਦੀ ਫੋਕਸ ਵਿਲ ਬੀ ਔਨ ਬੋਟਮ ਐਂਡ ਦੀ ਮਿਡਲ। ਟੌਪ ਤੇ ਨਹੀਂ ਰਹੇਗਾ, ਬੋਟਮ ਐਂਡ ਦੀ ਮਿਡਲ। ਹੁਣ ਕਿੰਨਾ ਕਰਦੇ ਆ, ਦੈਟ ਇਜ਼ ਅ ਡਿਫਰੈਂਟ ਥਿੰਗ। ਉਹ ਕਿੰਨਾ ਪੋਲੀਟੀਕਲ ਉਹਨਾਂ ਨੂੰ ਸਪੇਸ ਮਿਲਦੀ ਹੈ ਜਾਂ ਜੋ ਵੀ ਕਰ ਪਾਉਂਦੇ, ਬਟ ਐਟਲੀਸਟ ਐਕਨੋਲੇਜ ਕਰਨਾ ਜ਼ਰੂਰੀ ਹੈ। ਸਰ ਚਾਈਨਾ ਦੇ ਰਾਸ਼ਟਰਪਤੀ ਦੀ ਗੱਲ ਦੇਖੋ, ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਕਹੀ ਹੈ ਕਿ ਨੇਚਰ ਵਿਲ ਕਮ ਬੈਕ ਟੂ ਹੌਂਟ ਯੂ ਦੀ ਵੇ ਯੂ ਡਿਸਟਰੋਇਡ। ਇਹ ਉਹਨਾਂ ਦੀ ਸਟੇਟਮੈਂਟ ਹੈ। ਦੂਜੇ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਚਾਈਨਾ ਬਣਾ ਰਿਹਾ। ਅੱਛਾ, ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਕੰਟਰਡਿਕਸ਼ਨਸ ਹੈਗੀਆਂ ਨਾ, ਜੋ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ, ਔਰ ਇਹ ਵੀ ਉਹਨਾਂ ਨੇ ਕਿਹਾ ਹੈਗਾ ਕਿ ਬਈ ਸਾਡੀ ਜਿਹੜੀ ਪਾਲਿਸੀਜ਼ ਹੈਗੀਆਂ, ਔਰ ਇਹਨਾਂ ਤੋਂ ਨਹੀਂ ਹੈ, ਇਹਨਾਂ ਤੋਂ ਬਲਕਿ ਜੋ ਪ੍ਰੈਡੀਸੈਸਰ ਸੀਗੇ ਇਹਨਾਂ ਦੇ, ਮੈਨੂੰ ਯਾਦ ਹੈ ਉਹਨਾਂ ਦੀ ਜਦ ਗਰੋਥ ਰੇਟ ਹੁੰਦੀ ਸੀ, ਤੁਹਾਨੂੰ ਯਾਦ ਹੋਏਗਾ 12 ਤੇ 14% ਜੇ ਚਲਦੀ ਹੁੰਦੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਵੀ ਹੈਵ ਡਨ ਆਰ ਡੈਮੇਜ, ਅਸੀਂ ਹੁਣ 7-8 ਦੇ ਆਸ-ਪਾਸ ਹੀ ਰੱਖਾਂਗੇ। ਇਹ ਗੱਲ ਕਿਤੇ ਦੁਨੀਆ 'ਚ ਜ਼ਿਆਦਾ ਚਲਦੀ ਨਹੀਂ ਹੈਗੀ, ਲੇਕਿਨ ਅਗਰ ਤੁਸੀਂ ਉਹਨਾਂ ਦੀ ਸਟੇਟਮੈਂਟ ਦੇਖੋ, ਪੂਰਵ ਰਾਸ਼ਟਰਪਤੀ ਚਾਈਨਾ ਦੇ, ਉਹਨਾਂ ਨੇ ਗੱਲ ਬੋਲੀ ਸੀ, ਔਰ ਤੁਸੀਂ ਦੇਖੋ ਅੱਜ ਚਾਈਨਾ ਦੇ ਜਿਹੜੇ ਗਰੋਥ ਰੇਟ ਹੈ, ਉਹ ਜੋ ਉਹਨਾਂ ਨੇ ਉਸ ਟਾਈਮ ਪ੍ਰੈਡਿਕਟ ਕੀਤਾ ਸੀ ਉਹਦੇ ਆਸ-ਪਾਸ ਹੀ ਚੱਲਦੀ ਹੈਗੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਰਸਤਾ ਠੀਕ ਹੈਗਾ, ਪਰ ਆਈ ਐਮ ਜਸਟ ਟ੍ਰਾਈਂਗ ਟੂ ਸੇ ਦੇयर इज ਅ ਸਟਲ ਚੇਂਜ ਦੈਟ ਇਜ਼ ਹੈਪਨਿੰਗ। ਔਰ ਜਿਹੜੀ ਸਟਲ ਚੇਂਜ ਹੈ ਨਾ ਜੀ, ਉਹ ਬਿਲਡ ਅਪ ਹੁੰਦੀ ਜਾਂਦੀ, ਵਨ ਲੀਡਰ ਟੂ ਅਨਦਰ ਲੀਡਰ ਟੂ ਅਨਦਰ ਲੀਡਰ ਐਂਡ ਅ ਰੈਵੋਲੂਸ਼ਨ ਇਜ਼ ਬੋਰਨ। ਇਹ ਤਰੀਕਾ ਹੋਰ ਕੋਈ ਹੈ ਹੀ ਨਹੀਂ ਐਸਾ। ਸੋ ਇੱਕ ਰਾਸ਼ਟਰਪਤੀ ਨੇ ਕਿਹਾ, ਮੈਂ ਤਾਂ ਸੋਚ ਰਿਹਾ ਸਰ G7 ਕੰਟਰੀ ਵਿੱਚ 2 ਰਾਸ਼ਟਰਪਤੀ ਜਾਂ ਐਕਨੋਲੇਜ ਕਰਦੇ ਨੇ ਇਸ ਗੱਲ ਨੂੰ, ਯੂ ਵਿਲ ਸੀ ਕਿ ਦੁਨੀਆ ਉਸ ਗੱਲ ਨੂੰ ਰੀਥਿੰਕਿੰਗ ਕਰਨਾ ਸ਼ੁਰੂ ਕਰ ਦੇਗੀ। ਸੋ ਇਹ ਜਿਸ ਤਰ੍ਹਾਂ ਹਿਲਰੀ ਕਲਿੰਟਨ ਨੇ, ਮੈਂ ਉਹਨਾਂ ਦੀ ਪੋਲੀਟਿਕਸ ਨਾਲ ਨਹੀਂ, ਮੈਂ ਉਹ ਕੁਛ ਉਹਨਾਂ ਦੇ ਉਹ ਕਰ ਰਿਹਾ ਕਿ ਐਂਡੋਰਸ ਕਰ ਰਿਹਾ, ਪਰ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਬੋਲੀ ਸੀਗੀ ਜੀ। ਸ਼ੀ ਕੇਮ ਟੂ ਬੰਗਲਾਦੇਸ਼, ਤੁਹਾਨੂੰ ਯਾਦ ਹੋਏਗਾ ਜਦ ਬਿਲ ਕਲਿੰਟਨ ਇੱਕ ਵਾਰ ਆਏ ਸੀਗੇ, ਤਾਂ ਉਹਨਾਂ ਨੇ ਗੱਲ ਬੋਲੀ ਸੀਗੀ ਕਿ ਇਟ ਟੇਕਸ ਵਨ ਵਿਲੇਜ, then another village and a revolution is born. I think it is apt for all of us in all conditions कि it takes just one leader, then another leader, and you will see the world will start to rethink on the kind of model ਜਿਹੜੀ ਅਸੀਂ ਗੱਲ ਕਰ। ਔਰ ਇਹ ਨਾ ਸੋਚੀਏ ਕਿ ਦੁਨੀਆ ਵਿੱਚ ਸੈਂਸੀਬਲ ਬੰਦੇ ਨਹੀਂ ਆਉਂਦੇ ਹੈਗੇ ਆ। ਆਈ ਐਮ ਸ਼ੋਰ ਵੀ ਆਰ ਵੈਰੀ ਹੋਪਫੁਲ ਕਿ ਕੋਈ ਨਾ ਕੋਈ ਲੀਡਰ ਐਸੇ ਆਉਣਗੇ, ਦੋਜ਼ ਵਿਲ ਪਿਕ ਅਪ ਦੀ ਮੈਸੇਜ। ਉਹ ਮੈਸੇਜ ਜਿਹੜਾ ਹੈਗਾ ਆਈ ਥਿੰਕ ਵੁੱਡ ਬੀ ਵੈਰੀ ਕ੍ਰੂਸ਼ੀਅਲ। ਔਰ ਜਿਵੇਂ ਮੰਨ ਲਓ ਮੈਂ ਬਿਲ ਕਲਿੰਟਨ ਬੋਲ ਰਹੇ ਨੇ ਜਾਂ ਬਾਈਡਨ ਬੋਲ ਰਹੇ ਨੇ, ਗੱਲ ਤਾਂ ਮਤਲਬ ਜਦੋਂ ਅਲਟੀਮੇਟ ਗੱਲ ਆ ਕੇ ਟਿਕਦੀ ਹੈਗੀ, ਅਲਟੀਮੇਟ ਗੱਲ ਤਾਂ ਮਾਡਲ ਤੇ ਟਿਕਦੀ ਆ। ਠੀਕ ਹੈ ਕਿ ਤੁਸੀਂ ਬੋਲ ਕੀ ਰਹੇ ਹੋ ਇਹ ਇੰਪੋਰਟੈਂਟ ਨਹੀਂ ਹੈ। ਇਹ ਤੁਹਾਡਾ ਇੱਕ ਪੋਲੀਟਿਕਸ ਨਾਲੋਂ ਜ਼ਿਆਦਾ NGO ਵਾਲੀ ਸਟੇਟਮੈਂਟ ਹੈ ਇਹ, ਹੈ ਨਾ। ਹੋਣੀ ਚਾਹੀਦੀ, ਉਹ ਮਾੜੀ ਗੱਲ ਨਹੀਂ, NGO ਵੀ ਚੰਗਾ ਕੰਮ ਕਰਦੀਆਂ ਨੇ, ਚੰਗਾ ਸਮਾਜ 'ਚ ਭਲਾ ਹੋ ਸਕਦਾ ਗਾ। ਪਰ ਜਦੋਂ ਤੁਸੀਂ, ਜੇ ਮੈਂ ਕਹਿੰਦਾ ਕਿ ਹੋਲਨੈਸ 'ਚ ਕਿਸੇ ਚੀਜ਼ ਨੂੰ ਬਦਲਣਾ ਗਾ, ਵਰਲਡ ਨੂੰ ਬਦਲਣਾ ਜਾਂ ਇੰਡੀਆ ਨੂੰ ਬਦਲਣਾ ਜਾਂ ਪੰਜਾਬ ਨੂੰ ਬਦਲਣਾ, ਉਹਦੇ 'ਤੇ ਤੁਹਾਨੂੰ ਇੱਕ ਥੋਰੋਲੀ ਪੋਲੀਟਿਕਸ ਕਰਨ ਦੀ ਲੋੜ ਆ। ਔਰ ਜੇ ਉਹ ਮਾਡਲ ਹੀ ਰੀਥਿੰਕ ਨਹੀਂ ਹੋਊਗਾ, ਕਲਿੰਟਨ ਨੇ, ਬਾਈਡਨ ਨੇ ਸਟੇਟਮੈਂਟਾਂ ਆ ਰਹੀਆਂ ਨੇਗੀਆਂ,
ਤੇ ਉਹ ਮੈਂ ਇਸੇ ਕਰਕੇ ਤੁਹਾਡੇ ਤੋਂ ਪੁੱਛ ਰਿਹਾ ਕੀ ਉਹਦੀ ਸੰਭਾਵਨਾ ਇਸ 'ਚ ਪਈ ਹੈਗੀ ਕਿ ਜੇ ਉਹ ਯੂਨੀਪੋਲਰ ਵਰਲਡ ਹੋ ਜਾਊਗਾ, ਸੌਰੀ ਯੂਨੀਪੋਲਰ ਵਰਲਡ ਤੋਂ ਮਲਟੀਪੋਲਰ ਵਰਲਡ ਵੱਲ ਦੁਨੀਆ ਜਾਊਗੀ, ਸ਼ਾਇਦ ਤਾਂ ਸੰਭਵ ਹੋਵੇ। ਸਰ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੈ ਕਿ ਇੱਕ ਤਾਂ ਹੈਗਾ ਕਿ ਬਈ ਆਪਾਂ ਵੀ ਲੁੱਕ ਅਪ ਟੂ ਵੈਸਟਰਨ ਕੰਟਰੀਜ਼ ਜਾਂ ਵੈਸਟਰਨ ਲੀਡਰਸ਼ਿਪ, ਇੱਕ ਤਾਂ ਇਹ ਤਰੀਕਾ ਹੈਗਾ ਹੀ ਹੈ ਨਾ ਜੀ। ਪਰ ਮੈਨੂੰ ਲੱਗਦਾ ਕਿ ਜੀ ਯੈਸ ਵੀ ਲੁੱਕ ਅਪ ਟੂ ਦੀ ਵੈਸਟਰਨ ਲੀਡਰਸ਼ਿਪ, ਲੇਕਿਨ ਜਿਹੜੀ ਸਾਡੀ ਆਪਣੀ ਲੀਡਰਸ਼ਿਪ ਹੈਗੀ ਹੈ, ਐਂਡ ਆਈ ਐਮ ਨਾਟ ਟਾਕਿੰਗ ਆਫ ਦ ਨੈਸ਼ਨਲ ਔਰ ਸਟੇਟ ਲੈਵਲ, ਜਨਰਲ ਆਪਾਂ ਦੇਖ ਲੀਜੀਏ, ਚਾਹੇ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈਗੀ ਸਾਡੇ ਦੇਸ਼ ਦੀ, ਉਹ ਹਾਲੇ ਮੈਨੂੰ ਲੱਗਦਾ ਕਿ ਬਹੁਤ ਪਿੱਛੇ ਹੈ ਦੁਨੀਆ ਤੋਂ। ਜਿਹੜਾ ਬਦਲਾਵ ਅਸੀਂ ਤੁਸੀਂ ਗੱਲ ਕਰ ਰਹੇ ਹੈਗੇ ਆ ਉਹ ਤਾਂ ਬਹੁਤ ਪਿੱਛੇ ਹੈਗੇ ਵੀ। ਸਾਡੇ ਐਕੈਡਮੀਆਂ ਦੇਖ ਲਓ, ਇਕੋਨਮਿਸਟ ਦੇਖ ਲਓ, ਅੱਜ ਉਹੀ ਗੱਲ ਕਰਦੇ ਹੈਗੇ ਕਿ ਵੀ ਗੋ ਔਨ ਇਨਕਰੀਜ਼ਿੰਗ ਆਰ ਇਕਨੋਮਿਕ ਗਰੋਥ ਮਾਡਲ, ਗੋ ਔਨ ਚੇਜ਼ਿੰਗ ਦੇ ਹਾਇਰ GDP, ਔਰ ਦੋ ਬੰਦਿਆਂ ਦੀ ਅਗਰ ਇਨਕਮ बढ़ ਜਾਂਦੀ ਹੈਗੀ ਤਾਂ ਦੇਸ਼ ਦੀ ਇਨਕਮ ਵੀ बढ़ ਜਾਂਦੀ ਹੈਗੀ, ਤਾਂ ਆਪਾਂ ਸਭ ਜਾਣਦੇ ਹੀ ਹਾਂ ਦਿਸ ਇਜ਼ ਹਾਊ ਦੀ ਮਾਡਲ ਇਜ਼ ਡਿਜ਼ਾਈਨ। ਉਹ ਡਿਜ਼ਾਈਨ ਨੂੰ ਹਾਲੇ ਤੱਕ ਵੀ ਸਾਡੇ ਜਿਹੜੇ ਮਤਲਬ ਵੈਦਰ ਦੇ ਆਰ ਇਨ ਦ ਰੂਲਿੰਗ ਔਰ ਦੇ ਆਰ ਇਨ ਦੀ ਆਪੋਜੀਸ਼ਨ, ਉਹ ਮਾਡਲ ਇੱਕੋ ਹੀ ਹੈ। ਮੈਂ ਤੁਹਾਡੇ GDP ਦੀ ਇਹੀ ਗੱਲ ਕਰ ਰਿਹਾ ਸੀ ਕਿ GDP ਵੱਧ ਜਾਂਦੀ ਹੈ, GDP ਦਾ ਜਿਹੜਾ ਡੀਸੈਂਟਰਲਾਈਜੇਸ਼ਨ ਉਹ ਤਾਂ ਕਿਤੇ ਨਹੀਂ ਹੈਗਾ, ਨਹੀਂ ਹੈਗਾ। GDP ਦਾ ਕਿਸੇ ਆਮ ਬੰਦਾ ਜਿਹੜਾ ਗਰੀਬ ਆਗਾ, ਕੋਈ ਮਜ਼ਦੂਰ ਆ, ਕਿਸਾਨ ਆ, ਉਹਦਾ ਕੋਈ ਲੈਣਾ ਦੇਣਾ ਨਹੀਂ, ਕੋਈ ਲੈਣਾ ਦੇਣਾ ਨਹੀਂ ਹੈ ਜੀ। ਔਰ ਇਸੇ ਕਰਕੇ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਉਹਨਾਂ ਦੀ GDP ਵਧ ਗਈ, ਥੱਲੇ ਵਿਚਾਰਿਆਂ ਦੀ ਹਾਲਤ ਉਦੋਂ ਮਾੜੀ ਹੋਈ ਜਾਂਦੀ। ਜੀ ਐਗਜ਼ੈਕਟਲੀ ਇਹੀ ਗੱਲ ਜੋ ਤੁਸੀਂ ਕਹਿ ਰਹੇ ਹੋ ਬੜੀ ਮਹੱਤਵਪੂਰਨ ਹੈ ਕਿ ਬਈ ਉਹ ਸਮਾਜ ਨੂੰ ਤਾਂ ਹੀ ਸਮਝ ਆਏਗਾ ਨਾ, ਕਹੀਂ ਸਾਨੂੰ ਸਮਾਜ ਨੂੰ ਤਾਂ ਹੀ ਸਮਝ ਆਣਾ ਕਿ ਕਲਾਈਮੇਟ ਦੀ ਮਾਰ ਪੈ ਰਹੀ ਹੈ, ਹੁਣ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੇ ਹੈਗੇ, ਸਪੋਜ਼ ਕਰੋ ਇਹ ਸਾਰੀ ਚੀਜ਼ਾਂ ਜਦ ਕੰਬਾਈਨ ਹੋ ਜਾਂਦੀਆਂ ਦੈਨ ਦੀ ਸੋਸਾਇਟੀ ਬਿਗਨਸ ਟੂ ਫੀਲ ਦੀ ਪਿੰਚ। ਔਰ ਜਦ ਤੱਕ ਉਹ ਪਿੰਚ ਨਹੀਂ ਫੀਲ ਕਰੇਗੀ, ਮੈਨੂੰ ਨਹੀਂ ਲੱਗਦਾ ਕਿ ਉੱਠ ਕੇ ਆਪਾਂ ਕੁਝ ਸਵਾਲ ਪੁੱਛਣਾ ਸ਼ੁਰੂ ਕਰਾਂਗੇ। ਉਹ ਜਦ ਸਵਾਲ ਪੁੱਛਣਾ ਸ਼ੁਰੂ ਕਰਾਂਗੇ ਦੈਟ ਇਜ਼ ਦ ਬਿਗਨਿੰਗ ਆਫ ਦ ਚੇਂਜ। ਮੈਂ ਤੁਹਾਡੇ ਤੋਂ ਪੁੱਛਣਾ, ਤੁਸੀਂ ਪੂਰੀ ਦੁਨੀਆ ਘੁੰਮਦੇ ਹੋ, ਪੂਰੀ ਦੁਨੀਆ ਤੁਸੀਂ ਜਾਣਦੇ ਹੋ, ਪੂਰੀ ਦੁਨੀਆ ਦੇ ਮੀਡੀਆ 'ਚ ਵੀ ਤੁਸੀਂ ਤਕਰੀਬਨ ਬੈਠਦੇ ਰਹੇ ਹੋ, ਕਦੇ ਅਲ ਜਜ਼ੀਰਾ ਤੇ ਕਦੇ BBC ਦੇ ਉੱਤੇ। ਕਿਤੇ ਦੁਨੀਆ ਦੇ ਅੰਦਰ, ਕਿਉਂਕਿ ਦੋ ਤਰੀਕਿਆਂ ਨਾਲ ਹੋ ਸਕਦਾ ਹੈ, ਇੱਕ ਤਾਂ ਰੱਬੀ ਕਰਾਮਾਤ ਜਿਵੇਂ ਹੋ ਸਕਦੀ ਹੈ ਕਿ ਯੂਨੀਪੋਲਰ ਤੋਂ ਮਲਟੀਪੋਲਰ ਹੋਏ ਵਰਲਡ, ਦੂਜਾ ਇਹ ਹੋ ਸਕਦਾ ਹੈਗਾ ਕਿ ਕੋਈ ਸੋਸ਼ਲ ਪੋਲੀਟੀਕਲ ਮੂਵਮੈਂਟ ਹੋਵੇ ਦੁਨੀਆ 'ਚ, ਤੀਜਾ ਇਹ ਹੋ ਸਕਦਾ ਹੈਗਾ ਕਿ ਕੋਈ ਮਾਡਲ ਨੂੰ ਜਿਹੜੇ ਕਹਿਣ ਵਾਲੇ ਬੰਦੇ ਨੇ, ਜਿਵੇਂ ਤੁਸੀਂ ਹੋ ਮੰਨ ਲਓ ਤੁਹਾਡਾ ਰਾਜ ਹੋ ਜਾਵੇ, ਮੈਂ ਮਤਲਬ ਆਪਾਂ ਇਮੈਜਿਨ ਕਰ ਸਮਝ ਗਿਆ। ਤਾਂ ਕੋਈ ਦੁਨੀਆ 'ਚ ਮੈਂ ਪੁੱਛਣਾ ਚਾਹੁੰਦਾ, ਦੁਨੀਆ 'ਚ ਕੀ ਹੋ ਰਿਹਾ ਹੈਗਾ, ਦੁਨੀਆ 'ਚ ਕਿਤੇ ਕੋਈ ਸੋਸ਼ਲ ਪੋਲੀਟੀਕਲ ਮੂਵਮੈਂਟਸ ਹੋ ਰਹੀਆਂ ਨੇ ਇਸ ਗੱਲ ਨੂੰ ਲੈ ਕੇ? ਦੇਖੋ ਤੁਸੀਂ ਅਗਰ ਚਰਚਾ ਤੋਂ ਬਿਨਾਂ, ਚਰਚਾ ਤਾਂ ਆਪਣੇ ਆਮ ਹੋ ਜਾਂਦੀ ਆ, ਇਸੀ ਰੂਮ 'ਚ ਆਪਾਂ ਚਰਚਾ ਕਰ ਲੈਂਦੇ ਹਾਂ, ਉਦੋਂ ਮੁੜ ਕੇ ਉਹ ਨਾ ਪ੍ਰੈਕਟੀਕਲੀ ਕਿਤੇ ਕੁਝ ਹੋ ਰਿਹਾ। ਦੇਖੋ ਅਗਰ ਆਪਾਂ ਦੁਨੀਆ ਦੀ ਅਗਰ ਪ੍ਰਪੇਸ਼ ਵਿੱਚ ਦੇਖੀਏ ਤਾਂ ਜੋ ਤੁਸੀਂ ਤਿੰਨੋਂ ਆਪਣੇ ਰੱਖੇ ਹੈ ਨਾ ਸਾਡੇ ਸਾਹਮਣੇ ਇੱਕ ਤਰ੍ਹਾਂ ਦਾ ਕਿ ਵੀ ਇਹ ਆਪਸ਼ਨ ਦੁਨੀਆ ਵਿੱਚ ਕੀ ਹੋ ਰਿਹਾ, ਮੇਰਾ ਮੰਨਣਾ ਕਿ ਇਹ ਦੁਨੀਆ ਵਿੱਚ ਤਿੰਨੋਂ ਚੀਜ਼ਾਂ ਚੱਲ ਰਹੀ ਹੈਗੀਆਂ ਐਂਡ ਦੇ ਆਰ ਗੋਇੰਗ ਔਨ ਪੈਰਲਲੀ ਨਾਓ। ਜਿਵੇਂ ਕਿਸੇ ਮੁਲਕ ਦੀ ਐਗਜ਼ਾਮਪਲ ਨਾਲ ਦੱਸ ਸਕਦੇ ਹੋ ਤੁਸੀਂ? ਕਦੀ ਉਹ ਉੱਠ ਕੇ ਕਦ ਆਏਗਾ ਇਹ ਮੈਂ ਨਹੀਂ ਕਹਿ ਸਕਦਾ। ਹੁਣ ਦੇਖੋ ਜਿਹੜਾ ਹੁਣ ਟਰਕੀ ਵਿੱਚ ਹੋ ਰਿਹਾ ਹੈਗਾ, ਗ੍ਰੀਸ ਵਿੱਚ ਹੋ ਰਿਹਾ ਹੈਗਾ, ਦੇ ਆਰ ਫੇਸਿੰਗ ਦੀ ਸੇਮ ਕਾਈਂਡ ਆਫ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਬਲਮ ਜਿਹੜਾ ਹੈਗਾ ਆਪਾਂ ਜਿਹਦੀ ਗੱਲ ਕਰਦੇ ਹੈਗੇ ਉਹ ਉੱਥੇ ਵੀ ਹੋ ਰਿਹਾ ਹੈਗਾ। ਈਵਨ ਇਹ ਕੰਟਰੀ ਲਾਈਕ ਅਮਰੀਕਾ, ਉਹ 'ਚ ਤੁਸੀਂ ਜਾਣਦੇ ਹੀ ਹੋ ਕਿ ਕੀ ਹੋਇਆ ਸੀਗਾ, ਹੈ ਨਾ ਜੀ। ਇਹ ਸਾਰਾ ਦੁਨੀਆ ਵਿੱਚ ਚੱਲ ਰਿਹਾ ਹੈਗਾ, ਲੇਕਿਨ ਉਹਨਾਂ ਦੇ ਖਿਲਾਫ ਜਿਹੜੀ ਆਪੋਜੀਸ਼ਨ ਹੈ ਉਹ ਵੀ ਕੋਈ ਘੱਟ ਨਹੀਂ ਹੈਗੀ। ਤੁਸੀਂ ਅਗਰ ਦੇਖੋ ਜਿਹੜੇ ਸੋਸ਼ਲ ਮੂਵਮੈਂਟਸ ਹੈਗੇ ਉੱਥੇ ਦੇ ਬਹੁਤ ਇੰਪੋਰਟੈਂਟ ਹੈਗੇ। ਅਲੱਗ ਗੱਲ ਹੈ ਕਿ ਬਈ ਵੀ ਡੋਂਟ ਗੈਟ ਟੂ ਹੇਅਰ ਅਬਾਊਟ ਦੈਮ, ਇਹ ਅਲੱਗ ਗੱਲ ਹੈ। ਸਾਡੇ ਦੇਸ਼ ਵੀ ਤਾਂ ਹੁੰਦਾ ਕਿਤੇ ਪ੍ਰੋਟੈਸਟ ਹੋ ਰਹੇ ਹੋਣ ਜਾਂ ਕਿਤੇ ਮੂਵਮੈਂਟ ਚੱਲ ਰਹੀ, ਸਾਨੂੰ ਨਹੀਂ ਪਤਾ ਚੱਲਦਾ ਹੈਗਾ। ਸੋ ਮੂਵਮੈਂਟ ਚੱਲ ਰਹੇ ਹੈਗੇ, ਲੇਕਿਨ ਮੈਨੂੰ ਲੱਗਦਾ ਸਰ ਉਹਨਾਂ ਦਾ ਸਲੋਲੀ ਇੱਕ ਜਿਹੜਾ ਮਲਟੀਪਲਾਇਰ ਇਫੈਕਟ ਜਿਹੜਾ ਹੁੰਦਾ ਸਭ ਦਾ। ਦੂਜੀ ਗੱਲ ਤੁਸੀਂ ਕਹੀ ਕਿ ਵੀ ਪੋਲੀਟੀਕਲ ਲੀਡਰਸ਼ਿਪ ਵਿੱਚ ਵੀ ਮੈਂ ਨਹੀਂ ਕਹਿ ਰਿਹਾ ਕਿ ਸਾਰੇ, ਲੇਕਿਨ ਦੁਨੀਆ ਵਿੱਚ ਇੱਕ ਰੀਥਿੰਕਿੰਗ ਤਾਂ ਆ ਗਈ ਹੈ ਕਿ ਬਈ ਇਹ ਜਿਹੜਾ ਕਲਾਈਮੇਟ ਜਿਹੜਾ ਕੈਟਾਸਟ੍ਰੋਫੀ ਦੇ ਫੇਸ ਕਰ ਰਹੇ ਹੈਗੇ ਇਹ ਤੋਂ ਨਿਕਲਣ ਵਾਸਤੇ they are looking for a model। ਜਿਹੜੀ ਲੀਡਰਸ਼ਿਪ ਹੈ ਉਹ ਮਾਡਲ ਦੇਖ ਰਹੀ ਹੈਗੀ ਹੈ। ਮਾਡਲ ਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਆਪਾਂ ਬੈਠ ਕੇ ਇੱਕ ਡਿਜ਼ਾਈਨ ਕਰੀਏ, ਉਹ ਤਾਂ ਮੈਨੂੰ ਨਹੀਂ ਪਤਾ ਹਾਲੇ ਤੱਕ, ਕਿਉਂਕਿ ਸਿਰਫ ਡੀ ਗਰੋਥ ਜਿਹੜਾ ਇੱਕ ਮਾਡਲ ਹੈਗਾ ਜਿਹਨੂੰ ਇੱਕ ਆਪਸ਼ਨ ਕਹਿ ਲਈਏ ਜਾਂ ਆਲਟਰਨੇਟਿਵ ਜਿਹੜਾ ਖੜਾ ਕੀਤਾ, ਉਹਦੇ ਉੱਪਰ ਚਰਚਾ ਹੋ ਰਹੀ ਹੈ। ਔਰ ਚਰਚਾ ਇੰਨੀ ਹੋ ਰਹੀ ਹੈ ਸਰ, ਬਹੁਤ ਸਾਰੇ ਸ਼ਹਿਰਾਂ ਵਿੱਚ ਅੱਜ ਉਹਨੂੰ ਫੋਲੋ ਕੀਤਾ ਜਾ ਰਿਹਾ। ਫੋਰ ਇੰਸਟੈਂਸ ਤੁਸੀਂ ਪਤਾ ਨਹੀਂ ਉਹਨੂੰ ਕਿਤਾਬ ਨੂੰ ਫੋਲੋ ਕੀਤਾ ਕਿ ਨਹੀਂ, ਦੇयर ਇਜ਼ ਅ ਬੁੱਕ ਕਾਲਡ ਡੋਨਟ ਇਕਨੋਮਿਕਸ। ਕੇਟ ਨੇ ਇੱਕ ਇਕਨੋਮਿਸਟ ਹੈਗੇ ਕੇਟ, ਸ਼ੀ ਹੈਡ ਵਰਕਡ ਵਿਦ ਆਕਸਫੈਮ ਐਂਡ ਸੋ ਔਨ ਅਰਲੀਅਰ। ਉਹਨਾਂ ਨੇ ਆਪਣੀ ਕਿਤਾਬ ਵੀ ਲਿਖੀ ਹੈ ਡੋਨਟ ਇਕਨੋਮਿਕਸ। ਅੱਜ ਜੋ ਕਈ ਸ਼ਹਿਰਾਂ ਵਿੱਚ ਉਹਨੂੰ ਫੋਲੋ ਕੀਤਾ ਜਾ ਰਿਹਾ ਸਭ। ਸੋ ਇਹ ਨਹੀਂ ਸੈਟਲ ਹੈਗਾ, ਲੇਕਿਨ ਸਾਨੂੰ ਪਤਾ ਨਹੀਂ ਚੱਲਦਾ ਪਿਆ। ਹਾਂਜੀ, ਬਿਕੋਜ਼ ਸਭ ਕਹਿ ਰਹੇ ਸੀ ਸੋਸ਼ਲ ਮੂਵਮੈਂਟ ਦਾ ਨਹੀਂ ਪਤਾ ਚੱਲਦਾ ਕਿ ਇੱਕ ਦੇਸ਼ ਵਿੱਚ ਕਿੱਥੇ ਹੋ ਗਈ, ਇਹ ਵੀ ਨਹੀਂ ਪਤਾ ਚੱਲਦਾ। ਸੋ ਅਗਰ ਯੂਰਪ ਵਿੱਚ ਅਗਰ ਬਹੁਤ ਸਾਰੇ ਸ਼ਹਿਰਾਂ ਵਿੱਚ ਉਹ ਡੋਨਟ ਇਕਨੋਮਿਕਸ ਨੂੰ ਅਡੋਪਟ ਕੀਤਾ ਜਾ ਰਿਹਾ ਹੈਗਾ, ਬਿਗ ਸਿਟੀਜ਼ ਐਮਸਟਰਡੈਮ ਹੋਇਆ ਜਾਂ ਡੈਨਮਾਰਕ ਦੇ ਸਿਟੀਜ਼ ਹੋਏ ਸੋ ਔਨ, ਤਾਂ ਆਈ ਥਿੰਕ ਇਟ ਇਜ਼ ਅ ਮੈਸੇਜ ਕਿ ਪੀਪਲ ਆਰ ਐਕਸੈਪਟਿੰਗ ਇਟ, ਪੀਪਲ ਆਰ ਲੁਕਿੰਗ ਫਾਰਵਰਡ ਟੂ ਦੈਟ। ਇੱਕ ਗੱਲ ਸਰ। ਦੂਜੀ ਗੱਲ ਸਰ, ਇੱਕ ਦੇਖੋ ਦੁਨੀਆ ਵਿੱਚ ਇੱਕ ਹੋਰ ਚੀਜ਼ ਵੀ ਹੋ ਰਹੀ ਹੈ ਪੈਰਲਲੀ, ਇਹ ਵੀ ਸਾਨੂੰ ਸਮਝਣੀ ਜ਼ਰੂਰੀ ਹੈ ਕਿ ਪੈਰਲਲੀ ਕੀ ਹੋ ਰਿਹਾ ਕਿ ਅੱਜ ਉਹ ਮੰਨਦੇ ਆ ਕਿ ਕਲਾਈਮੇਟ ਚੇਂਜ ਦਾ ਜਿਹੜਾ ਬਰਬਾਦੀ ਹੈਗੀ ਹੈ ਉਹਦੇ ਵਿੱਚ ਐਗਰੀਕਲਚਰ ਦਾ ਬਹੁਤ ਬੜਾ ਹਿੱਸਾ ਹੈ। ਇੱਕ ਮੈਸੇਜ ਚਲਾ ਗਿਆ ਬਿਕੋਜ਼ ਨੇਚਰ ਨੇ ਕਿਹਾ ਸੀਗਾ, ਨੇਚਰ ਮੈਗਜ਼ੀਨ ਜਿਹੜੀ ਹੈਗੀ ਉਹਨਾਂ ਨੇ ਕਿਹਾ ਸੀਗਾ ਕਿ 34% ਗ੍ਰੀਨ ਹਾਊਸ ਗੈਸ ਐਮਿਸ਼ਨਸ ਕਮਸ ਫਰੋਮ ਐਗਰੀਕਲਚਰ। ਤਾਂ ਉਹਨਾਂ ਨੂੰ ਲੱਗਿਆ ਕਿ ਸੌਫਟ ਟਾਰਗੇਟ ਹੈ। ਹੁਣ ਦੇਖੋ ਨਾ, ਹਾਲੈਂਡ, ਇੰਗਲੈਂਡ,
ਹਾਂਜੀ ਨਿਊਜ਼ੀਲੈਂਡ ਜਾਂ ਹੋਰ ਕੰਟਰੀਜ਼ ਜਿਹੜੇ ਹੈਗੇ ਆ ਉਹਨਾਂ ਵਿੱਚ ਹੁਣ ਕਿਸਾਨਾਂ ਦੇ ਉੱਪਰ ਮਾਰ ਹੈ। ਦੇਰ ਇਜ਼ ਅ ਵਾਰ ਅਗੇਂਸਟ ਫਾਰਮਰਸ। ਉਹ ਫੋਰਸ ਕਰ ਰਹੇ ਕਿ ਤੁਸੀਂ ਕਿਸਾਨਾਂ ਨੂੰ ਕਿ ਖੇਤੀ ਛੱਡੋ, ਖੇਤੀ ਛੱਡੋ। ਦੈਟ ਮੀਨਸ ਦੈਟ ਫੂਡ ਸਿਸਟਮ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਦੈਟ ਇਜ਼ ਅੰਡਰਗੋਇੰਗ ਅ ਚੇਂਜ। ਹੁਣ ਉਹ ਚੇਂਜ ਸਾਡੇ ਲੋਕਾਂ ਦੇ ਇੱਥੇ ਜਿਹੜੀ ਫੂਡ ਸਿਸਟਮ ਦੇ ਅਸੀਂ ਲੋਕ ਜਿਹੜੇ ਇਨਵੋਲਵਡ ਹੈਗੇ ਆ ਹੂ ਟਾਕ ਆਫ ਲੋਕਲ ਫੂਡ ਸਿਸਟਮ, ਕਮਿਊਨਿਟੀ ਬੇਸਡ ਫੂਡ ਸਿਸਟਮ, ਉਹ ਉਹਨਾਂ ਨੂੰ ਆਈਡੀਆ ਨਹੀਂ ਹੈ ਕਿ ਅਸੀਂ ਕਿਸ ਤਰਫ ਜਾ ਰਹੇ ਹੈਗੇ ਸਰ। ਦੂਸਰੀ ਤਰਫ ਹੈ ਕਿ ਵੀ ਤੀਜਾ ਫੂਡ ਸਿਸਟਮ ਜਿਹੜਾ ਹੈਗਾ ਹੋਰ ਵੀ ਉਹ ਆਈ ਡੋਂਟ ਨੋ, ਲੋਕੀ ਕਹਿਣਗੇ ਕਿ ਟੈਕਨੋਲੋਜੀਕਲੀ ਰਿਚ ਹੈ, ਲੇਕਿਨ ਸੋਚੋ ਤੁਸੀਂ ਕਿ ਜਦ ਤੁਹਾਨੂੰ ਇਹ ਬਤਾਇਆ ਜਾਏ ਕਿ ਵੀ ਤੁਹਾਡਾ ਜਿਹੜਾ ਚਿਕਨ ਹੈਗਾ ਉਹ ਲੈਬ ਵਿੱਚ ਗਰੋ ਹੋਇਆ ਸੀਗਾ, ਤੁਸੀਂ ਪੋਲਟਰੀ ਫਾਰਮ 'ਚ ਨਹੀਂ ਗਰੋ ਕੀਤਾ ਹੈਗਾ। ਤੁਹਾਡਾ ਜਿਹੜਾ ਅੰਡਾ ਹੈਗਾ ਉਹ ਮੁਰਗੀ ਤੋਂ ਨਹੀਂ ਆਇਆ ਹੈਗਾ, ਉਹ ਫਰਮੈਂਟੇਸ਼ਨ ਦੇ ਪ੍ਰੋਸੈਸ ਤੋਂ ਆਇਆ ਹੈਗਾ ਨਾ। ਇਹ ਚੀਜ਼ਾਂ ਦੂਰ ਦੀ ਨਹੀਂ ਹੈਗੀਆਂ ਸਰ, ਇਹ ਤੁਹਾਡੇ ਬਿਲਕੁਲ ਨੇਬਰਹੁੱਡ 'ਚ ਆ ਗਈਆਂ। ਤਾਂ ਬੈਂਗਲੋਰ ਹੈਜ਼ ਬਿਕਮ ਅ ਬਿਗ ਸਟਾਰਟਅਪ ਪੁਆਇੰਟ ਫॉर these kinds of technologies. Pune has become a big startup point for these technologies. ਦੁਨੀਆ ਦੀ ਐਗਸ ਲਈ, ਹਾਂ ਦੁਨੀਆ ਦੇ ਨਹੀਂ, ਨਾਟ ਐਗਸ, ਫॉर these kinds of technologies ਜਿਵੇਂ ਦੱਸ ਸਕਦੇ ਹੋ ਥੋੜਾ ਜਿਹੜੀਆਂ ਫਰਮੈਂਟੇਸ਼ਨ ਤੋਂ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਦੁਨੀਆ ਦੀ ਜਿਹੜੀ ਪਹਿਲੀ ਫੂਡ ਫੈਕਟਰੀ ਹੈਗੀ ਹੈ ਵਿਚ ਵਿਲ ਨਾਟ ਯੂਜ਼, ਉਹਦੇ ਵਿੱਚ ਕੋਈ ਜ਼ਮੀਨ ਦਾ ਔਰ ਕੋਈ ਕਿਸਾਨ ਦਾ ਇਸਤੇਮਾਲ ਨਹੀਂ ਹੈ, ਉਹ ਫਿਨਲੈਂਡ ਵਿੱਚ ਐਸਟੈਬਲਿਸ਼ ਹੋ ਗਈ ਹੈ। ਉਹਦੇ ਵਿੱਚ ਕੀ ਕਰਨਗੇ, ਉਹ ਹਵਾ 'ਚੋਂ ਨਿਊਟਰੀਐਂਟਸ ਨੂੰ ਜਾਂ ਉਹਨਾਂ ਨੇ ਜੋ ਵੀ ਐਲੀਮੈਂਟਸ ਕੱਢਣੇ ਹੈਗੇ ਆ ਉਹ ਬੈਕਟੀਰੀਆ ਨਾਲ ਕ੍ਰਾਸ ਕਰਕੇ ਹੀ ਤੁਹਾਨੂੰ ਉਹ ਫੂਡ ਬਣਾ ਕੇ ਦੇਣਗੇ ਉਹ। ਠੀਕ ਹੈ, ਦਿਸ ਇਜ਼ ਅ ਸੀ ਚੇਂਜ ਜੋ ਅਸੀਂ ਸੋਚ ਰਹੇ ਸੀਗੇ ਜਾਂ ਅਸੀਂ ਕਰ ਰਹੇ ਸੀਗੇ, ਹੈ ਨਾ ਜੀ। ਹੁਣ ਉਹਦਾ ਅਪਰੂਵਲ ਮਿਲ ਚੁੱਕਿਆ ਹੈਗਾ। ਇਸ ਤਰ੍ਹਾਂ ਤੁਸੀਂ ਸੋਚੋਗੇ ਕਿ ਚਲੋ ਇਹ ਤਾਂ ਇੱਕ ਇੰਡਸਟਰੀ ਹੋਏਗੀ, ਨਹੀਂ ਸਰ, 270 ਇੰਡਸਟਰੀ ਦੁਨੀਆ ਵਿੱਚ ਸੈਟਅਪ ਹੋ ਚੁੱਕੀਆਂ ਹੈ ਜਿਹੜੀਆਂ ਕਿ ਕਿਸਾਨ ਦੀ ਜ਼ਰੂਰਤ ਨਹੀਂ ਹੈ, ਬਾਇਓਡਾਇਵਰਸਿਟੀ ਦੀ ਜ਼ਰੂਰਤ ਨਹੀਂ। ਉਹ ਕੀ ਕਹਿ ਰਹੀਆਂ, ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਫਾਈਨੈਂਸ਼ੀਅਲ ਟਾਈਮ ਵਿੱਚ, ਉਹ ਕਹਿੰਦਾ ਹੈ ਕਿ ਆਈ ਐਮ ਇਨ ਦੀ ਪ੍ਰੋਸੈਸ ਆਫ ਨਾਟ ਪ੍ਰੋਡਿਊਸਿੰਗ ਫੂਡ, ਮੈਂ ਤਾਂ ਆਈ ਐਮ ਇਨ ਦੀ ਪ੍ਰੋਸੈਸ ਆਫ ਮੈਨੂਫੈਕਚਰਿੰਗ ਲੈਂਡ, ਕਿਉਂਕਿ ਮੇਰੇ ਵਾਸਤੇ ਜ਼ਮੀਨ ਦੀ ਜ਼ਰੂਰਤ ਹੀ ਨਹੀਂ ਹੈ। ਸੋ ਜ਼ਮੀਨ ਮੈਂ ਸਪੇਅਰ ਕਰਤੀ, ਤਾਂ ਜ਼ਮੀਨ ਸਪੇਅਰ ਕਰਤੀ ਹੈ, ਨਾਲ ਕਹਿੰਦਾ ਬਾਇਓਡਾਇਵਰਸਿਟੀ ਤੁਹਾਡੀ ਬਚ ਗਈ, ਮੈਂ ਉਹਦੇ 'ਚ ਕੋਈ ਮਤਲਬ ਜ਼ਰੂਰਤ ਨਹੀਂ ਮੈंने ਇਸਤੇਮਾਲ ਕੀਤੀ, ਯੂਜ਼ ਨਹੀਂ ਕੀਤਾ ਹੈਗਾ ਨਾ। ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? I think the society has to move on to these things also, ਪਰ ਸੋਸਾਇਟੀ ਸਾਡੀ ਹਲੇ ਜਾਣਦੀ ਨਹੀਂ ਹੈ, ਆਪਾਂ ਅੰਧਕਾਰ 'ਚ ਬੈਠੇ ਹੋਏ ਆ। ਹੁਣ ਦੇਖੋ ਨਾ ਦੁਨੀਆ 'ਚ ਇਹ ਵੀ ਡਿਵੈਲਪਮੈਂਟ ਹੋ ਚੁੱਕੀ ਹੈ। ਹੁਣ ਤੁਸੀਂ ਜਿਹੜੀ ਕੌਫੀ ਪੀਓਗੇ, ਇਟ ਵਿਲ ਨਾਟ ਕਮ ਫਰੋਮ ਕੌਫੀ ਬੀਨਸ, ਜਿਹੜੀ ਚਾਹ ਪੀਵਾਂਗੇ ਉਹ ਚਾਹ ਪੱਤੀਆਂ ਤੋਂ ਨਹੀਂ ਆ ਰਹੀ ਹੈ। ਹੁਣ ਇਹ ਡਿਵੈਲਪਮੈਂਟ ਇਸ ਤਰ੍ਹਾਂ ਦੀ ਹੋ ਰਹੀ ਹੈਗੀ ਹੈ, ਲੇਕਿਨ ਸਾਡੇ ਇੱਥੇ ਅਸੀਂ ਉਸੇ ਇਸ਼ੂਸ ਲੱਗੇ ਹੋਏ ਹਾਂ ਜਿਹੜੇ ਡਾਇਵਰਟ ਕਰਨ ਵਾਲੇ ਹੈਗੇ ਆ। ਸੋ ਸਾਡੀ ਅਟੈਂਸ਼ਨ ਉਸ ਤਰਫ ਜਾਏਗੀ ਨਹੀਂ, ਤਾਂ ਉਹ ਰਾਈਟ ਵਿੰਗ ਇਕਨੋਮਿਕਸ ਨੂੰ ਸੂਟ ਕਰਦਾ ਨਾ, ਉਹ ਰਾਈਟ ਵਿੰਗ ਪੋਲਿਟਿਕਸ ਲਗਾਈ ਰੱਖੀ ਹੈ। ਲੇਕਿਨ ਮੈਨੂੰ ਲੱਗਦਾ ਕਿ ਇਹ ਜਿਹੜੇ ਸਟਲ ਚੇਂਜਸ ਆ ਰਹੇ ਹੈਗੇ ਆ ਐਟ ਦੀ ਲੈਵਲ ਆਫ ਫੂਡ ਹੈਬਿਟਸ ਕਹਿ ਲਈਏ ਜਾਂ ਫੂਡ ਇਨਟੇਕ 'ਤੇ, ਉਹ ਵੀ ਐਂਡ ਪਲੱਸ ਦੀ ਅਦਰ ਇਕਨੋਮਿਕ ਮਾਡਲ ਜਿਹੜਾ ਹੈਗਾ, ਇਹ ਸਾਨੂੰ ਹੁਣ ਸਮਝਣਾ ਹੈਗਾ ਕਿ ਜਦ ਤੱਕ ਅਸੀਂ ਇਹ ਗੱਲ ਸਮਝਾਂਗੇ ਸ਼ਾਇਦ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੋਏਗੀ। ਅੱਜ ਸਰ ਦੁਨੀਆ ਇਜ਼ ਮੂਵਿੰਗ ਟੂਵਰਡਸ ਐਗਰੀਕਲਚਰ ਰੈਵੋਲੂਸ਼ਨ 4.0। ਅਸੀਂ ਤਾਂ ਹਾਲੇ ਗ੍ਰੀਨ ਰੈਵੋਲੂਸ਼ਨ 'ਚ ਫਸੇ ਪਏ ਹਾਂ। ਗ੍ਰੀਨ ਰੈਵੋਲੂਸ਼ਨ ਵਾਜ਼ ਐਗਰੀਕਲਚਰ ਰੈਵੋਲੂਸ਼ਨ 3.0, ਅੱਜ ਅਸੀਂ ਐਗਰੀਕਲਚਰ ਰੈਵੋਲੂਸ਼ਨ 4.0 ਤੋਂ ਚਲੇ ਗਏ ਹੈਗੇ ਆ। ਕਿਤੇ ਡਿਸਕਸ਼ਨ ਹੈ ਹਿੰਦੁਸਤਾਨ 'ਚ? ਨਹੀਂ ਹੈ ਬਿਲਕੁਲ, ਬਿਕਾਜ਼ ਵੀ ਡੋਂਟ ਵਾਂਟ ਟੂ ਨੋ। ਅਸੀਂ ਕਹਿੰਦੇ ਜਿਹੜਾ ਡਿਜੀਟਲਾਈਜੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਹਾਂਜੀ ਡਰੋਨਸ, ਇਹ ਸਭ ਮਿਲਾ ਕੇ ਐਗਰੀਕਲਚਰ ਰੈਵੋਲੂਸ਼ਨ 4.0 ਬਣ ਰਿਹਾ ਸਰ। ਔਰ ਦੁਨੀਆ ਕਿੱਥੇ ਪਹੁੰਚ ਚੁੱਕੀ ਹੈਗੀ ਆ, ਕਿਸ ਤਰ੍ਹਾਂ ਕੰਸਨਟ੍ਰੇਸ਼ਨ ਆਫ ਪਾਵਰ ਜਿਹੜਾ ਹੋ ਰਿਹਾ ਹੈਗਾ। ਬੇਸਿਕਲੀ ਇਟਸ ਆਲ ਅਬਾਊਟ ਪਾਵਰ ਨਾ। ਕੁਛ ਲੋਕਾਂ ਦੇ ਹੱਥ ਵਿੱਚ ਫੂਡ ਪ੍ਰੋਡਕਸ਼ਨ ਆ ਜਾਏਗੀ, ਸੋ ਉਹਦਾ ਕੀ ਇੰਪੈਕਟ ਹੋਏਗਾ ਸੋਸਾਇਟੀ ਐਟ ਲਾਰਜ ਤੇ ਪਰਿਆਵਰਨ ਤੇ ਐਂਡ ਆਲ ਦੋਸ ਕਾਈਂਡ ਆਫ ਥਿੰਗਸ। ਵੈਸੇ ਵੀ ਐਂਟੀ ਹਿਊਮਨ ਹੋਊਗਾ, ਐਂਟੀ ਨੇਚਰ ਆ ਜੀ। ਹੁਣ ਦੇਖੋ ਨਾ, ਐਂਟੀ ਨੇਚਰ ਹੈ, ਆਪਾਂ ਹੁਣ ਗੱਲ ਕਰ ਰਹੇ ਹਾਂ ਫੂਡ ਬਣਾਉਣਾ ਐਂਟੀ ਨੇਚਰ ਹੈ। ਨਹੀਂ ਆਪਾਂ ਕਹਿ ਰਹੇ ਹਾਂ ਨਾ ਜੀ ਇਹ, ਲੇਕਿਨ ਦੁਨੀਆ ਉਸ ਨੂੰ ਐਕਸੈਪਟ ਕਰ ਰਹੀ ਹੈ। ਦੁਨੀਆ ਐਕਸੈਪਟ ਕਰੀ। ਹੁਣ ਦੇਖੋ ਨਾ, ਅਮਰੀਕਾ ਨੇ ਪਹਿਲਾ ਜਿਹੜਾ ਚਿਕਨ ਹੈ ਉਹਨਾਂ ਦਾ ਲੈਬ ਗਰੋਨ, ਉਹਨੂੰ ਕਮਰਸ਼ੀਅਲ ਅਪਰੂਵਲ ਮਿਲ ਗਿਆ ਹੈਗਾ। ਹਾਂਜੀ, ਹਾਲੈਂਡ ਵੀ ਤਾਂ ਉਹਨਾਂ ਨੇ, ਅੱਛਾ ਹਾਲੈਂਡ ਦੇਖੋ, ਅਗਰ ਉਹ 3000 ਕਿਸਾਨਾਂ ਨੂੰ ਕਹਿ ਰਹੇ ਖੇਤੀ ਛੱਡ ਦਿਓ, ਹਾਂਜੀ 3000 ਕਿਸਾਨਾਂ ਨੂੰ ਨੋਟਿਸ ਆ ਗਿਆ ਛੱਡਣ ਵਾਸਤੇ, ਤਾਂ ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਕਿ ਸਾਡੀ ਪ੍ਰੋਡਕਸ਼ਨ ਦਾ ਕੀ ਹੋਏਗਾ। ਉਹਨਾਂ ਨੇ ਦੇਖੋ ਇਨਸੈਕਟ ਫਾਰਮਿੰਗ ਹੋ ਰਹੀ ਹੈ ਆਪਣੇ, ਉਹ ਪ੍ਰੋਟੀਨ ਜਿਹੜਾ ਕੱਢਣਾ ਹੈ ਨਾ, ਅੱਜ ਕੱਲ੍ਹ ਸਾਰਾ ਫੋਕਸ ਪ੍ਰੋਟੀਨ 'ਤੇ ਹੈ, ਉਹ ਪ੍ਰੋਟੀਨ ਇਨਸੈਕਟਸ ਤੋਂ। ਆਕਟੋਪਸ ਦੀ ਖੇਤੀ ਹੋ ਰਹੀ ਹੈ ਅੱਜ ਦੁਨੀਆ 'ਚ, ਦੇਖੋ ਤੁਸੀਂ, ਵੀ ਨੈਵਰ ਟੱਚਡ ਆਕਟੋਪਸ ਅਰਲੀਅਰ, ਲੇਕਿਨ ਆਕਟੋਪਸ ਵੀ ਆ ਰਿਹਾ। ਸੋ ਮਤਲਬ ਕਹਿੰਦਾ ਹੁਣ ਅਸੀਂ ਇਸ ਤਰਫ ਜਾ ਰਹੇ ਹੈਗੇ ਆ ਜਿਹੜਾ ਸਿੰਥੈਟਿਕ ਫੂਡ ਹੋਏਗਾ। ਐਂਡ ਆਈ ਥਿੰਕ ਸੋਸਾਇਟੀ ਐਟ ਲਾਰਜ ਨੀਡ ਟੂ ਬੀ ਐਜੂਕੇਟਿਡ ਅਬਾਊਟ ਇਟ। ਪਰ ਮੇਰਾ ਸਿਰਫ ਸਬਮਿਸ਼ਨ ਹੈ ਕਿ ਆਪਾਂ ਇਹ ਗੱਲਾਂ ਡਿਸਕਸ ਹੀ ਨਹੀਂ ਕਰਦੇ। ਆਈ ਐਮ ਸੋ ਗਲੈਡ ਕਿ ਤੁਸੀਂ ਅੱਜ ਇਸ ਗੱਲਾਂ 'ਤੇ ਲੁਕਿੰਗ ਐਟ ਦੀ ਨਾਟ ਓਨਲੀ ਦੀ ਫਿਲੋਸਫਿਕਲ ਸਾਈਡ ਬਟ ਆਲਸੋ ਐਟ ਦੀ ਸਾਇੰਟੀਫਿਕ ਐਂਡ ਟੈਕਨੋਲੋਜੀਕਲ ਸਾਈਡ ਐਂਡ ਪਲੱਸ ਦੀ ਇਕਨੋਮਿਕ ਡਿਜ਼ਾਈਨ ਸਾਈਡ ਕਿ ਵੀ ਕੀ ਹੋਏਗਾ, ਹੈ ਨਾ। ਉਹ ਤਾਂ ਹੀ ਹੋਏਗਾ ਜਦ ਸਾਨੂੰ ਪਤਾ ਹੋਏਗਾ ਕਿ ਬਈ ਕਿਸ ਤਰਫ ਦੁਨੀਆ ਵੱਧ ਰਹੀ ਹੈਗੀ ਜਾਂ ਚੱਲ ਰਹੀ ਹੈਗੀ ਹੈ। ਐਂਡ ਦੈਨ ਜਦ ਸਾਡੇ ਕੋਲ ਇੱਕ ਤਰ੍ਹਾਂ ਕਹਿੰਦੇ ਨਾ, ਜਦ ਸਚੇਤ ਹੋ ਜਾਂਦੇ ਆ, ਦੈਨ ਆਈ ਥਿੰਕ ਵੀ ਕੈਨ ਟੇਕ ਦੀ ਰਾਈਟ ਸਟੈਪ। ਇਹਦੀ ਰੈਜ਼ਿਸਟੈਂਸ ਹੈ ਕਿਤੇ, ਜਿਵੇਂ ਤੁਸੀਂ ਦੱਸ ਰਹੇ ਹੋ ਦੁਨੀਆ 'ਚ ਜਿਹੜਾ ਇਹ ਹੋ ਰਿਹਾ ਹੈਗਾ, ਜਿਵੇਂ ਤੁਸੀਂ ਕਹਿ ਰਹੇ ਹੋ ਦੂਜੇ ਪਾਸੇ ਵੀ ਪੈਰਲ ਗੱਲ ਚੱਲ ਰਹੀ ਹੈਗੀ। ਜਦੋਂ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈਗੀ ਕਿ ਫੂਡ ਹੀ ਤੁਸੀਂ ਇਸ ਤਰ੍ਹਾਂ ਦਾ ਤਿਆਰ ਕਰੋਗੇ ਜਿਹੜਾ ਕੁਦਰਤ ਦੇ ਪੱਖੀ ਨਹੀਂ ਹੈ, ਮਨੁੱਖ ਪੱਖੀ ਵੀ ਨਹੀਂ ਹੋਊਗਾ, ਉਹਦੇ ਪੈਰਲਲ ਵੀ ਕੋਈ ਉਹਦੇ ਅਲਟਰਨੇਟਿਵ ਜਾਂ ਉਹਦੇ ਪੈਰਲਲ ਕੁਝ ਗੱਲਾਂ ਹੋਈਆਂ ਨੇ ਜਾਂ ਉਹਦੇ ਰਜਿਸਟ ਕੀਤਾ ਜਾ ਰਿਹਾ, ਉਹਨੂੰ ਵੀ ਇਹ ਗਲਤ ਹੈਗਾ। ਕਿਉਂਕਿ ਜਦੋਂ ਬਣ ਜਾਂਦਾ ਗ੍ਰੀਨ ਰੈਵੋਲੂਸ਼ਨ ਆ, ਉਹਨੇ ਤਬਾਹ ਕਰਤਾ ਇੱਥੇ ਪੰਜਾਬ ਨੂੰ, ਹੈ ਨਾ। ਹੁਣ
4.0 ਆ ਇਹ ਹੋਰ ਤਬਾਹੀ ਮਚਾ ਦੂਗਾ ਕਰੇਗਾ ਨੇਚਰ ਦੀ ਵੀ, ਹਿਊਮੈਨਿਟੀ ਦੀ ਵੀ। ਜੀ ਜੀ। ਤੇ ਉਦੋਂ ਜਦੋਂ ਰਜਿਸਟ ਕਰਨ ਦੀ ਲੋੜ ਹੁੰਦੀ ਹੈ ਉਦੋਂ ਕਿਸੇ ਨੇ ਗ੍ਰੀਨ ਰੈਵੋਲੂਸ਼ਨ ਉਰੇ ਵੀ ਰਜਿਸਟ ਨਹੀਂ ਕੀਤਾ ਗਾ। ਸਰ ਇਹੀ ਤਾਂ ਦਿੱਕਤ ਬਾਅਦ ਹੈ ਚੋਂ register ਕੀਤਾ ਜਿਹੜੀ ਜਿਹਨਾਂ ਆਪਾਂ ਗੱਲ ਕਰ ਰਹੇ ਹਾਂ, ਇਹੀ ਗੱਲ ਕਰ ਰਹੇ ਹਾਂ ਸਰ ਕਿ ਅਸੀਂ ਸੈਲੀਬ੍ਰੇਟ ਕਰਦੇ ਰਹੇ ਸਾਰੇ, ਸਾਡੀ ਬਰਬਾਦੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਰਹੇ ਸਾਰੇ। ਕਰਦੇ ਰਹੇ ਸਰ। ਹੁਣ ਵੀ ਇੱਕ ਤੁਹਾਡੇ ਸਾਹਮਣੇ ਜਦ ਆਏਗਾ ਨਾ ਕਿ ਐਗਰੀਕਲਚਰ ਰੈਵੋਲੂਸ਼ਨ 4.0 ਚ ਇੰਡੀਆ ਜਾ ਰਿਹਾ ਹੈਗਾ ਤਾਂ ਨੇਸ਼ਨ ਵਿਲ ਅਪਲਾਡ ਕਿ ਦੇਖੋ ਟੈਕਨੋਲੋਜੀਕਲ ਗਰੋਥ ਦਾ ਰਸਤਾ ਦੇਖੋ, ਹੈ ਨਾ ਜੀ। ਲੇਕਿਨ ਮੈਂ ਦੇਖਣਾ ਹੈ ਕਿ ਭਾਈ ਇਜ਼ ਦੈਟ ਗਰੋਥ। ਮੈਨੂੰ ਯਾਦ ਹੈ ਸਰ ਬਹੁਤ ਸਾਲ ਪਹਿਲੇ ਇੱਕ ਮੈਨੂੰ ਈਮੇਲ ਆਉਂਦਾ ਸਰ, ਜਦ ਅਸੀਂ ਜੈਨੇਟਿਕਲੀ ਮੋਡੀਫਾਈਡ ਫੂਡ ਤੇ ਵੀ ਵਰ ਔਨ ਦੀ ਫੋਰ ਫਰੰਟ ਕਿ ਬਈ ਇਹ ਨਹੀਂ ਆਉਣਾ ਚਾਹੀਦਾ, ਤਾਂ ਮੈਨੂੰ ਇੱਕ ਈਮੇਲ ਆਇਆ ਸਰ ਅਮਰੀਕਾ ਤੋਂ। ਉਹ ਮੈਨੂੰ ਲਿਖਦਾ ਹੈ ਕਿ ਵਾਟ ਇਜ਼ ਯੋਰ ਪ੍ਰੋਬਲਮ ਵਿਦ ਜੈਨੇਟਿਕਲੀ ਮੋਡੀਫਾਈਡ ਫੂਡ। ਕਹਿੰਦਾ ਕਿ ਕਿਉਂਕਿ ਸਾਡੇ ਕੋਲ ਤਾਂ ਫੂਡ ਪ੍ਰੋਡਿਊਸ ਕਰਨ ਦਾ ਤਰੀਕਾ ਹੋਣਾ ਚਾਹੀਦਾ, ਇਟ ਇਜ਼ ਇਮਟੀਰੀਅਲ, ਕਿਸ ਤਰ੍ਹਾਂ ਅਸੀਂ ਕਰਦੇ ਹੈਗੇ ਹਾਂ, ਹੈਲਦੀ ਔਰ ਸੇਫ ਹੋਣਾ ਚਾਹੀਦਾ। ਇੱਕ ਗੱਲ ਤਾਂ ਉਹਨਾਂ ਨੇ ਲਿਖੀ। ਫਿਰ ਉਹ ਕਹਿੰਦਾ ਹੈ ਕਿ ਬਈ ਮੈਂ ਕਿਉਂ ਕਹਿ ਰਿਹਾ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ। ਹੀ ਸੇਜ਼ ਆਈ ਐਮ ਦੀ ਸਾਇੰਟਿਸਟ ਇਨ ਨਾਸਾ ਹੂ ਇਜ਼ ਰਿਸਪੋਂਸਿਬਲ ਫॉर ਪ੍ਰੋਡਿਊਸਿੰਗ ਫੂਡ ਇਨ ਦੀ ਰॉकेट्स। ਠੀਕ ਹੈ, ਸੈਟੇਲਾਈਟਸ ਵਿੱਚ ਉਹ ਪ੍ਰੋਡਿਊਸ ਫੂਡ ਕਰਦਾ ਹੈਗਾ ਜੀ, ਜਿਹੜੇ ਜਿਸ ਹਿਊਮਨ ਜਦੋਂ ਜਾਂਦੇ ਹੈਗੇ ਉਹ 'ਚ ਮੈਨਡ ਫਲਾਈਟਸ ਵਿੱਚ, ਹਾਂਜੀ ਉਹ ਕਰਦਾ ਸੀਗਾ। ਹੀ ਸੇਜ਼ ਕਿ ਵੀ ਹੀ ਹੈਜ਼ ਪ੍ਰੀਪੇਅਰਡ ਏ ਪਲਾਨ ਕਿ ਦੁਨੀਆ ਵਿੱਚ ਯੂ ਕੈਨ ਪ੍ਰੋਡਿਊਸ ਫੂਡ ਇਨ ਦੀ ਲੈਬੋਰੇਟਰੀ ਐਂਡ ਹੀ ਸੇਜ਼ ਦੀ ਵਰਲਡ ਬੈਂਕ ਇਜ਼ ਲੁਕਿੰਗ ਹਾਊ ਟੂ ਸਬਸਿਡਾਈਜ਼ ਇਟ। ਤਾਂ ਉਹਦਾ ਕਹਿਣਾ ਸੀ ਜ਼ਰੂਰਤ ਹੀ ਨਹੀਂ ਹੈ ਤੁਹਾਨੂੰ ਫੂਡ ਤਾਂ ਅਸੀਂ ਪ੍ਰੋਡਿਊਸ ਕਰ ਦੇਵਾਂਗੇ। ਦੈਨ ਆਈ ਹੈਡ ਟੂ ਰਾਈਟ। ਜਦ ਮੈਂ ਉਹਨੂੰ ਜਵਾਬ ਦਿੱਤਾ, ਮੈਂ ਉਹਨੂੰ ਕਿਹਾ ਕਿ ਆਈ ਐਪਰੀਸ਼ੀਏਟ, ਆਈ ਅਪਲਾਡ ਕਿ ਵੀ ਤੁਸੀਂ ਸੈਟੇਲਾਈਟ ਵਿੱਚ ਜਾਂ ਮੈਨਡ ਫਲਾਈਟਸ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਫੂਡ ਮਿਲੇ ਉਹ ਤੁਸੀਂ ਪ੍ਰੋਡਿਊਸ ਕਰਦੇ ਹੋ ਜਾਂ ਦੇਖਦੇ ਹੋ, ਪਰ ਤੁਸੀਂ ਇਹ ਸੋਚੋ ਕਿ ਇਟ ਇਜ਼ ਨਾਟ ਓਨਲੀ ਪ੍ਰੋਡਿਊਸਿੰਗ ਫੂਡ, ਦੀ ਕੁਐਸਚਨ ਇਜ਼ ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀਗਾ ਕਿ ਵਾਟ ਵੀ ਨੀਡ ਇਜ਼ ਨਾਟ ਪ੍ਰੋਡਕਸ਼ਨ ਫॉर ਦੀ ਮਾਸਸ, ਵਾਟ ਵੀ ਨੀਡ ਇਜ਼ ਪ੍ਰੋਡਕਸ਼ਨ ਬਾਈ ਦੀ ਮਾਸਸ। ਸਮਝ ਗਏ ਨਾ ਤੁਸੀਂ? ਕਿਉਂਕਿ ਕਿਸਾਨ ਜਦ ਤੁਸੀਂ ਇੱਕ ਲਾਈਵਲੀਹੁਡ ਖਤਮ ਕਰਤਾ ਔਰ ਤਕਰੀਬਨ 3 ਬਿਲੀਅਨ ਪਾਪੂਲੇਸ਼ਨ, ਬਾਇਓਡਾਇਵਰਸਿਟੀ ਖਤਮ ਕਰਤੀ ਸਰ, ਤੇ ਪੂਰੀ ਇਕੋਲੋਜੀ ਖਤਮ। ਸੋ ਇਹ ਜੇ ਲੈਬੋਰਟਰੀ 'ਚ ਫੂਡ ਕਰਨਾ ਉਹ ਸੋਚਣਾ ਕਿ ਤੁਹਾਡਾ ਇਸ਼ੂ ਐਡਰੈਸ ਕਰਤਾ ਹੈ, ਹਾਂ ਜੁਰਮ ਹੈ। ਜੁਰਮ ਹੈ। ਤੁਸੀਂ ਦੇਖੋ ਜਿਸ ਤਰ੍ਹਾਂ ਤੁਸੀਂ ਸਮਝਣਾ ਚਾਹੁੰਦੇ ਹੋ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਆਪਾਂ ਕਰਨੇ ਜੁਰਮ ਹੈ, ਕੁਝ ਕਰਨਗੇ ਨਹੀਂ ਜੀ ਇਹ ਤਾਂ ਟੈਕਨੋਲੋਜੀਕਲ ਆਊਟਰੀਚ ਹੈ ਜਾਂ ਪ੍ਰੋਗਰੈਸ ਹੈ, ਜੋ ਵੀ ਹੈ। ਮੈਂ ਕਹਿੰਦਾ ਪਰ ਸੋਸਾਇਟੀ ਐਟ ਲਾਰਜ ਸ਼ੁੱਡ ਡਿਸਕਸ ਨਾ, ਆਪਾਂ ਬੈਠ ਕੇ ਚਰਚਾ ਕਰੀਏ, ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਈਏ ਕਿ ਬਈ ਵਿਦ ਵੈਦਰ ਸਮਬਡੀ ਵਿਲ। ਮੈਨੂੰ ਹੁਣ ਜਦ ਪਤਾ ਚੱਲਿਆ ਕਿ ਵੀ ਅੰਡਾ ਜਿਹੜਾ ਹੈਗਾ ਉਹ ਫਰਮੈਂਟੇਸ਼ਨ ਨਾਲ ਵੀ ਬਣ ਸਕਦਾ ਹੈਗਾ, ਤਾਂ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਨਾ, ਸਮਝੇ, ਤਾਂ ਹੀ ਉਹਨਾਂ ਨੂੰ ਇੱਕ ਮੈਸੇਜ ਜਾਏਗਾ ਨਾ ਕਿ ਵੀ ਆਪਾਂ ਕਿਸ ਤਰਫ ਜਾ ਰਹੇ ਹੈਗੇ। ਅੰਡਿਆਂ ਵਾਲਾ ਕੰਮ ਸ਼ੁਰੂ ਹੋ ਗਿਆ ਬੰਗਲੌਰ 'ਚ, ਅਪਰੂਵਲ ਮਿਲ ਗਿਆ। ਨਹੀਂ ਬੰਗਲੌਰ 'ਚ ਨਹੀਂ ਹੋਇਆ ਹੈਗਾ, ਉਹ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਸ਼ੁਰੂ ਹੋ ਗਿਆ। ਅਮਰੀਕਾ ਯਾਨੀ ਲੈਬੋਰਟਰੀ 'ਚ ਅੰਡਾ ਤਿਆਰ ਹੁੰਦਾ, ਲੈਬੋਰਟਰੀ ਚਿਕਨ ਤਿਆਰ ਹੁੰਦਾ, ਉਹ ਤਾਂ ਅਪਰੂਵਲ ਹੋ ਗਿਆ, ਪ੍ਰੋਸੈਸ ਅਪਰੂਵਲ ਹੋ ਗਿਆ। ਹਾਂ, ਅਮਰੀਕਾ ਸ਼ੁਰੂ ਵੀ ਹੋ ਗਿਆ, ਅਮਰੀਕਾ ਵਿੱਚ ਕਮਰਸ਼ੀਅਲ ਹੋ ਗਿਆ, ਕਮਰਸ਼ੀਅਲ ਹੋ ਗਿਆ। ਔਰ ਦੂਜੀ ਚਿਕਨ ਦੀ ਗੱਲ ਕਰ ਰਿਹਾ ਮੈਂ, ਉਹ ਕਮਰਸ਼ੀਅਲ ਅਪਰੂਵਲ ਹੋ ਗਈ ਹੈ। ਤੁਸੀਂ ਇਹ ਸਿਰਫ ਅਮਰੀਕਾ ਦੀ ਗੱਲ ਨਹੀਂ ਹੈਗੀ ਹੈ, ਤੁਸੀਂ ਅਗਰ ਆਪਣਾ ਸਿੰਗਾਪੁਰ ਦੇਖੋ ਜਾਂ ਆਪਣਾ ਹਾਂਗਕਾਂਗ ਦੇਖੋ, ਕਿਉਂਕਿ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਆਪਣੀ ਫੂਡ ਸਿਕਿਉਰਿਟੀ ਐਡਰੈਸ ਕਰਨ ਵਾਸਤੇ। ਇੱਥੇ ਤਾਂ ਆਲਰੇਡੀ ਬਹੁਤ ਅਪਰੂਵਲ ਹੋ ਚੁੱਕੇ ਹੈ, ਸਾਨੂੰ ਪਤਾ ਹੀ ਨਹੀਂ ਹੈਗਾ। ਸਾਨੂੰ ਇਹੀ ਨਹੀਂ ਪਤਾ ਕਿ ਸਿੰਗਾਪੁਰ ਵਿੱਚ ਕੀ ਹੋ ਰਿਹਾ, ਸਾਨੂੰ ਇਹੀ ਨਹੀਂ ਪਤਾ ਕਿ ਹਾਂਗਕਾਂਗ ਵਿੱਚ ਕੀ ਹੋ ਰਿਹਾ ਹੈਗਾ। ਸੋ ਅਸੀਂ ਕਿਸ ਡਿਬੇਟ ਵਿੱਚ ਤਰਫ ਫੋਕਸ ਕਰਾਂਗੇ? ਦ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਜ਼ ਦੈਟ ਮੈਨੂੰ ਲੱਗਦਾ ਕਿ ਇਹ ਟ੍ਰਾਇੰਗਲ ਬਣਾ ਲਈਏ ਅਗਰ ਆਪਾਂ, ਤਾਂ ਇੱਕ ਤਰਫ ਤਾਂ ਸਾਡਾ ਵਰਗਾ ਫੂਡ ਸਿਸਟਮ ਹੈਗਾ ਹੈ ਨਾ ਜਿਹੜਾ ਕਮਿਊਨਿਟੀ ਬੇਸਡ ਹੈਗਾ, ਇੱਕ ਤਰਫ ਐਗਰੀਕਲਚਰ ਰੈਵੋਲੂਸ਼ਨ 4.0 ਹੈ, ਔਰ ਸ਼ਾਇਦ ਕਿਤੇ ਇਹ ਦੇਖੋ ਕਿ ਕਨਵਰਜੈਂਸ ਜਿਹੜੀ ਹੋਏ ਉਹ ਸਿੰਥੈਟਿਕ ਫੂਡ ਵਿੱਚ ਹੋਏਗੀ, ਜਿਸ ਤਰ੍ਹਾਂ ਕਿ ਦੁਨੀਆ ਚੱਲ ਰਹੀ ਹੈ। ਜਿਹੜੀ ਇੰਟਰਵਿਊਜ਼ ਮੈਂ ਤੁਹਾਨੂੰ ਦੱਸਿਆ ਕਿ ਉਹ ਕਹਿੰਦੇ ਅਸੀਂ ਤਾਂ ਵੀ ਆਰ ਇਨ ਦੀ ਪ੍ਰੋਸੈਸ ਆਫ ਮੈਨੂਫੈਕਚਰਿੰਗ ਲੈਂਡ, ਤਾਂ ਮਤਲਬ ਲੈਟ ਅਸ ਥਿੰਕ ਅਬਾਊਟ ਦੈਟ। ਉਹ ਸਾਰਾ ਇਕਨੋਮਿਕ ਡਿਜ਼ਾਈਨ ਜਦ ਲੋਕਾਂ ਨੂੰ ਜੇ ਸਮਝ ਆਏਗਾ, ਤੁਸੀਂ ਅੱਜ ਇਟ ਇਜ਼ ਨਾਟ ਦੈਟ ਸਿੰਪਲ ਕਿ ਅਸੀਂ ਕਹੀਏ ਕਿ ਨਹੀਂ ਜੀ ਇਹ ਰਾਈਟ ਵਿੰਗ ਤਾਂ ਇਹ ਲੈਫਟ ਵਿੰਗ ਜਾਂ ਸੈਂਟਰ ਅਪਰੋਚ ਹੈਗੀ, ਨਹੀਂ। ਆਈ ਥਿੰਕ ਵੀ ਹੈਵ ਟੂ ਮੂਵ ਬਿਯੋਂਡ ਦੈਟ ਐਂਡ ਟੂ ਟਰਾਈ ਟੂ ਸੀ ਕਿ ਇਹਨਾਂ ਤੋਂ ਅੱਛੀ ਗੱਲ ਲੈ ਲਈਏ, ਪਲਸ ਐਟ ਦੀ ਸੇਮ ਟਾਈਮ ਫਿਊਚਰ ਜਿੱਥੇ ਲੈ ਕੇ ਸਾਨੂੰ ਜਾ ਰਿਹਾ ਉਹਦੇ ਨਾਲ ਆਪਾਂ ਅਗਰ ਉਹਦਾ ਆਪਣਾ ਆਲਰੇਡੀ ਉਹਨਾਂ ਦੇਖ ਸਕੀਏ, ਵਿਜ਼ਨ ਰੱਖੀਏ ਉਨੀ ਦੂਰ ਤੱਕ, ਆਈ ਥਿੰਕ ਵੀ ਕੈਨ ਕਮ ਆਊਟ ਵਿਦ ਏ ਵੇ ਫਾਰਵਰਡ। ਤੁਹਾਨੂੰ ਕੀ ਲੱਗਦਾ ਇੰਡੀਆ 'ਚ ਕਦੋਂ ਤੱਕ ਸ਼ੁਰੂ ਹੋ ਜਾਊਗਾ ਕਿਆ ਸਰ ਜਿਹੜਾ ਇਹ ਤੁਸੀਂ ਫਰਮੈਂਟੇਸ਼ਨ? ਦੇਖੋ ਜੀ ਸਿੱਧੀ ਗੱਲ ਇੱਕ ਆਪਾਂ ਜਾਣਨੀ ਸਭ ਨੂੰ ਹੈ, ਆਪਣਾ ਜਿਹੜਾ ਸਿੰਥੈਟਿਕ ਬਾਇਓਲੋਜੀ ਕਹਿੰਦੇ ਆਪਾਂ ਇਹਨੂੰ, ਸਿੰਥੈਟਿਕ ਬਾਇਓਲੋਜੀ ਤਾਂ ਹਿੰਦੁਸਤਾਨ 'ਚ ਕਈ ਸਾਲਾਂ ਤੋਂ ਚੱਲ ਰਹੀ ਹੈਗੀ ਹੈ, ਔਰ ਉਹ 'ਚ ਹਰ ਚੀਜ਼ 'ਤੇ ਹਰ ਲੈਵਲ 'ਤੇ ਇਟ ਇਜ਼ ਨਾਟ ਕੋਈ ਬੈਕਟੀਰੀਆਜ਼ ਦੇ ਮਾਧਿਅਮ ਤੋਂ ਕਿਸੇ ਮਾਧਿਅਮ 'ਚੋਂ ਕੰਮ ਹੋ ਰਿਹਾ ਹੈਗਾ, ਔਰ ਉਹ ਜਿਹੜੇ ਹੈਗੇ ਸਟਾਰਟਅਪਸ ਬਹੁਤ ਕੰਮ ਕਰ ਰਹੇ ਹੈਗੇ। ਐਂਡ ਆਈ ਐਮ ਸ਼ੋਰ ਯੂ ਲੱਗੇ ਕਿ ਸਟਾਰਟਅਪਸ ਦੀ ਵਾਇਬਿਲਿਟੀ ਤਾਂ ਹੀ ਹੁੰਦੀ ਹੈ ਨਾ ਜੇ ਉਸ ਚੀਜ਼ ਦਾ ਕੁਝ ਨਜ਼ਰ ਆ ਰਿਹਾ ਹੋਏ ਜਿਨ੍ਹਾਂ ਨੇ ਇਨਵੈਸਟਮੈਂਟ ਕਰਨੀ ਹੈਗੀ ਹੈ, ਤਾਂ ਹਿੰਦੁਸਤਾਨ 'ਚ ਬਹੁਤ ਇਹ ਜਗ੍ਹਾ 'ਤੇ ਕੰਮ ਹੋ ਰਿਹਾ ਹੈਗਾ। ਹੁਣ ਕਿਸ ਟਾਈਮ ਉਹ ਮੇਨ ਲਾਈਨ 'ਚ ਆਉਂਦਾ ਹੈਗਾ, ਦੈਟ ਇਜ਼ ਅ ਕੁਐਸਚਨ। ਉਹ ਓਬਵੀਅਸਲੀ ਜਦ ਦੁਨੀਆ ਵਿੱਚ ਹੋ ਗਿਆ, ਮੈਂ ਤਾਂ ਹੀ ਕਹਿਣਾ ਚਾਹੁੰਦਾ ਐਗਜ਼ਾਮਪਲ ਕਿਸ ਤਰ੍ਹਾਂ ਦੇ ਸਟਾਰਟਅਪਸ ਨੇ ਸਰ, ਇਹ ਜਿਹੜੇ ਬੇਸਿਕਲੀ ਦੇ ਆਰ ਇਨਟੂ ਬਾਇਓਲੋਜੀਕਲ ਜਾਂ ਮੈਂ ਸਿੰਥੈਟਿਕ ਜਿਹਨੂੰ ਬਾਇਓਲੋਜੀ ਕਹਿੰਦੇ ਆਪਾਂ, ਇਹਦਾ ਬ੍ਰੋਡਰ ਟਰਮ ਹੈ ਸਿੰਥੈਟਿਕ ਬਾਇਓਲੋਜੀ, ਜਿਹੜਾ ਕਿ ਤੁਹਾਡੇ ਮੋਲੀਕੂਲਰ ਲੈਵਲ 'ਤੇ ਜਾ ਕੇ ਉਸ ਚੀਜ਼ ਨੂੰ ਰੀਓਰੀਐਂਟ ਕਰ ਰਹੇ ਜਾਂ ਜੋ ਆਪਾਂ ਗੱਲ ਕਰ ਰਹੇ ਹਾਂ ਜੋ ਤੁਹਾਡਾ ਟਾਰਗੇਟ ਹੈਗਾ ਉਹਨੂੰ ਪ੍ਰੋਡਿਊਸ ਕਰਨ ਵਾਸਤੇ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਨਾ ਡੇਅਰੀ ਪ੍ਰੋਡਕਟਸ ਹੈਗੇ ਹਿੰਦੁਸਤਾਨ ਦੇ, ਤੁਸੀਂ ਡੇਅਰੀ ਅੱਜ ਦੇਖੋ ਜਿਹੜੇ ਤੁਸੀਂ ਪ੍ਰੋਸੈਸ ਲੈਣ ਜਾਓ ਫੂਡ ਸੁਪਰ ਮਾਰਕੀਟ ਵਿੱਚ, ਉਹਦੇ ਵਿੱਚ ਬਹੁਤ ਸਾਰੇ ਪ੍ਰੋਡਕਟਸ ਹੈ ਜੇ ਡੇਅਰੀ ਲਿਖਿਆ ਤਾਂ ਡੇਅਰੀ ਉੱਚ ਨਹੀਂ ਯੂਜ਼ ਹੁੰਦੀ ਹੈ, ਡੇਅਰੀ ਨਹੀਂ ਯੂਜ਼ ਹੋ ਰਹੀ ਹੈ। ਸੋ ਉਹ ਆਲਰੇਡੀ ਉਸ ਲੈਵਲ 'ਤੇ ਜਾ ਚੁੱਕੇ ਹੈਗੇ ਐਂਡ ਆਪਾਂ ਨੂੰ ਪਤਾ ਵੀ ਨਹੀਂ ਹੈਗਾ। ਹੁਣ ਅਸੀਂ ਤਾਂ ਹੀ ਕਹਿੰਦੇ ਕਿ ਬਹੁਤ ਸਾਰੀ ਆਈਸਕ੍ਰੀਮ ਜਿਹੜੇ ਅਸੀਂ ਖਾਂਦੇ ਹੈਗੇ ਆ ਉਹ ਡੇਅਰੀ ਤੋਂ ਨਹੀਂ ਆਉਂਦੀਆਂ,
ਸੋ ਦੀ ਪੁਆਇੰਟ ਇਜ਼ ਕਿ ਵੀ ਇਹ ਸਾਨੂੰ ਅਵੇਅਰਨੈਸ ਉਹ ਇਸੇ ਤਰ੍ਹਾਂ ਬਣਾਈਆਂ ਜਾ ਰਿਪੋਰਟ ਬਣਾਈ ਜਾ ਰਹੀਆਂ ਸਰ, ਸਾਨੂੰ ਪਤਾ ਹੀ ਨਹੀਂ ਚੱਲਦਾ ਬਿਕੋਜ਼ ਸਾਡੇ ਕੋਲ ਸਾਡੀ ਬਹਿਸ ਜਾਂ ਸਾਡੀ ਡਿਬੇਟ ਜਾਂ ਸਾਡੇ ਇਸ਼ੂਜ਼ ਕੁਝ ਹੋਰ ਹੈਗੇ ਆ ਐਂਡ ਵੀ ਆਰ ਨਾਟ ਵੇਅਰ ਆਈ ਥਿੰਕ ਦੀ ਵਰਲਡ ਸ਼ੁੱਡ ਮੂਵ ਫਾਰਵਰਡ ਟੂ। ਤਾਂ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਕੀ ਲੱਗਦਾ ਤੁਹਾਨੂੰ ਫਿਰ ਆਉਣ ਵਾਲਾ ਫਿਊਚਰ, ਜਦੋਂ ਇਹ ਸਾਡੀਆਂ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਹੜ੍ਹਾਂ ਤੋਂ ਲੈ ਕੇ 4.0 ਐਗਰੀਕਲਚਰ ਰੈਵੋਲੂਸ਼ਨ ਜਿਹਨੂੰ ਕਹਿ ਰਹੇ ਨੇਗੇ ਨਾ, ਤਾਂ ਫਿਰ ਇਹਦੇ 'ਚ ਕੋਈ ਰਾਹ ਨਜ਼ਰ ਆਉਂਦਾ ਤੁਹਾਨੂੰ, ਜਾਂ ਇਹਦੇ 'ਤੇ ਕੋਈ ਪੈਰਲਲ ਕੀ ਸੋਚ ਰਹੇ ਹੋਗੇ ਤੁਸੀਂ? ਦੇਖੋ ਜੀ, ਬਿਲਕੁਲ ਰਾਹ ਹੈਗਾ ਐਂਡ ਰਾਹ ਹੈਗਾ ਲੋਕਾਂ ਦੇ ਹੱਥ ਵਿੱਚ। ਔਰ ਮੈਨੂੰ ਇਸ ਬੜਾ ਵਿਸ਼ਵਾਸ ਹੈ ਕਿ ਇਹਨੇ ਡੈਮੋਕ੍ਰੇਸੀ ਜਿਹਨੂੰ ਆਪਾਂ ਕਹਿੰਦੇ ਹਾਂ ਡੀਸੈਂਟਰਲਾਈਜ਼ ਜਿਹੜੀ ਸੋਚ ਹੈਗੀ ਆ, ਡੀਸੈਂਟਰਲਾਈਜ਼ ਹੋਰ ਵੀ ਜਿਹੜੇ ਆਪਣੇ ਆਪਾਂ ਗੱਲ ਕਰਦੇ ਹਾਂ ਕਿ ਹੋਣਾ ਚਾਹੀਦਾ ਹੈਗਾ, ਉਹ ਜਿਹੜਾ ਸਿਸਟਮ ਹੈ, ਮੇਰਾ ਮਤਲਬ ਕਿ ਜਦ ਤੱਕ ਉਹ ਪਰਕੂਲੇਟ ਨਹੀਂ ਕਰਦਾ ਮਾਸਿਸ ਵਿੱਚ ਜਾਂ ਲੋਕਾਂ ਵਿੱਚ, ਆਮ ਲੋਕੀ ਉਹੀ ਹੋਏ ਜਿਹੜੇ ਕਿ ਸੁਚੇਤ ਹੋਣਗੇ, ਜਿਹੜੀ ਗੱਲਬਾਤ ਕਰ ਸਕਦੇ ਆ, ਜਾਂ ਜਿਹੜਾ ਡਾਇਲੌਗ ਵਿੱਚ ਨਾ ਕਨਵਰਟ ਹੋਏ, ਉਹ ਫਿਰ ਤੁਸੀਂ ਸੋਚੋ ਕਿ ਦੁਨੀਆ ਦੀ ਟਰਾਂਸਫਾਰਮੇਸ਼ਨ ਹੋ ਜਾਏਗੀ, ਨਹੀਂ ਹੋ ਪਾਉਂਦੀ ਸਰ। ਔਰ ਮੈਨੂੰ ਲੱਗਦਾ ਕਿ ਅੱਜ ਸੋਸਾਇਟੀ ਜਿਹੜੀ ਹੈਗੀ, ਮੈਂ ਇੰਡੀਆ ਦੀ ਗੱਲ ਨਹੀਂ ਕਰਾਂ, ਗਲੋਬਲੀ ਵੀ ਕਾਫੀ ਅਵੇਅਰ ਹੈ ਸਰ, ਹੁਣ ਕਾਫੀ ਅਵੇਅਰ ਹੈ। ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ ਕਲਾਈਮੇਟ ਜਿਹੜਾ ਇੱਕ ਕੈਟਾਸਟ੍ਰੋਫੀ ਹੈ, ਉਹ ਸ਼ਾਇਦ ਇੱਕ ਬੜਾ ਕਾਰਨ ਹੋ ਸਕਦਾ। ਫਿਰ ਜਿਹੜਾ ਇਕਨੋਮਿਕ ਡਿਬੈਕਲ ਹੈ, ਉਹ ਵੀ ਨਾ ਭੁੱਲੀਏ, ਉਹ ਵੀ ਇੱਕ ਬੜਾ ਕਾਰਨ ਹੈਗਾ। ਹਾਂਜੀ, ਫਿਰ ਜਿਹੜਾ ਜਿਸ ਸਿਚੁਏਸ਼ਨ 'ਚ ਅਸੀਂ ਅੱਜ ਹੈਗੇ ਹਾਂ ਕਿ ਵੀ ਜੌਬ ਲਾਸਿਸ ਹੋ ਰਹੇ ਆ, ਇੱਕ ਟਾਈਮ 'ਤੇ ਸੀਗਾ ਕਿ ਜੌਬ ਲਾਸ ਗਰੋਥ ਸੀਗੀ, ਹੁਣ ਤਾਂ ਜੌਬ ਖੁਦ ਹੀ ਕੰਪਨੀਆਂ ਡਰੋਪ ਕਰ ਰਹੀਆਂ ਜਿਸ ਤਰ੍ਹਾਂ ਕਿਸੇ ਨਾਲ ਆਟੋਮੇਸ਼ਨ ਚੱਲ ਰਹੀ ਹੈਗੀ ਹੈ। ਤੁਸੀਂ ਇੱਕ ਸੋਚੋ ਕਿ ਸਿਰਫ ਅਮਰੀਕਾ ਜਾਂ ਰਿਚ ਕੰਟਰੀਜ਼ ਜਾਂ ਡਿਵੈਲਪ ਕੰਟਰੀਜ਼ ਕਰਦੀਆਂ, ਨਹੀਂ ਸਰ। ਤੁਸੀਂ ਦੇਖੋ, ਇੱਕ ਜਦ ਟਰੈਕਟਰ ਆਇਆ ਸੀਗਾ ਜਿਹਦੇ ਵਿੱਚ ਡਰਾਈਵਰ ਨਹੀਂ ਚਲਾਉਂਦਾ ਸੀਗਾ, ਟਰੈਕਟਰਲੈਸ ਡਰਾਈਵਰ ਸੀਗਾ, ਤਾਂ ਦੁਨੀਆ 'ਚ ਗੱਲਾਂ ਹੋਈਆਂ, ਅਖਬਾਰਾਂ 'ਚ ਖਬਰਾਂ ਆਈਆਂ, ਉੱਥੇ ਗੱਲ ਖਤਮ ਹੋ ਗਈ ਹੈ। ਬਟ ਲੁੱਕ ਐਟ ਏ ਕੰਟਰੀ ਲਾਈਕ ਥਾਈਲੈਂਡ ਤਾਂ ਡਿਵੈਲਪਿੰਗ ਕੰਟਰੀ ਹੈ, ਉਹ ਤਾਂ ਰੋਬੋਸ ਇੰਨਾ ਇਨਵੈਸਟ ਕਰ ਰਹੇ ਕਿ ਉਹ ਪੂਰਾ ਰੋਬੋਸ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਗਵਰਨਮੈਂਟ ਨੇ, ਤਾਂ ਕਿ ਤੁਸੀਂ ਇੱਕ ਖੇਤੀ ਕਰ ਸਕੋ ਵਿਦ ਦੀ ਹੈਲਪ ਆਫ ਰੋਬੋਸ। ਇਹਦਾ ਮਤਲਬ ਕਿ ਜ਼ਮੀਨ ਤਾਂ ਹੈ, ਜ਼ਮੀਨ 'ਤੇ ਤਾਂ ਉਪਯੋਗ ਕਰਨਗੇ, ਪਰ ਕਿਸਾਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ। ਜਦ ਰੋਬੋਸ ਐਕਟਿਵ ਹੋ ਜਾਣਗੇ ਜਾਂ ਮਾਡਲ ਬਣ ਜਾਏਗਾ ਤਾਂ ਨਹੀਂ ਹੋ ਪਾ। ਇਹ ਸਾਨੂੰ ਪਤਾ ਹੋਣਾ ਚਾਹੀਦਾ ਨਾ, ਵੇਅਰ ਆਰ ਵੀ ਹੈਡਿੰਗ ਟੂਵਰਡ, ਸਾਨੂੰ ਪਤਾ ਹੋਣਾ ਚਾਹੀਦਾ। ਮੇਰਾ ਸਿਰਫ ਸਬਮਿਸ਼ਨ ਹੈ ਕਿ ਇਹਨਾਂ ਜਦ ਤੱਕ ਅਸੀਂ ਇਨਕੋਰਪੋਰੇਟ ਨਹੀਂ ਕਰਾਂਗੇ, ਤਾਂ ਸਾਡੀ ਜਿਹੜੀ ਬੜੀ ਇਕਨੋਮਿਕ ਸੋਚ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਬਦਲਾਵ ਦੀ ਜਾਂ ਟਰਾਂਸਫਾਰਮੇਸ਼ਨ ਦੀ ਜਿਹੜੀ ਗੱਲ ਹੋ ਰਹੀ ਹੈ, ਉੱਥੇ ਤੱਕ ਸੋਚਣ ਵਾਸਤੇ ਸਾਡੇ ਕੋਲ ਹਾਲੇ ਬਹੁਤ ਲੰਬਾ ਰਸਤਾ ਹੈਗਾ। ਪਰ ਸਰ ਫਿਰ ਵੀ ਉਹਦੇ ਬਾਵਜੂਦ ਵੀ ਸਭ ਕੁਝ ਹੁੰਦੇ, ਆਈ ਐਮ ਸਟਿਲ ਵੈਰੀ ਹੋਪਫੁਲ ਕਿ ਉਹ ਜਿਹੜੀ ਟਰਾਂਸਫਾਰਮੇਸ਼ਨ ਹੈ ਵਿਦ ਪੀਪਲ ਸੈਂਟਰਿਕ, ਐਨਵਾਇਰਮੈਂਟਲ ਸੈਂਟਰਿਕ, ਦੁਨੀਆ ਉਸ ਤਰ੍ਹਾਂ बढ़ रही है, आस्ते आस्ते बढ़ रही हैगी है। इट मे टेक लॉन्गर पीरियड फॉर अस टू अंडरस्टैंड कि कितने बढ़ रहे हैं, पर सचेत हो रहा ग्लोबली। मैं तुहानू एक छोटी एग्जाम्पल देकर करा, तुसीं आंध्र प्रदेश की गल की सीगी, इंडिया में सब तो बड़ा मॉडल दुनिया का है सर, जिन्होंने एग्रो इकोलॉजिकल मॉडल कहने। इट हैज़ ऑलरेडी कन्वर्टेड, ਉਹਦੇ 7 ਲੱਖ ਕਿਸਾਨ ਆਲਰੇਡੀ ਕੈਮੀਕਲ ਤੋਂ ਨਾਨ ਕੈਮੀਕਲ ਜਾ ਚੁੱਕੇ ਆ ਜੀ। ਉਹ ਕਹਿੰਦੇ 2030 ਤੱਕ ਉਹਨਾਂ ਨੇ 60 ਲੱਖ ਕਿਸਾਨ ਜਿਹੜੇ ਆਂਧਰਾ ਦੇ ਹੈਗੇ ਸਾਰੇ ਉਹਨਾਂ ਨੇ ਨਾਨ ਕੈਮੀਕਲ ਕਰ ਦੇਣੇ ਹੈਗੇ, ਲੇਕਿਨ 7 ਲੱਖ ਆਲਰੇਡੀ ਕਰ ਚੁੱਕੇ ਹੈ। ਪੈਦਾਵਾਰ बढ़ ਗਈ, ਇਨਕਮ ਕਿਸਾਨਾਂ ਦੀ बढ़ ਗਈ, पर्यावरण का नुकसान नहीं हो रहा उत्थे जिथे 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 एक फार्मिंग हो रही है, नॉट एवरीवेयर लेकिन जिथे जिथे भी हो रही है। तो ये मॉडल साढ़े कोल है, लेकिन तुसीं सोचो ना कि असीं आइसोलेशन च हैगे सर। यूरोप का जिहड़ा कॉमन एग्रीकल्चर पॉलिसी के तहत जिहड़ा बजट हुंदा हैगा सबसिडीज़ का, उहदे विच $250 बिलियन का बजट इस साल का जनवरी च प्रावधान होया है फॉर एग्रो इकोलॉजिकल फार्मिंग सिस्टम। मतलब यूरोप भी सोच रहा उस पासे, हिंदुस्तान तो ठीक है, होर भी गल्लां जिहड़ियां हैगियां होर भी कंट्रीज़ विच सॉरी ये जे अलग अलग अपने मॉडल होणगे, बिकॉज यू नो बिजनेस एज यूजुअल इज़ नॉट द राइट वे फॉरवर्ड। ये दुनिया हुण समझ चुकी है, पर लेकिन तुसीं आज सोचो कि सारा हिंदुस्तान इक्को लपेट में हो जाएगा, वो तो नहीं हो पाएगा। बट ग्रैजुअली जो मूवमेंट है वो ग्रो करेगा सर टूवर्ड्स एग्रो इकोलॉजिकल। पीपल आर रियलाइजिंग कि नुकसान जी हुई है, तबाही जी हुई है, सॉयल की फर्टिलिटी खत्म हो गई है। तुसीं ये जानते ही हो है ना, सॉयल अगर सॉयल खराब है तो सब कुछ ही खराब है, क्योंकि आफ्टर ऑल यू आर वट यू ईट, और जो असीं खाने वो सॉयल तो आंदा है। सो मतलब कहता है ये सारा एक पैटर्न है, सिस्टम है, वो इकनॉमिक डिज़ाइन ने किस तरह उन्होंने बिल्डअप किया, ये लोगों को समझ आना बहुत जरूरी है। इसी करके तुसीं सुनिया होगा जी, मैं जब भी आप गल करते हैं सर कि मैं हर जगह कहना कि पहले बड़ा इकनॉमिक डिज़ाइन समझो, क्योंकि जब तक तुसीं इकनॉमिक डिज़ाइन नहीं समझोगे तो ये समझ नहीं आएगा कि सानू क्यों मार पै रही है या पर्यावरण से सानू क्यों नुकसान झेलने पै रहे हैं। सो जब असीं आस्ते आस्ते इकनॉमिक डिज़ाइन समझना शुरू करांगे सर, आई एम श्योर कि उसी तरीके नाल असीं देखांगे कि जिहड़ा एक जिन्होंने आपां कहने राइट विंग जिहड़ा हैगा इकनॉमिक्स जिहड़ी हैगी वो आस्ते आस्ते उस तरह ही रिसीड करती जाएगी। पर एक पासे ये डिस्कशन हो रही होवे दुनिया, चाहे वो समिट्स हो रही ने, चाहे वो इंटरनेशनल जिहड़ियां कमेटियां ने एनवायरनमेंट के उत्ते वो गल कर रही ने, रिपोर्ट्स आ रही ने इकोलॉजी नूं लैके सारे कासे नूं लैके कि साडा दूजे पासे फिर असी उस मॉडल च ही ये भी रीथिंक नहीं हो रहा कि जिहड़ा साडे कोल ये मॉडल आगा, जिहड़ा असी जिहड़ा सिंथैटिक फूड का मॉडल आगा, ये भी तो सारे कासे दे एंटी हैगा। सर आपां उस तक तो पहुँचे नहीं हले,
ਨਹੀਂ ਉੱਥੇ ਕਿਉਂ ਨਹੀਂ, ਜਦੋਂ ਉੱਥੇ ਸਾਰੀ ਚਰਚਾ, ਤੁਹਾਡੀ ਜਿਹੜੀ ਗੱਲ ਹੈ ਨਾ ਕਿ ਮਿਨੀਮਮ ਚਰਚਾ ਤਾਂ ਆਪਾਂ ਮੰਨਦੇ ਨਾ ਵੀ ਹੁੰਦੀ ਹੈ, ਕਰਨ ਚਾਹੇ ਕੁਛ ਨਾ, ਬਾਈਡਨ ਵੀ ਸਟੇਟਮੈਂਟ ਦਿੰਦੇ ਨੇ, ਕਲਿੰਟਨ ਵੀ ਦਿੰਦੇ ਨੇ। ਨਹੀਂ ਉਹ ਤਾਂ ਉਹਨਾਂ ਦਾ ਇੱਕ ਤਰੀਕਾ, ਉਹ ਇਸ ਕਰਕੇ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਜਾਂ ਉਹਨਾਂ ਦਾ ਜਿਹੜਾ ਰੁਝਾਵ ਹੈ, ਹੋਰ ਵੀ ਕਿਸੇ ਦਾ, ਚਲੋ ਉਹ ਫੋਕਸ ਮੈਂ ਇਸ ਕਰਕੇ, ਨਹੀਂ ਕੋਈ ਗੱਲ ਨਹੀਂ, ਉਹ ਇਸ ਕਰਕੇ ਕਿ ਦੁਨੀਆ ਵਿੱਚ ਅੱਜ ਜਿਹੜਾ ਸਲੌਟਰ ਹੋ ਰਿਹਾ ਹੈ ਨਾ ਐਨੀਮਲਸ ਦਾ ਫॉर द ਸੇਕ ਆਫ ਫੂਡ, ਉਹ ਇੰਨਾ ਵੱਧ ਗਿਆ ਹੈਗਾ ਕਿ ਉਹ ਦੈਟ ਇਜ਼ ਪ੍ਰਾਇਮਰੀ ਰਿਸਪੌਂਸਿਬਲ ਜਿਹੜਾ ਨਾ ਐਗਰੀਕਲਚਰ ਦੀ ਜਿਹੜੀ ਗ੍ਰੀਨ ਹਾਊਸ ਗੈਸ ਐਮਿਸ਼ਨ ਜ਼ਿਆਦਾ ਹੈਗੇ, ਉਹ 'ਚ ਲਾਈਵ ਸਟਾਕ ਦਾ ਬਹੁਤ ਬੜਾ ਸ਼ੇਅਰ ਹੈਗਾ ਜੀ। ਉਹ ਜਿਹੜਾ ਸ਼ੇਅਰ ਹੈਗਾ ਬਿਕੋਜ਼ ਆਫ ਜਿਸ ਤਰ੍ਹਾਂ ਸਲੌਟਰ ਹੁੰਦੇ ਆ, ਜਿਸ ਤਰ੍ਹਾਂ ਅਸੀਂ ਫੂਡ ਹੈਬਿਟਸ ਹੈਗੀਆਂ, ਉਹ ਸਭ ਅਸੀਂ ਸਮਝਦੇ ਹਾਂ। ਅੱਛਾ, ਨਾਲ ਉਹਦੇ ਨਾਲ ਇਹ ਵੀ ਤਾਂ ਹੈ ਨਾ ਕਿ ਇਨਹਿਊਮਨ ਵੀ ਤਾਂ ਹੈ ਨਾ ਉਹ ਜਿਹੜਾ ਪੈਟਰਨ ਸਿਸਟਮ ਹੈ, ਤਾਂ ਲੋਕੀ ਬਹੁਤ ਸਾਰੇ ਐਕਸੈਪਟ ਕਰਦੇ ਆ ਕਿ ਭਾਈ ਕਿ ਇਹ ਜਿਹੜਾ ਲੋਕ ਜਿਸ ਤਰ੍ਹਾਂ ਸਲੌਟਰ ਕੀਤਾ ਅਸੀਂ ਐਨੀਮਲਸ ਨੂੰ, ਉਹ ਤੋਂ ਨਿਕਲਣ ਦੀ ਬਹੁਤ ਜ਼ਰੂਰਤ ਹੈਗੀ ਹੈ। ਸੋ ਇਮੀਡੀਏਟਲੀ ਤੁਸੀਂ ਲੋਕਾਂ ਨੂੰ ਕਹੋ ਬੰਦ ਕਰ ਦਿਓ ਖਾਣਾ, ਉਹ ਤਾਂ ਨਹੀਂ ਕਰਨਗੇ। ਸੋ ਗ੍ਰੈਜੂਅਲੀ ਦੈਟ ਮੇ ਬੀ ਵਨ ਵੇ, ਹਾਂਜੀ, ਜੋ ਵੀਗਨ ਦਾ ਫੂਡ ਦਾ ਇੱਕ ਵੀਗਨ ਦਾ ਚਲੇ ਹੋਏ ਅੱਜ ਕੱਲ੍ਹ। ਸੋ ਮਤਲਬ ਕਹਿੰਦਾ ਕਿ ਇਹ ਲੋਕਾਂ ਦੀ ਇਹ ਵੀ ਸੋਚ ਹੈਗੀ ਹੈ। ਪਰ ਮੇਰਾ ਮੰਨਣਾ ਸਰ, ਜੋ ਅਸੀਂ ਆਪਾਂ ਅਗਰ ਬੜੇ ਉੱਚ ਗੱਲ ਕਰ ਰਹੇ ਸੀਗੇ, ਉਹ ਇਸ ਹੈ ਕਿ ਇਹ ਦੁਨੀਆ ਵਿੱਚ ਜਿਹੜੇ ਚੇਂਜ ਹੋ ਰਹੇ ਹੈਗੇ, ਲੇਕਿਨ ਮੈਂ ਜੋ ਹਰ ਵਾਰੀ ਕਹਿਣਾ ਹੈਗਾ, ਐਂਡ ਆਈ ਹੋਪ ਕਿ ਪੀਪਲ ਡੋਂਟ ਗੈਟ ਮੀ ਰੋਂਗ, ਸਾਡੇ ਜਿਹੜੇ ਦੇਸ਼ ਦੇ ਇਕੋਨਮਿਸਟ ਹੈਗੇ ਜਾਂ ਐਕੈਡਮੀਆ ਹੈਗਾ ਜਾਂ ਜਿਹੜੇ ਆਪਣੇ ਪਾਲਿਸੀ ਮੇਕਰਸ ਹੈਗੇ ਆ ਸਰ, ਉਹ ਘੱਟ ਤੋਂ ਘੱਟ 10 ਸਾਲ ਪਿੱਛੇ ਹੈਗੇ ਜੋ ਦੁਨੀਆ 'ਚ ਹੋ ਰਿਹਾ। ਆਈ ਥਿੰਕ ਦੈਟ ਇਜ਼ ਦੀ ਪ੍ਰੋਬਲਮ। ਅਸੀਂ ਉਹ 10 ਸਾਲ ਕਦ ਕੈਚਅਪ ਕਰ ਪਾਵਾਂਗੇ ਤਾਂ ਕਿ ਅਸੀਂ ਉਸ ਲੈਵਲ 'ਤੇ ਆ ਕੇ ਗੱਲ ਕਰ ਸਕੀਏ, ਉਹ ਇੱਕ ਮੈਟਰ ਜ਼ਰੂਰ ਕਰੇਗਾ। ਤੁਹਾਨੂੰ ਯਾਦ ਹੋਏਗਾ ਕਿਸਾਨ ਅੰਦੋਲਨ 'ਚ ਇੱਕ ਗੱਲ ਬੜੀ ਰਿਪੀਟਡਲੀ ਨਿਕਲ ਕੇ ਆਈ ਸੀ, ਜਦ ਮੈਂ ਕਹਿੰਦਾ ਸੀਗਾ ਕਿ ਬਈ ਅਮਰੀਕਾ ਵਿੱਚ, ਯੂਰਪ ਵਿੱਚ, ਜਰਮਨੀ ਜਾਂ ਫਰਾਂਸ ਜਾਂ ਹੋਰ ਕੰਟਰੀ ਵਿੱਚ ਸਾਰਾ ਫੇਲ ਹੋ ਚੁੱਕਾ, ਮਾਰਕੀਟਸ ਫੇਲ ਹੋ ਚੁੱਕੀਆਂ, ਤਾਂ ਬਹੁਤ ਸਾਰੇ ਲੋਕਾਂ ਨੇ ਆਸ਼ਚर्य ਵਿਅਕਤ ਕੀਤਾ ਸੀਗਾ ਕਿ ਵੀ ਤੁਸੀਂ ਕਿਸ ਤਰ੍ਹਾਂ ਕਰੇ, ਉੱਥੇ ਤਾਂ ਬੜੀ ਅੱਛੀ ਉਹ ਕੀ ਕਹਿੰਦੇ ਫਾਰਮਰਸ ਬੜੇ ਰਿਚ ਹੈਗੇ ਐਂਡ ਸੋ ਔਨ ਐਂਡ ਸੋ ਫੋਰਥ। ਦੀ ਪੁਆਇੰਟ ਇਜ਼ ਕਿ ਸਾਡੇ ਹੀ ਲੋਕਾਂ ਨੂੰ ਉਹਨਾਂ ਕੰਟਰੀਜ਼ ਬਾਰੇ ਪਤਾ ਹੀ ਨਹੀਂ ਸੀਗਾ ਕਿ ਉੱਥੇ ਐਗਰੀਕਲਚਰ ਦੀ ਕਿੰਨੀ ਬੁਰੀ ਹਾਲ ਹੈ। ਤੁਸੀਂ ਦੇਖੋ ਜੀ, ਅਮਰੀਕਾ ਵਿੱਚ ਅੱਜ ਵੀ 3.5 ਗੁਣਾ ਸੁਸਾਈਡ ਪਿੰਡਾਂ ਵਿੱਚ ਹੋ ਰਹੀਆਂ ਕੰਪੇਅਰ ਟੂ ਦੀ ਨੈਸ਼ਨਲ ਐਵਰੇਜ, ਜ਼ਿਆਦਾ ਹੋ ਰਹੀਆਂ 3.5 ਗੁਣਾ। ਐਂਡ ਦੈਨ ਅਗਰ ਮਾਰਕੀਟਸ ਇੰਨੀ ਅੱਛੀ ਹੁੰਦੀਆਂ ਅਮਰੀਕਾ ਵਿੱਚ, ਤਾਂ ਅੱਜ ਹਰ ਕਿਸਾਨ ਨੂੰ ਹਰ ਸਾਲ 79 ਲੱਖ ਰੁਪੀਸ ਜਿਹੜੇ ਹੈਗੇ ਸਬਸਿਡੀ ਦੇ ਤੌਰ 'ਤੇ ਮਿਲਦੇ ਆ, ਡੋਮੈਸਟਿਕ ਸਪੋਰਟ ਦੇ ਤੌਰ 'ਤੇ ਮਿਲਦੇ ਆ। ਕਿਉਂ? ਕਿਉਂਕਿ ਮਾਰਕੀਟਸ ਹੈਵ ਫੇਲ ਟੂ ਗਿਵ ਦੈਮ ਦੀ ਰਾਈਟ ਪ੍ਰਾਈਸ। ਤਾਂ ਉਹ ਜਿਹੜਾ ਅਸੀਂ ਕੱਟ ਐਂਡ ਪੇਸ਼ ਕਰਕੇ ਇੰਡੀਆ 'ਚ ਲੈ ਕੇ ਆਉਂਦੇ ਹਾਂ, ਅਸੀਂ ਫਿਰ ਉਹਨੂੰ ਇਕਨੋਮਿਕ ਰਿਫਾਰਮ ਕਹਿੰਦੇ ਹੈਗੇ ਆ। ਇੱਥੇ ਸਾਡੀ ਗਲਤੀ ਹੈਗੀ ਕਿ ਸਾਡੇ ਜਿਹੜੇ ਸੋਚ ਵਾਲੇ ਬੰਦੇ ਹੈਗੇ ਜਾਂ ਸਾਡੇ ਜਿਹੜੇ ਪਾਲਿਸੀ ਮੇਕਰਸ ਹੈਗੇ, ਦੇ ਡੂ ਨਾਟ ਨੋ, ਔਰ ਹਾਲੇ ਉੱਥੇ ਸਮਝ ਨਹੀਂ ਪਾਏ ਕਿ ਉੱਥੇ ਆਲਰੇਡੀ ਕਿੰਨਾ ਉਹਦੇ ਨਾਲ ਨੁਕਸਾਨ ਹੋ ਰਿਹਾ ਦਾ ਵੀ ਜਿਹੜਾ, ਕਿਉਂਕਿ ਅਮਰੀਕਾ 'ਚ ਵੀ ਆਪਾਂ ਦੇਖ ਰਹੇ ਹਾਂ, ਕੈਨੇਡਾ 'ਚ ਵੀ, ਵੈਸਟ ਦੇ ਅੰਦਰ ਤਾਂ ਰਿਸੈਸ਼ਨ ਨੇ ਦਸਤਕ ਦੇ ਦਿੱਤੀ ਹੈ, ਯੂਰਪ 'ਚ ਵੀ ਆਪਾਂ ਦੇਖ ਰਹੇ ਹਾਂ। ਸਰ ਦੇਖੋ, ਇਹ ਵੀ ਬੜਾ ਇੰਟਰਸਟਿੰਗ ਹੈਗਾ, ਜਦ ਆਪਾਂ ਇਹ ਰਿਸੈਸ਼ਨ ਦੀ ਗੱਲ ਕਰਦੇ ਹਾਂ, ਉਹ ਬੇਸਿਕਲੀ ਇਕਨੋਮਿਕ ਡਿਜ਼ਾਈਨ ਤੋਂ ਫਲੋ ਕਰਦਾ, ਕਿਉਂਕਿ ਗਲੋਬਲਾਈਜੇਸ਼ਨ ਵਿੱਚ ਐਵਰੀਥਿੰਗ ਇਜ਼ ਨਾਟ ਗਲੋਬਲਾਈਜ਼ਡ। ਸੋ ਜੋ ਅਮਰੀਕਾ ਵਿੱਚ ਹੋਏਗਾ ਉਹਦਾ ਸਾਡੇ ਇੱਥੇ ਹੋਏਗਾ। ਜੋ ਕਹਿੰਦੇ ਉਹਨਾਂ ਨੂੰ ਕਹਿੰਦੇ ਨਾ, ਜਿਸ ਤਰ੍ਹਾਂ ਜਦ ਆਪਣੇ ਇੰਟਰਸਟ ਰੇਟ ਉਹਨੂੰ ਉਹ बढ़ाते ਹੈਗੇ ਆ, ਤਾਂ ਇੱਥੇ ਛਿੱਕ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਇੰਡੀਆ ਵਿੱਚ, ਉਹ ਕਿਉਂਕਿ ਸਿਸਟਮ ਇਜ਼ ਨਾਓ ਵੋਵਨ ਇਨ। ਪਰ ਲੇਕਿਨ ਸਰ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਪਿਛਲੀ COP ਜਿਹੜੀ ਹੋਈ ਸੀਗੀ ਕਲਾਈਮੇਟ ਚੇਂਜ ਦੀ, ਉਹਦੇ ਵਿੱਚ ਬਾਰਬਾਡੋਸ ਦੀ ਜਿਹੜੀ ਪ੍ਰਾਈਮ ਮਿਨਿਸਟਰ ਨੇ ਇੱਕ ਬਹੁਤ ਬੜੀ ਗੱਲ ਬੋਲੀ ਸੀਗੀ, ਐਂਡ ਆਈ ਐਡਮਾਇਰ ਹਰ ਕਿ ਛੋਟੇ ਜਿਹੇ ਮੁਲਕ 'ਚੋਂ ਆ ਕੇ ਉਹ ਇੰਨੀ ਗੱਲ ਪਲੇਟਫਾਰਮ 'ਤੇ ਬੋਲ ਗਈ ਸੀਗੀ। ਉਹਨੇ ਕਿਹਾ ਕਿ ਅਸੀਂ 2009 ਤੋਂ ਲੈ ਕੇ ਜਦ ਇਕਨੋਮਿਕ ਮੈਲਟਡਾਊਨ ਹੋਇਆ ਸੀਗਾ, ਤਦ ਤੋਂ ਲੈ ਕੇ ਅੱਜ ਤੱਕ ਦੀ ਵਰਲਡ ਹੈਜ਼ ਪ੍ਰੋਡਿਊਸਡ ਸਰਪਲਸ ਮਨੀ ਟੂ ਦੀ ਟਿਊਨ ਆਫ $25 ਟ੍ਰਿਲੀਅਨ। $25 ਟ੍ਰਿਲੀਅਨ। ਔਰ ਤੁਹਾਨੂੰ ਸਿਰਫ ਗਰੀਬੀ ਮਿਟਾਉਣ ਵਾਸਤੇ ਹੈ, ਬਰੁਕਿੰਗ ਇੰਸਟੀਚਿਊਟਸ ਕਹਿੰਦਾ ਹੈ ਕਿ ਗਰੀਬੀ ਦੁਨੀਆ 'ਚ ਮਿਟਾਉਣ ਵਾਸਤੇ ਤੁਹਾਨੂੰ $100 ਬਿਲੀਅਨ ਚਾਹੀਦਾ। ਤੁਹਾਡੇ ਕੋਲ $100 ਬਿਲੀਅਨ ਨਹੀਂ ਹੈਗੇ, ਪਰ ਤੁਸੀਂ $25 ਟ੍ਰਿਲੀਅਨ ਹਰ ਸਾਲ ਸਰਪਲਸ ਛਾਪਦੇ ਹੋ ਜੀ। ਉਹ ਛਾਪ ਕੇ ਤੁਸੀਂ ਬਾਈ ਵੇ ਆਫ ਫੈਡਰਲ ਬੌਂਡਸ ਇਟ ਗੋਜ਼ ਟੂ ਦੀ ਪਾਕਟ ਆਫ ਦੀ ਰਿਚ ਬਿਕਮ ਸੁਪਰ ਰਿਚ। ਸਮਝ ਗਏ ਨਾ ਜੀ? ਉਹ ਅਸੀਂ ਉਸ ਮਾਡਲ ਨੂੰ ਤਾਂ ਅਸੀਂ ਜਾਣਦੇ। ਸਾਡੇ ਕੰਟਰੀ 'ਚ ਤੁਸੀਂ ਦੇਖਿਆ ਕਦੀ ਗੱਲ ਹੋਈ ਇਸ ਗੱਲ 'ਤੇ ਕਿ ਸਰਪਲਸ ਮਨੀ ਕਿੰਨਾ ਦੁਨੀਆ 'ਚ ਪ੍ਰੋਡਿਊਸ ਹੁੰਦਾ? ਵੀ ਡੋਂਟ ਇਵਨ ਟਾਕ ਅਬਾਊਟ ਇਟ। ਹਾਂਜੀ, ਉਹਨੂੰ ਇੱਕ QE ਇਜ਼ ਅ ਵਰਡ ਫॉर ਦੈਟ, ਕੁਆਂਟੀਟੇਟਿਵ ਈਜ਼ਿੰਗ। ਕਦੀ ਡਿਸਕਸ਼ਨ ਦੇਖਿਆ ਵਾਟ ਇਜ਼ ਕੁਆਂਟੀਟੇਟਿਵ ਈਜ਼ਿੰਗ? ਹਾਂਜੀ, ਮੈਨੂੰ ਯਾਦ ਹੈ ਸਰ, ਇੱਕ ਮੈਂ ਟੈਲੀਵਿਜ਼ਨ ਚੈਨਲ 'ਤੇ ਕਹਿਤਾ ਕਿ ਕੁਆਂਟੀਟੇਟਿਵ ਈਜ਼ਿੰਗ ਮੀਨਸ ਪ੍ਰਿੰਟਿੰਗ ਸਰਪਲਸ ਮਨੀ। ਉਹ ਐਂਕਰ ਬ੍ਰੇਕ ਵਿੱਚ ਮੈਨੂੰ ਕਹਿੰਦੀ ਹੈ, ਸਰ ਆਰ ਯੂ ਸ਼ੋਰ ਕਿ ਇਟ ਮੀਨਸ ਪ੍ਰਿੰਟਿੰਗ ਸਰਪਲਸ ਮਨੀ? ਮੈਂ ਕਿਹਾ ਹਾਂ। ਕਹਿੰਦੀ ਨਹੀਂ ਸਰ, ਨਹੀਂ ਤਾਂ ਮੇਰੀ ਜੌਬ ਖਤਰੇ 'ਚ ਹੋ ਜਾਏਗੀ। ਆਈ ਡੋਂਟ ਬਲੇਮ ਹਰ, ਕਿਉਂਕਿ ਅਵੇਅਰਨੈਸ ਹੈ ਹੀ ਨਹੀਂ ਹੈ ਸਾਨੂੰ। $25 ਟ੍ਰਿਲੀਅਨ ਦੁਨੀਆ ਛਾਪ ਚੁੱਕੀ ਹੈ ਐਜ਼ ਸਰਪਲਸ ਮਨੀ ਸਰ, ਔਰ ਸਾਡੇ ਕੋਲ ਗਰੀਬੀ ਵਾਸਤੇ ਪੈਸਾ ਨਹੀਂ ਹੈਗਾ ਮਿਟਾਉਣ ਵਾਸਤੇ। ਸੋ ਇਹ ਸੋਚ ਜਦ ਤੱਕ ਸਾਨੂੰ, ਅਸੀਂ ਉਸ ਮਾਡਲ ਨੂੰ ਚੈਲੰਜ ਤਾਂ ਹੀ ਕਰਾਂਗੇ ਨਾ, ਆਪਾਂ ਜਾਣਾਂਗੇ। ਸੋ ਅਵੇਅਰਨੈਸ, ਅਲਰਟਨੈਸ, ਔਰ ਤੁਸੀਂ ਜੋ ਕਹਿੰਦੇ ਨਾ ਕਿ ਇੱਕ ਐਜੂਕੇਸ਼ਨ ਉਸ ਬਾਰੇ ਜਦ ਤੱਕ ਤੁਹਾਨੂੰ ਨਹੀਂ ਹੈ ਨਾ, ਆਈ ਡੋਂਟ ਥਿੰਕ ਯੂ ਕੈਨ ਸਟੈਂਡ ਅਪ ਐਂਡ ਕਾਊਂਟਰ ਦੈਟ ਸਿਸਟਮ। ਤਾਂ ਉਹ ਬਹੁਤ ਜ਼ਰੂਰੀ ਹੈ ਸਰ। ਮੈਨੂੰ ਲੱਗਦਾ ਕਿ ਇਹ ਵੀ ਅਗਰ ਅਚੀਵ ਕਰ ਪਾਈਏ ਅਸੀਂ ਆਉਣ ਵਾਲੇ ਸਾਲਾਂ ਵਿੱਚ, ਬਹੁਤ ਬੜਾ ਸਟੈਪ ਫਾਰਵਰਡ ਹੋਏਗਾ ਸਰ। ਮੇਰਾ ਲਾਸਟ ਸਵਾਲ, ਜਦੋਂ ਵੀ ਕੁਛ ਐ ਹੁੰਦਾ, ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਜ਼ ਤੁਹਾਨੂੰ ਪਤਾ ਪੈਰਲਲ ਚੱਲਦੀਆਂ ਹਨ। ਇੱਕ ਕੌਨਸਪੀਰੇਸੀ ਥਿਊਰੀ ਚੱਲ ਰਹੀ ਹੈ ਕਿ ਦੁਨੀਆ ਦੀ ਆਬਾਦੀ ਘਟਾਉਣੀ ਹੈ ਜੀ। ਠੀਕ ਹੈ, ਕੁਛ ਕਰੋਨਾ 'ਚ ਵੀ ਚਰਚਾ ਹੋਈ, ਉਹਦੇ ਬਾਅਦ ਵੀ ਹੁੰਦੀ ਹੈ ਕਿ ਜਿਹੜੇ ਬਹੁਤ ਹੀ ਰਿਚ ਫੈਮਲੀਜ਼ ਨੇ ਦੁਨੀਆ ਦੀਆਂ, ਉਹ ਸੋਚ ਰਹੀਆਂ ਨੇ ਦੁਨੀਆ ਨੂੰ ਮੈਨੇਜ ਕਿਵੇਂ ਕਰੀਏ। ਆਮ ਤੌਰ 'ਤੇ ਬਹੁਤ ਸਾਰਾ ਕੁਛ ਲਿਖਿਆ ਗਿਆ ਹੈਗਾ ਨਾ, ਤਾਂ ਉਹ ਇਸ ਸਾਰੇ ਚੱਕਰ 'ਚ ਪਏ ਹੋਏ ਨੇ।
ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋਗੇ ਕਿ Sir- ਮਤਲਬ ਚਾਹੇ ਉਹ ਕਹਿੰਦੇ ਵੀ ਸਾਨੂੰ ਚਾਹੀਦਾ ਹੀ ਨਹੀਂ ਥਲੜਾ, ਇਹਨੂੰ ਵਿਹਲੇ ਕਰੋ, ਇਹਨਾਂ ਨੂੰ ਖਤਮ ਕਰੋ ਸਾਰਿਆਂ ਨੂੰ। ਸਰ ਚਾਹੇ ਅਸੀਂ ਇਹਨੂੰ ਐਕਨੋਲਜ ਕਰੀਏ ਜਾਂ ਨਾ ਕਰੀਏ, ਪਰ ਸੱਚਾਈ ਇਹੀ ਹੈ ਜਿਹਦੇ ਤਰਫ ਤੁਸੀਂ ਇਸ਼ਾਰਾ ਕਰ ਰਹੇ ਹੋ। ਐਂਡ ਇਹ ਠੀਕ ਹੈ, ਬਿਲ ਗੇਟਸ ਨੇ ਚਾਹੇ ਕਿਹਾ ਉਹ ਸਿੰਥੈਟਿਕ ਫੂਡ ਆ ਰਿਹਾ, ਉਹਨਾਂ ਨੇ ਉਹ ਥੋੜੀ ਸਭ- ਖਾਣਾ ਹੈਗਾ, ਸਭ ਉਹ ਤਾਂ ਆਰਗੈਨਿਕ ਖਾਣਗੇ। ਹਾਂ ਮੈਂ ਤੁਹਾਨੂੰ ਸਿੰਥੈਟਿਕ ਫੂਡ ਬਲਜਿੰਦਰ ਵਰਗਿਆਂ ਨੇ ਖਾਣਾ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਤੁਹਾਨੂੰ ਲੈਟਸ ਟਰਾਈ ਟੂ ਅੰਡਰਸਟੈਂਡ। ਬਿਲ ਗੇਟਸ ਨੇ ਕਿਹਾ ਸੀ ਕਿਤੇ ਕਿ ਵੀ ਸਾਡੀ ਬਹੁਤ ਬੜੀ ਪੋਪੂਲੇਸ਼ਨ ਹੈ, ਉਹ ਹਟਣਾ ਚਾਹੀਦਾ, ਘੱਟ ਕਰਨਾ ਚਾਹੀਦਾ। ਹੋਰ ਵੀ ਲੋਕੀ ਕਹਿੰਦੇ ਹੈਗੇ ਆ, ਵੀ ਆਲ ਅੰਡਰਸਟੈਂਡ ਸਰ। ਔਰ ਇਹ ਵੀ ਜਾਣਦੇ ਹਾਂ ਕਿ ਜਿਹੜੇ ਇਕਨੋਮਿਕ ਡਿਜ਼ਾਈਨ ਹੈ, ਜਿਹੜਾ ਰਿਚ ਬੰਦਾ ਜਾ ਰਿਹਾ, ਦੇ ਆਰ ਨਾਟ ਬੋਦਰਡ ਅਬਾਊਟ ਕਿ ਬਾਟਮ ਦਾ ਕੀ ਹਾਲ ਹੈਗਾ, ਹਾਫ ਦਾ, ਹੈ ਨਾ ਜੀ, ਉਹ ਵੀ ਇੱਕ ਸਮਝਦੇ ਹਾਂ ਅਸੀਂ। ਲੇਕਿਨ ਸਰ ਇੱਕ ਮੈਂ ਨਵੀਂ ਚੀਜ਼ ਪੜ੍ਹ ਰਿਹਾ ਸੀਗਾ ਕਿ ਚਾਈਨਾ ਨੇ ਇੱਕ ਸਿਸਟਮ ਇਵੋਲਵ ਕੀਤਾ ਹੈ ਕਿ ਲੈਟ ਅਸ ਸੇ ਕਿ ਮੈਂ ਮੀਡੀਓਕਰ ਆਦਮੀ ਹੈ ਜਾਂ ਲੋਅਰ ਮਿਡਲ ਕਲਾਸ ਤੋਂ ਆਉਣਾ ਹੈਗਾ, ਐਂਡ ਆਈ ਐਮ ਵਾਂਟਿੰਗ ਟੂ ਗੋ ਇਨਟੂ ਲੈਟਸ ਸੇ ਹੌਲੀਡੇ ਕਰਨਾ ਹੈਗਾ ਤਾਂ ਟੌਪ 5 ਸਟਾਰ ਹੋਟਲ 'ਚ ਕਰਨਾ ਹੈਗਾ। ਸੋ ਦੇ ਆਰ ਟੂ ਡਿਸਕਰੇਜ ਦੈਟ, ਉਹਨਾਂ ਨੇ ਇੱਕ ਮਸ਼ੀਨਾਂ ਲਗਾਤੀਆਂ ਹੈਗੀਆਂ ਸਰ ਸੜਕਾਂ 'ਤੇ। ਉਹ ਤੁਹਾਨੂੰ ਜਦ ਤੁਸੀਂ ਕੋਈ ਜਾਏਗਾ ਵੀ ਗਲਤੀ ਨਾਲ ਨਿਕਲ ਕੇ ਚਲਾ ਵੀ ਜਾਏਗਾ ਤਾਂ ਉਹ ਤੁਹਾਨੂੰ ਬੀਮ ਕਰੇਗੀ ਤਾਂ ਕਿ ਪਤਾ ਚੱਲ ਜਾਏ ਤੁਹਾਨੂੰ ਕਿ ਦਿਸ ਇਜ਼ ਨਾਟ ਸੋਸ਼ਲੀ ਕੰਪੈਟੇਬਲ ਕਲਾਸ ਜਿਹੜੀ ਹੈਗੀ ਹੈ। ਦੀ ਪੁਆਇੰਟ ਆਮ ਟਰਾਈਂਗ ਟੂ ਮੇਕ ਇਜ਼ ਕਿ ਉਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਕਿ ਲੋਕੀ ਇੱਕ ਸੋਚ ਰਹੇ ਹੈ, ਕਰ ਰਹੇ ਹੈਗੇ ਕਿ ਵਰਲਡ ਸ਼ੁੱਡ ਬੀ ਓਨਲੀ ਫॉर ਦੋਜ਼ ਫਿਟੈਸਟ ਆਫ ਦੀ ਫਿਟ ਜੋ ਹੋਣਗੇ, ਜਿੰਨੇ ਵੀ ਹੋਣਗੇ। ਲੇਕਿਨ ਆਈ ਥਿੰਕ ਦੀ ਵਰਲਡ ਇਜ਼ ਮੂਵਿੰਗ ਇਨ ਦੈਟ ਡਾਇਰੈਕਸ਼ਨ ਸਰ, ਨਾਟ ਓਨਲੀ ਬਾਈ ਵੇ ਆਫ ਇਕਨੋਮਿਕਸ, ਨਾਟ ਓਨਲੀ ਬਾਈ ਵੇ ਆਫ ਦੀ ਫੂਡ ਦੈਟ ਵੀ ਆਰ ਗੋਇੰਗ ਟੂ ਪ੍ਰੋਡਿਊਸ, ਨਾਟ ਓਨਲੀ ਬਾਈ ਵੇ ਆਫ ਪ੍ਰੋਟੈਕਟਿੰਗ ਦੀ ਐਨਵਾਇਰਨਮੈਂਟ ਜਿਹਨੂੰ ਅਸੀਂ ਗੱਲ ਕਰ ਰਹੇ ਹਾਂ, ਲੇਕਿਨ ਸਾਡੀ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਜਿਹੜਾ ਸਾਡਾ ਧਿਆਨ ਹੈਗਾ ਉਹ ਇਸ ਕਰਕੇ ਹੈਗਾ ਕਿ ਬਈ ਪੂਅਰ ਆਰ ਏ ਬਰਡਨ ਔਨ ਦੀ ਸੋਸਾਇਟੀ, ਔਰ ਜਿੰਨੀ ਜਲਦੀ ਪੂਅਰ ਜਿਹੜਾ ਜਿੰਨਾ ਜਲਦੀ ਬਰਡਨ ਉਤਾਰ ਦੇਵਾਂਗੇ ਉਨੀ ਸਾਡੀ ਇਕਨੋਮਿਕ ਗਰੋਥ ਹੋਏਗੀ। ਸਰ ਧੰਨਵਾਦ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।